ਉਹ ਸੋਚਣਾ ਵੀ ਨਹੀਂ ਚਾਹੁੰਦਾ ਕਿ ਮੇਰੀ ਪਤਨੀ ਜਿਹੜੀ ਆ ਵੀ ਉਹ ਕਦੀ ਇਹੋ ਜਿਹੇ ਪਲਾਂ ਨੂੰ ਮਾਣੇ। ਤੇ ਉਹਨੂੰ ਉਸ ਵੇਲੇ ਫਿਰ ਉਹਨੂੰ ਸਮਝ ਲਓ ਕਿ ਇੱਕ ਕਿਸਮ ਦਾ ਸ਼ੀਸ਼ਾ ਖੁਦ ਬ ਖੁਦ ਨਜ਼ਰ ਆਉਂਦਾ ਆ ਆਪਣਾ, ਵੀ ਮੈਨੂੰ ਇਹ ਚੀਜ਼ਾਂ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ। ਲਿਟਰੇਚਰ ਦਾ ਮੁੱਖ ਕੰਮ ਹੀ ਇਹ ਹੈਗਾ ਆ ਕਿ ਜ਼ਿੰਦਗੀ ਕਿਸ ਤਰ੍ਹਾਂ ਦੀ ਆ, ਜਾਂ ਫਿਰ ਉਹਨੂੰ ਲੈ ਕੇ ਆਉਂਦੇ ਹਾਂ ਅਸੀਂ ਅੱਗੇ ਆਪਣੀਆਂ ਰਚਨਾ 'ਚ, ਜਾਂ ਫਿਰ ਜ਼ਿੰਦਗੀ ਕਿੱਦਾਂ ਦੀ ਹੋਣੀ ਚਾਹੀਦੀ ਹੈ। ਤੁਹਾਡੇ ਨਾਲੋਂ ਲੇਖਕ ਹਟਾ ਕੇ ਡਿਸਕ੍ਰਾਈਬ ਕਰਨਾ ਹੋਵੇ ਤਾਂ ਅਸਲ 'ਚ ਤੁਸੀਂ ਕੀ ਹੋ? ਰਸਤੇ ਦੇ ਵਿੱਚੋਂ ਕੋਈ ਛੋਟੀ ਜਿਹੀ ਰੇਹੜੀ ਤੋਂ ਚੀਜ਼ਾਂ ਲੈ ਕੇ ਖਾਣੀਆਂ, ਇਹ ਸਭ ਚੀਜ਼ਾਂ ਮੈਨੂੰ ਚੰਗੀਆਂ ਲੱਗਦੀਆਂ ਹੈ। ਇਹ ਮੈਂ ਅਕਸਰ ਕਰਦੀ ਹਾਂ ਟਿਲ ਡੇਟ ਤੱਕ ਵੀ, ਅੱਜ ਤੱਕ ਵੀ। ਹੈਗੇ ਤੁਸੀਂ ਕਹਾਣੀਕਾਰ ਹੋ, ਪਰ ਆਦਤਾਂ ਸਾਰੀਆਂ ਸ਼ਾਇਰਾਂ ਵਾਲੀਆਂ ਨੇ। ਕਹਿ ਸਕਦੇ ਹਾਂ। ਇਹਨੂੰ ਸ਼ਾਇਦ ਵੀ ਐ ਬੁੱਢੇ ਬਾਰੇ ਆ ਕੇ ਇਹਦੀਆਂ ਲੋੜਾਂ ਆ, ਪਰ ਉਹ ਇਹ ਜਨਾਨੀਆਂ ਨੂੰ ਦੇਖਦਾ ਆ, ਇੱਦਾਂ ਕਰਦਾ ਉੱਦਾਂ ਕਰਦਾ, ਪਰ ਅਸਲ ਦੇ ਵਿੱਚ ਉਹਦੀ ਪੋਤ ਨੂੰ ਸਮਝਦੀ ਆ ਵੀ ਇਹਨੂੰ ਪਿਆਰ ਦੀ ਲੋੜ ਆ। ਮੇਰੀ ਕੁਆਲੀਫਿਕੇਸ਼ਨ ਸਿਰਫ 10ਵੀਂ ਸੀਗੀ। ਅੱਛਾ ਜੀ। ਹਾਂ, ਮੈਂ ਸਾਰੀ ਮੇਰੀ ਪੜ੍ਹਾਈ ਲਿਖਾਈ ਆ ਬਾਅਦ ਵਿੱਚ ਮੈਂ ਆਪਣੀ ਮੈਰਿਜ ਤੋਂ ਬਾਅਦ ਕੀਤੀ ਆ। ਮੇਰੇ ਹਾਲਾਤ ਇਸ ਤਰ੍ਹਾਂ ਦੇ ਸੀਗੇ ਕਿ ਮੇਰੇ ਫਾਦਰ ਸੀ, ਮੇਰਾ ਬ੍ਰਦਰ ਸੀ, ਉਸ ਹੋਣ ਦੇ ਬਾਵਜੂਦ ਵੀ ਉਹ ਵਾਲਾ ਜਿਹੜਾ ਪਿਆਰ ਹੈ, ਮੁਹੱਬਤ ਹੈ, ਜਿਹੜਾ ਮੈਨੂੰ ਉਸ ਟਾਈਮ 'ਤੇ ਮਿਲਣਾ ਚਾਹੀਦਾ ਸੀਗਾ, ਜਦੋਂ ਮੈਨੂੰ ਬਹੁਤ ਲੋੜ ਸੀਗੀ, ਹੈ ਨਾ, ਉਹ ਨਹੀਂ ਮਿਲਿਆ। ਮੈਨੂੰ ਨਹੀਂ ਲੱਗਦਾ ਕਿ ਮੇਰੇ ਕੋਲ ਕੋਈ ਇੱਦਾਂ ਦਾ ਮੁੱਢਾ ਹੈਗਾ ਹੈ ਕਿ ਜਿੱਥੇ ਮੈਂ ਜਾ ਕੇ ਆਪਣਾ ਸਿਰ ਰੱਖ ਕੇ ਤੇ ਰੋ ਸਕਾਂ, ਜਾਂ ਆਪਣੇ ਮਨ ਦੀਆਂ ਗੱਲਾਂ ਸਾਂਝੀਆਂ ਕਰ ਸਕਾਂ। ਤਾਂ ਅਸੀਂ ਕਿਸੇ ਨੂੰ ਬਲੇਮ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਝਾਤ ਜ਼ਰੂਰ ਮਾਰਨੀ ਚਾਹੀਦੀ ਹੈ ਕਿ ਕੋਈ ਨਹੀਂ ਸਾਨੂੰ ਫਸਾ ਸਕਦਾ, ਕੋਈ ਨਹੀਂ ਸਾਨੂੰ ਸਾਡਾ ਸ਼ੋਸ਼ਣ ਕਰ ਸਕਦਾ, ਜਦ ਤੱਕ ਕਿ ਅਸੀਂ ਖੁਦ ਨਹੀਂ ਇਜਾਜ਼ਤ ਦਿੰਦੇ ਹੈਗੇ ਕਿਸੇ ਨੂੰ। ਵੈਸੇ ਆਪਾਂ ਸਾਰਿਆਂ ਤੋਂ ਹੀ ਸੁਣਦੇ ਆਏ ਆ, ਹਰੇਕ ਬੰਦਾ ਜਿਹਨੂੰ ਵੀ ਮਿਲੋ ਕਹਿੰਦਾ ਹੁੰਦਾ ਕਿ ਆਫ ਕੈਮਰਾ ਕਹਿ ਦੂੰਗਾ, ਸਾਹਮਣੇ ਨਹੀਂ ਕਹੂੰ, ਵੀ ਲਿਖਣ ਵਾਲੇ ਵੀ ਇੱਕ ਦੂਜੇ ਤੋਂ ਬਹੁਤ ਖਾਰ ਖਾਂਦੇ ਨੇ। ਜਦੋਂ ਰੁਪਾਣਾ ਜੀ ਨੇ ਆਪਣੇ ਇੰਟਰਵਿਊ 'ਚ ਕਿਹਾ ਸੀਗਾ ਕਿ ਜਦੋਂ ਉਹਨਾਂ ਨੂੰ ਇਹ ਪੁੱਛਿਆ ਕਿ ਤੁਸੀਂ ਕੋਈ ਇਸ ਤਰ੍ਹਾਂ ਦੀ ਕਹਾਣੀ ਜਿਹੜੀ ਤੁਹਾਨੂੰ ਲੱਗਦਾ ਹੋਵੇ ਕਿ ਜ਼ਿੰਦਗੀ 'ਚ ਮੈਂ ਲਿਖੀ ਹੁੰਦੀ, ਕਾਸ਼ ਕਿਤੇ ਇਹ ਕਹਾਣੀ ਮੈਂ ਲਿਖੀ ਹੁੰਦੀ, ਤੇ ਮੇਰੇ ਲਈ ਇਹ ਬਹੁਤ ਵੱਡੀ ਇਨਾਮ ਵਾਲੀ ਗੱਲ ਸੀ ਜਦੋਂ ਉਹਨਾਂ ਨੇ ਕਿਹਾ ਕਿ ਤ੍ਰਿਪਤਾ ਕੇ ਸਿੰਘ ਦੀ ਇੱਕ ਦਿਨ ਕਹਾਣੀ ਕਾਸ਼ ਮੈਂ ਲਿਖੀ ਹੁੰਦੀ। ਬਹੁਤ ਜ਼ਿਆਦਾ ਜਿਹੜੇ ਇਕੱਲੇ ਰਹਿ ਜਾਂਦੇ ਆ, ਜਾਂ ਪਰਿਵਾਰ ਨੂੰ ਛੱਡ ਦਿੰਦੇ ਆ, ਜਾਂ ਪਰਿਵਾਰ ਦੇ ਵਿੱਚੋਂ ਨਿਕਲ ਕੇ ਆਪਣੀ ਜ਼ਿੰਦਗੀ ਆਪ ਤਲਾਸ਼ ਕਰਨ ਦੀ ਕੋਸ਼ਿਸ਼ ਕਰਦੇ ਆ, ਡਿਪਰੈਸ਼ਨ ਦਾ ਸ਼ਿਕਾਰ ਹੋਏ ਦੇਖੇ ਆ ਮੈਂ ਲੋਕ। ਮੈਂ ਸੋਚਦੀ ਹੁੰਦੀ ਹਾਂ ਕਿ ਉਹ ਲਿਵ ਇਨ ਦੇ ਵਿੱਚੋਂ ਜਿਹੜੇ ਬੱਚੇ ਪੈਦਾ ਹੋ ਰਹੇ ਆ, ਉਹਨਾਂ ਦਾ ਫਿਊਚਰ ਕੀ ਹੋਏਗਾ। ਬਿਲਕੁਲ। ਉਹ ਬੱਚਿਆਂ ਨੂੰ ਆਪਾਂ ਕੀ ਦੇ ਰਹੇ ਆ, ਆਪਾਂ ਕਿਹੜੇ ਸੰਸਕਾਰ ਦੇਵਾਂਗੇ ਉਹਨਾਂ ਨੂੰ। ਆਪਣੀਆਂ ਉਲਝਣਾਂ ਨੂੰ ਸੁਲਝਾਉਣ ਲਈ, ਆਉਣ ਵਾਲੀ ਪੀੜ੍ਹੀ ਲਈ ਅਸੀਂ ਹੋਰ ਤਰ੍ਹਾਂ ਦੀਆਂ ਮੁਸ਼ਕਿਲਾਂ ਉਹਨਾਂ ਦੇ ਸਾਹਮਣੇ ਖੜੀਆਂ ਕਰਕੇ ਜਾ ਰਹੇ ਹਾਂ। ਸ਼ਬਦਾਂ ਦੇ ਨਾਲ ਤੁਸੀਂ ਇੱਕ ਨੰਗੀ ਚਿੱਟੀ ਗੱਲ ਨੂੰ ਵੀ ਬਹੁਤ ਖੂਬਸੂਰਤ ਢੰਗ ਨਾਲ ਕਹਿ ਸਕਦੇ ਹਾਂ, ਜਿਹਨੂੰ ਪੜ੍ਹਨ ਲਈ ਤੁਹਾਨੂੰ ਨਾ ਤਾਂ ਸ਼ਰਮ ਮਹਿਸੂਸ ਹੋਵੇ, ਨਾ ਜਾਂ ਤੁਸੀਂ ਕਿਸੇ ਨੂੰ ਇਹ ਦੱਸਦੇ ਹੋ ਕਿ ਆਹ ਪੜ੍ਹੋ, ਤੇ ਨਾ ਤੁਹਾਨੂੰ ਖੁਦ ਨੂੰ ਇੱਦਾਂ ਫੀਲ ਹੋਵੇ, ਹੈ ਨਾ। ਸਮੇਂ ਦੀ ਖੇਡ ਹੁੰਦੀ ਹੈ ਕਿ ਤੁਸੀਂ ਸਨਸਨੀ ਫੈਲਾ ਦਿੱਤੀ, 50 ਬੰਦਿਆਂ ਨੇ ਉਹਨੂੰ ਵਾਹ ਕਰਤਾ ਤੇ 50 ਬੰਦਿਆਂ ਨੇ ਉਹਨੂੰ ਕਰ ਦਿੱਤਾ, ਤੇ ਉਹ ਰਚਨਾ ਦੀ ਉਮਰ ਵੀ ਬਹੁਤ ਥੋੜ੍ਹੀ ਹੁੰਦੀ ਹੈ। ਸਤਿ ਸ਼੍ਰੀ ਅਕਾਲ, ਮੈਂ ਰੁਪਿੰਦਰ ਕੌਰ ਸੰਧੂ ਪ੍ਰੋਗਰਾਮ ਦਸਤਕ ਲੈ ਕੇ ਅੱਜ ਫਿਰ ਤੋਂ ਹਾਜ਼ਰ ਹਾਂ। ਅੱਜ ਅਸੀਂ ਪੰਜਾਬ ਦੇ ਬੜੇ ਖੂਬਸੂਰਤ ਸ਼ਹਿਰ ਹੁਸ਼ਿਆਰਪੁਰ ਪਹੁੰਚੇ ਹਾਂ, ਜਿੱਥੇ ਕਿ ਤ੍ਰਿਪਤਾ ਕੇ ਸਿੰਘ ਹੁਣੀ ਰਹਿੰਦੇ ਨੇ, ਜਿਨ੍ਹਾਂ ਦੀ 2019 ਦੇ ਵਿੱਚ ਪਹਿਲੀ ਕਿਤਾਬ ਆਈ ਸੀ ਇੱਕ ਦਿਨ, 15 ਕਹਾਣੀਆਂ ਨੇ ਇਸ ਕਿਤਾਬ ਦੇ ਵਿੱਚ, ਸਪਤਰਿਸ਼ੀ ਪਬਲੀਕੇਸ਼ਨ ਵੱਲੋਂ ਛਾਪੀ ਗਈ ਆ। ਪਰ ਉਹ ਲਿਖਦੇ ਬਹੁਤ ਲੰਮੇ ਸਮੇਂ ਤੋਂ ਨੇ। 2007 ਦੇ ਵਿੱਚ ਉਹ ਕਹਿੰਦੇ ਕਿ ਮੈਂ ਪਹਿਲੀ ਕਹਾਣੀ ਲਿਖੀ ਸੀ। ਉਹਨਾਂ ਦੀ ਇੱਕ ਬਹੁਤ ਹੀ ਖੂਬਸੂਰਤ ਜੀ ਪਿਆਰੀ ਬੇਟੀ ਹੈ, ਅਤੇ ਆਪ ਉਹ ਹੈਲਥ ਡਿਪਾਰਟਮੈਂਟ ਦੇ ਵਿੱਚ ਜੋਬ ਕਰਦੇ ਨੇ, ਮਾਸ ਮੀਡੀਆ ਆਫਿਸਰ ਦੇ ਤੌਰ 'ਤੇ। ਅਤੇ ਅੱਜ ਆਪਾਂ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਨੇ ਉਹਨਾਂ ਦੀਆਂ ਲਿਖਤਾਂ ਬਾਰੇ, ਉਹਨਾਂ ਦੀ ਜ਼ਿੰਦਗੀ ਬਾਰੇ, ਅਤੇ ਜ਼ਿੰਦਗੀ ਤੋਂ ਪਾਰ ਇੱਕ ਔਰਤ ਕੀ ਸੋਚਦੀ ਹੈ, ਕੀ ਮਹਿਸੂਸ ਕਰਦੀ ਆ। ਉਹਨਾਂ ਦੀਆਂ ਕਹਾਣੀਆਂ ਵਿਚਲੀਆਂ ਔਰਤਾਂ ਤ੍ਰਿਪਤਾ ਕੇ ਸਿੰਘ ਹੁਣਾਂ ਦੇ ਨੇੜੇ ਕਿੰਨੀਆਂ ਕੁ ਟੁੱਕੀਆਂ ਹੋਈਆਂ ਨੇ, ਇਹ ਸਾਰੀਆਂ ਗੱਲਾਂ ਬਾਤਾਂ ਆਪਾਂ ਉਹਨਾਂ ਨਾਲ ਕਰਾਂਗੇ। ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ ਰੁਪਿੰਦਰ ਜੀ, ਸਤਿ ਸ਼੍ਰੀ ਅਕਾਲ। ਕੀ ਹਾਲ ਹੈ? ਬਹੁਤ ਵਧੀਆ, ਤੁਸੀਂ ਆਏ ਹੋਰ ਵੀ ਜ਼ਿਆਦਾ ਵਧੀਆ ਹੋ ਗਿਆ। ਤੁਸੀਂ ਮੈਨੂੰ ਪੁੱਛਣ ਹੀ ਨਹੀਂ ਦਿੱਤਾ, ਮੈਂ ਤੁਹਾਨੂੰ ਸਗੋਂ ਪੁੱਛਣਾ ਸੀ ਕਿ ਮੇਰੇ ਆਉਣ ਨਾਲ ਅੱਜ ਤੁਹਾਨੂੰ ਕਿਵੇਂ ਲੱਗ ਰਿਹਾ। ਨਹੀਂ, ਅੱਜ ਤਾਂ ਬਹੁਤ ਵਧੀਆ ਦਿਨ ਚੜਿਆ, ਤੁਸੀਂ ਆਏ ਆ, ਸਾਡੇ ਸ਼ਹਿਰ ਆਏ ਆ।
ਬਹੁਤ ਬਹੁਤ ਅੱਛਾ ਲੱਗਾ, ਬਹੁਤ ਵਧੀਆ ਲੱਗਾ। ਜਦੋਂ ਆਪਾਂ ਕਿਸੇ ਨਾਲ ਵੀ ਮੁਲਾਕਾਤ ਕਰਦੇ ਹਾਂ ਹਨਾ, ਤਾਂ ਬਹੁਤ ਸਾਰੇ ਲੋਕ ਪਹਿਲਾਂ ਤੁਹਾਨੂੰ ਤੁਹਾਡੇ ਬਚਪਨ ਬਾਰੇ ਪੁੱਛਦੇ ਨੇ, ਜੀ ਪਰ ਮੈਂ ਚਾਹੁੰਦੀ ਹਾਂ ਕਿ ਬਚਪਨ ਤੋਂ ਹਟ ਕੇ ਮੈਂ ਤੁਹਾਨੂੰ ਪਹਿਲਾ ਸਵਾਲ ਪੁੱਛਾਂ ਜਿਹੜਾ ਮੈਨੂੰ ਲੱਗਦਾ ਮੈਂ ਹੁਣ ਤੱਕ ਕਿਸੇ ਲੇਖਕ ਨੂੰ ਨਹੀਂ ਪੁੱਛਿਆ, ਕਿ ਲਿਖਣਾ ਤੁਹਾਡੇ ਲਈ ਕੀ ਚੀਜ਼ ਆ? ਮਤਲਬ ਲਿਖਤਾਂ, ਜਿਵੇਂ ਤੁਸੀਂ ਇੱਕ ਲੇਖਕ ਹੋ, ਤੁਹਾਡੇ ਲਈ ਕੀ ਸ਼ੈ ਨੇ? ਮਤਲਬ ਆਪਾਂ ਕਹਿੰਦੇ ਹੁੰਦੇ ਨਾ ਕਿ ਕੋਈ ਕਹਿੰਦਾ ਮੇਰੇ ਲਈ ਲਿਖਣਾ ਮਨ ਦਾ ਬੋਝ ਉਤਾਰਨ ਬਰਾਬਰ ਆ, ਕੋਈ ਕਹਿੰਦਾ ਹੈ ਕਿ ਮੇਰਾ ਮੇਰਾ ਸ਼ੌਂਕ ਹੈ ਲਿਖਣਾ, ਹੈ ਨਾ, ਕੋਈ ਕਹਿੰਦਾ ਕਿ ਲੋਕ ਮੈਨੂੰ ਜਾਣਨ। ਤੁਸੀਂ ਕੀ ਮਹਿਸੂਸ ਕਰਦੇ ਹੋ ਜਦੋਂ ਲਿਖਦੇ ਹੋ? ਮੈਨੂੰ ਇੱਦਾਂ ਮਹਿਸੂਸ, ਮੈਂ ਇੱਦਾਂ ਕੁਛ ਨਹੀਂ, ਮੈਨੂੰ ਇੱਦਾਂ ਲੱਗਦਾ ਹੁੰਦਾ ਹੈ ਕਿ ਲਿਖਣਾ ਜਿਹੜਾ ਆ ਉਹ ਮੇਰੇ ਅੰਦਰ ਨਿਰੰਤਰ ਚੱਲਦਾ ਆ, ਨਿਰੰਤਰ ਚੱਲਦਾ ਆ। ਲਿਖਣਾ, ਪੜ੍ਹਨਾ, ਕੋਈ ਵੀ ਕਿਰਤ ਆ, ਕੁਛ ਵੀ ਆ, ਉਹਦੇ ਲਈ ਮੈਂ ਕੋਈ ਬਹੁਤ ਕੁਛ ਉਚੇਚ ਨਹੀਂ ਫੀਲ ਕਰਦੀ। ਮੈਨੂੰ ਇੱਦਾਂ ਲੱਗਦਾ ਹੁੰਦਾ ਹੈ ਕਿ ਇਹ ਮੇਰੇ ਵਜੂਦ ਦਾ ਹਿੱਸਾ ਆ ਜਿਹੜਾ ਲਿਖਣਾ ਆ। ਮੈਨੂੰ ਲਿਖਣ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ, ਮੈਨੂੰ ਪੜ੍ਹਨ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ। ਤੁਸੀਂ ਮੈਨੂੰ ਅਲੱਗ ਕਰਕੇ ਨਹੀਂ ਦੇਖ ਸਕਦੇ ਮੇਰੀ ਲੇਖਣੀ ਤੋਂ, ਮੇਰੇ ਜਿਹੜਾ ਪੜ੍ਹਨ ਦਾ ਜਨੂੰਨ ਆ ਉਹਦੇ ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ। ਮੈਂ ਕਲਮ, ਲਿਖਤ ਇੱਕੋ ਹੀ ਆ, ਮੈਨੂੰ ਇੱਦਾਂ ਫੀਲ ਹੁੰਦਾ ਆ। ਮੈਂ ਕਦੀ ਇੱਦਾਂ ਨਹੀਂ ਮਹਿਸੂਸ ਕਰਦੀ ਕਿ ਮੈਂ ਮਨ ਦੇ ਬੋਝ ਉਤਾਰਨ ਲਈ ਲਿਖ ਰਹੀ ਹਾਂ, ਜਾਂ ਮੈਂ ਫੇਮ ਲਈ ਲਿਖ ਰਹੀ ਹਾਂ, ਜਾਂ ਮੈਂ ਨੇਮ ਲਈ ਲਿਖ ਰਹੀ ਹਾਂ। ਬਸ ਮੈਂ ਲਿਖ ਰਹੀ ਹਾਂ ਕਿ ਮੈਨੂੰ ਲਿਖਣਾ ਚੰਗਾ ਲੱਗਦਾ ਆ, ਅਤੇ ਮੈਨੂੰ ਲੱਗਦਾ ਹੈ ਕਿ ਮੈਂ ਜੇ ਨਾ ਲਿਖੂੰਗੀ ਤਾਂ ਸ਼ਾਇਦ ਮੇਰੀ ਲਾਈਫ ਦੇ ਵਿੱਚ ਕੁਛ ਮਿਸ ਹੋਏਗਾ। ਅਤੇ ਲਿਖਣਾ ਜਿਹੜਾ ਹੈਗਾ ਆ ਉਹ ਬਸ ਮੈਨੂੰ ਇੱਦਾਂ ਨਿਰੰਤਰ ਮੇਰਾ ਅੰਦਰ ਚੱਲਦਾ ਰਹਿੰਦਾ। ਇੱਕ ਪ੍ਰਵਾਹ ਜਿੱਦਾਂ ਕਹਿੰਦੇ ਆ ਨਾ, ਕਿ ਇੱਕ ਪ੍ਰਵਾਹ ਲੇਖਣੀ ਦਾ, ਰਚਨਾ ਦਾ, ਉਹ ਹਮੇਸ਼ਾ ਚੱਲਦਾ ਰਹਿੰਦਾ। ਭਾਵੇਂ ਮੈਂ ਸੁੱਤੀ ਹੋਵਾਂ, ਭਾਵੇਂ ਮੈਂ ਜਾਗਦੀ ਹੋਵਾਂ, ਭਾਵੇਂ ਮੈਂ ਜੋਬ 'ਤੇ ਹੋਵਾਂ, ਭਾਵੇਂ ਮੈਂ ਕਿਚਨ 'ਚ ਕੰਮ ਕਰਦੀ ਹੋਵਾਂ, ਜਾਂ ਮੈਂ ਕਿਸੇ ਨਾਲ ਗੱਲਾਂ ਵੀ ਕਰਦੀ ਹੋਵਾਂ ਈਵਨ, ਤਾਂ ਵੀ ਮੇਰੇ ਅੰਦਰ ਕੁਛ ਨਾ ਕੁਛ ਚੱਲਦਾ ਰਹਿੰਦਾ ਆ। ਅਤੇ ਇਹ ਲਿਖਣ ਦਾ ਜਿਹੜਾ ਕੰਮ ਆ ਨਾ, ਇਹ ਬਿਨਾਂ ਕਿਸੇ ਉਚੇਚ ਤੋਂ, ਬਿਨਾਂ ਕਿਸੇ ਉਹਦੇ ਤੋਂ ਚੱਲਦਾ ਅੰਦਰੂਨੀ ਤੌਰ ਦੇ ਉੱਤੇ। ਅਤੇ ਇਹਦੇ ਲਈ ਕੋਈ ਮੈਂ ਵੱਖਰੇ ਤੌਰ 'ਤੇ ਨਹੀਂ ਸੋਚਦੀ ਹੈਗੀ ਕਿ ਮੈਂ ਕਿਉਂ ਲਿਖ ਰਹੀ ਹਾਂ, ਜਾਂ ਮੈਂ ਆਹ ਗੱਲ ਕਹਿਣੀ ਆ, ਜਾਂ ਮੈਂ ਉਹ ਗੱਲ ਕਹਿਣੀ ਆ। ਉਹਦੇ ਲਈ ਉਚੇਚ ਨਹੀਂ ਮੈਨੂੰ ਕੁਛ ਵੀ ਕਰਨੀ ਪੈਂਦੀ ਹੈਗੀ। ਬਸ ਜੋ ਮੈਂ ਫੀਲ ਕਰਦੀ ਹਾਂ, ਜੋ ਮੈਂ ਆਪਣੇ ਆਲੇ ਦੁਆਲੇ 'ਚੋਂ ਮਹਿਸੂਸ ਕਰਦੀ ਹਾਂ, ਅਤੇ ਮੈਨੂੰ ਲੱਗਦਾ ਹੈ ਕਿ ਮੈਂ ਲਿਖ ਕੇ ਜੇ ਮੈਂ ਸਾਂਝੀ ਕਰਦੀ ਹਾਂ ਆਪਣੀ ਰਚਨਾ ਨੂੰ ਕਿਸੇ ਨੂੰ, ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਜਿੱਦਾਂ ਮੈਂ ਸੋਚਦੀ ਹਾਂ ਚੀਜ਼ਾਂ ਬਾਰੇ, ਲੋਕਾਂ ਬਾਰੇ, ਸੁਸਾਇਟੀ ਬਾਰੇ, ਸ਼ਾਇਦ ਮੇਰੇ ਵਰਗੇ ਹੋਰ ਵੀ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਸੋਚਦੇ ਹੋਣਗੇ ਜਿਸ ਤਰ੍ਹਾਂ ਮੈਂ ਸੋਚਦੀ ਹਾਂ। ਹਾਂਜੀ। ਅਤੇ ਉਹ ਪੜ੍ਹ ਕੇ ਜਦੋਂ ਆਪਣੇ ਪ੍ਰਤੀਕਰਮ ਦਿੰਦੇ ਆ, ਅਤੇ ਮੈਨੂੰ ਲੱਗਦਾ ਹੈ ਕਿ ਨਹੀਂ, ਇਹ ਕਮਲੀ ਜੀ ਇਕੱਲੀ ਮੈਂ ਨਹੀਂ ਹੈਗੀ, ਹੋਰ ਵੀ ਲੋਕ ਹੈਗੇ ਆ ਜਿਹੜੇ ਇਸ ਇੱਦਾਂ ਦੇ ਝੱਲਪੁਣੇ ਨੂੰ ਝੱਲਦੇ ਵੀ ਆ ਅਤੇ ਵਿਖਾਉਂਦੇ ਵੀ ਆ ਲੋਕਾਂ ਨੂੰ। ਤੁਸੀਂ 2007 'ਚ ਪਹਿਲੀ ਕਹਾਣੀ ਲਿਖੀ, ਜੀ ਯਾਦ ਹੈ ਕਿ ਕਹਾਣੀ ਦਾ ਕੀ ਵਿਸ਼ਾ ਸੀ? ਹਾਂਜੀ, ਬਿਲਕੁਲ ਯਾਦ ਹੈ ਮੈਨੂੰ। ਜਿਸ ਤਰ੍ਹਾਂ ਉਹ ਕਹਾਣੀ ਸੀ ਸ਼ੀਸ਼ੇ ਵਿਚਲਾ ਆਦਮੀ, 2007 ਵਿੱਚ ਲਕੀਰ 'ਚ ਛਪੀ ਸੀ। ਪ੍ਰੇਮ ਪ੍ਰਕਾਸ਼ ਹੋਰਾਂ ਨੇ ਉਹ ਕਹਾਣੀ ਮੇਰੀ ਛਾਪੀ ਸੀ। ਉਦੋਂ ਤੱਕ ਮੈਨੂੰ ਕੁਛ ਨਹੀਂ ਸੀ ਪਤਾ ਹੁੰਦਾ ਵੀ ਕੌਣ ਪ੍ਰੇਮ ਪ੍ਰਕਾਸ਼ ਆ, ਕਿਹੜੇ ਮੈਗਜ਼ੀਨ ਆ। ਹਾਂ, ਮੈਂ ਪੜ੍ਹਦੀ ਜ਼ਰੂਰ ਹੁੰਦੀ ਸੀਗੀ, ਪਰ ਮੈਨੂੰ ਇੱਦਾਂ ਨਹੀਂ ਸੀ ਪਤਾ ਹੁੰਦਾ ਵੀ ਪਹਿਲਾਂ ਕਿਸੇ ਨੂੰ ਪੜ੍ਹਾ ਲਓ ਕਹਾਣੀ, ਜੇ ਲਿਖੀ ਆ ਤਾਂ ਕਿਸੇ ਨੂੰ ਇੱਦਾਂ ਕਰ ਲਓ। ਜਾਂ ਮੈਨੂੰ ਇਹ ਵੀ ਨਹੀਂ ਸੀ ਪਤਾ ਵੀ ਉਹ ਛਾਪਣਗੇ ਵੀ ਕਿ ਨਹੀਂ, ਉਹ ਪਸੰਦ ਕਿਸੇ ਨੂੰ ਆਊਗੀ ਵੀ ਕਿ ਨਹੀਂ। ਮੈਂ ਭੇਜ ਦਿੱਤੀ ਅਤੇ 15 ਕੁ ਦਿਨਾਂ ਬਾਅਦ ਉਹਨਾਂ ਦਾ ਫੋਨ ਆ ਗਿਆ ਕਿ ਇੱਕ ਬੜੀ ਇੰਟਰਸਟਿੰਗ ਗੱਲ ਹੋਈ ਸੀ ਕਿ ਇੱਕ ਜਿੱਦਾਂ ਆਮ ਤੌਰ 'ਤੇ ਸ਼ਾਇਦ ਮੇਰੇ ਮਨ 'ਚ ਉਦੋਂ ਇਹ ਗੱਲਾਂ ਸੀਗੀਆਂ, ਮੈਂ ਇੱਕ ਫੇਕ ਨਾਮ ਨਾਲ ਉਹ ਕਹਾਣੀ ਭੇਜੀ ਸੀ। ਅੱਛਾ ਜੀ। ਇਸ ਨਾਮ ਨਾਲ ਨਹੀਂ ਸੀ ਭੇਜੀ, ਅਤੇ ਸ਼ਾਇਦ ਪ੍ਰੇਮ ਪ੍ਰਕਾਸ਼ ਹੋਰਾਂ ਨੂੰ ਪਤਾ ਲੱਗ ਗਿਆ ਵੀ ਇਹ ਨਾਮ ਜਿਹੜਾ ਆ ਉਹ ਸਹੀ ਨਹੀਂ ਭੇਜਿਆ, ਜਾਂ ਕਿਉਂਕਿ ਉਹਨਾਂ ਦਾ ਐਕਸਪੀਰੀਅੰਸ ਹੋਏਗਾ ਵੀ ਔਰਤਾਂ ਜਦੋਂ ਵੀ ਲਿਖਦੀਆਂ ਆ ਅਤੇ ਕਿਸੇ ਸੁਸਾਇਟੀ ਦਾ ਪ੍ਰੈਸ਼ਰ ਜਾਂ ਫੈਮਿਲੀ ਦਾ ਪ੍ਰੈਸ਼ਰ ਕਹਿ ਲਓ, ਹੈ ਨਾ, ਵੀ ਕਹਿ ਲਓ ਕਿ ਨਾ ਫੇਕ। ਮੈਨੂੰ ਕਹਿੰਦੇ ਤੇਰਾ ਇਹ ਅਸਲੀ ਨਾਂ ਆ? ਹਾਂਜੀ। ਮੈਂ ਹੱਸ ਪਈ, ਕਹਿੰਦੇ ਮੈਨੂੰ ਤੇਰਾ ਅਸਲੀ ਨਾਂ ਨਹੀਂ ਲੱਗਦਾ, ਤੂੰ ਅਸਲੀ ਨਾਂ ਨਾਲ ਹੀ ਆਪਣਾ ਭੇਜ ਕਹਾਣੀ, ਹੈ ਨਾ, ਤੇਰੀ ਕਹਾਣੀ ਵਧੀਆ ਆ ਅਤੇ ਮੈਂ ਛਾਪੂੰਗਾ। ਫਿਰ ਮੈਂ ਉਹਨਾਂ ਨੂੰ ਆਪਣਾ ਅਸਲੀ ਨਾਮ ਦੇ ਨਾਲ ਕਹਾਣੀ ਭੇਜੀ, ਛਾਪੀ, ਅਤੇ ਉਸ ਤੋਂ ਬਾਅਦ ਅਗਲੇ ਅੰਕ ਦੇ ਵਿੱਚ ਉਸ ਕਹਾਣੀ ਦੇ ਜਿਹੜੇ ਪ੍ਰਤੀਕਰਮ ਆਏ ਸੀਗੇ, ਕਾਫੀ ਸਾਰੀਆਂ ਚਿੱਠੀਆਂ ਉਹਨਾਂ ਨੇ ਫਿਰ ਛਾਪੀਆਂ। ਉਹ ਸ਼ੀਸ਼ੇ ਵਿਚਲਾ ਆਦਮੀ ਜਿਹੜੀ ਕਹਾਣੀ ਸੀਗੀ ਉਹ ਪਤੀ ਪਤਨੀ ਦੀ ਕਹਾਣੀ ਸੀਗੀ ਇੱਕ ਕਿਸਮ ਦੀ, ਅਤੇ ਪਤੀ ਦੇ ਜਿਹੜੇ ਵਿਆਹ ਤੋਂ ਬਾਹਰੇ ਸੰਬੰਧ ਹੁੰਦੇ ਆ ਅਤੇ ਉਹਨਾਂ 'ਤੇ ਬੇਸਡ ਸੀਗੀ ਉਹ ਕਹਾਣੀ, ਕਿ ਜਦੋਂ ਉਹ ਹੋਰ ਔਰਤ ਦੇ ਨਾਲ ਆਪਣਾ ਟਾਈਮ ਸਪੈਂਡ ਕਰਦਾ ਆ, ਪਰ ਜਦੋਂ
ਕੁਝ ਖਾਸ ਜਿਹੜੇ ਪਲ ਹੁੰਦੇ ਆ ਉਹਨਾਂ ਦੇ ਵਿੱਚ ਉਹਨੂੰ ਉਹ ਗੱਲਾਂ ਯਾਦ ਆਉਂਦੀਆਂ ਆ ਕਿ ਜਿਹੜੀਆਂ ਬਹਾਨੇ ਲਾ ਕੇ ਮੈਂ ਘਰ ਤੋਂ ਬਾਹਰ ਨਿਕਲਿਆ ਆ, ਜਿਹੜੇ ਬਹਾਨੇ ਲਾ ਕੇ ਮੈਂ ਇੱਥੇ ਇਹ ਪਲਾਂ ਨੂੰ ਮਾਣ ਰਿਹਾ ਆ ਵੀ ਜੇ ਕਦੀ ਮੇਰੀ ਵਾਈਫ ਇਹਨਾਂ ਪਲਾਂ ਨੂੰ ਮਾਣੇ ਤਾਂ ਮੈਂ ਉਹ ਕੀ ਮਹਿਸੂਸ ਕਰੂੰਗਾ। ਉਹ ਸ਼ੀਸ਼ੇ ਦੇ ਵਿੱਚ ਉਹ ਸ਼ਕਲ ਦਿਖਦੀ ਆ ਉਹਨੂੰ ਆਪਣੀ, ਤੇ ਉਹਨੂੰ ਇਹ ਗੱਲਾਂ ਯਾਦ ਆਉਂਦੀਆਂ ਆ, ਤੇ ਉਹ ਉੱਥੋਂ ਫਿਰ ਉਵੇਂ ਹੀ ਪਰਤ ਆਉਂਦਾ ਆ। ਉਹਨੂੰ ਇਹ ਗੱਲ ਬਰਦਾਸ਼ਤ ਤੋਂ ਬਾਹਰ ਹੋ ਜਾਂਦੀ ਆ ਕਿ ਉਹਨੂੰ ਉਹ ਸੋਚਣਾ ਵੀ ਨਹੀਂ ਚਾਹੁੰਦਾ ਕਿ ਮੇਰੀ ਪਤਨੀ ਜਿਹੜੀ ਆ ਵੀ ਉਹ ਕਦੀ ਇਹੋ ਜਿਹੇ ਪਲਾਂ ਨੂੰ ਮਾਣੇ। ਤੇ ਉਹਨੂੰ ਉਸ ਵੇਲੇ ਫਿਰ ਉਹਨੂੰ ਸਮਝ ਲਓ ਕਿ ਇੱਕ ਕਿਸਮ ਦਾ ਸ਼ੀਸ਼ਾ ਖੁਦ ਬਖੁਦ ਨਜ਼ਰ ਆਉਂਦਾ ਆ ਆਪਣਾ, ਵੀ ਮੈਨੂੰ ਇਹ ਚੀਜ਼ਾਂ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ। ਬਹੁਤ ਸਾਰੇ ਲੋਕਾਂ ਨੇ ਇਹ ਵੀ ਕਿਹਾ ਕਿ ਇੱਦਾਂ ਹੁੰਦਾ ਨਹੀਂ ਹੈ, ਬੰਦੇ ਜਦੋਂ ਇੱਦਾਂ ਦੇ ਮੋਮੈਂਟਸ 'ਚ ਪਹੁੰਚੇ ਹੋਣ ਤਾਂ ਉਹ ਨਹੀਂ ਵਾਪਸ ਪਰਤਦੇ ਹੈਗੇ। ਪਰ ਇਹ ਸੋਚ ਹੁੰਦੀ ਹੈ ਆਪੋ ਆਪਣੀ, ਹਰ ਬੰਦਾ, ਹਰ ਰਾਈਟਰ ਦੀ ਵੱਖਰੀ ਆਈਡੀਓਲੋਜੀ ਹੈ, ਵੱਖਰੀ ਸੋਚ ਹੈ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਆਪਾਂ ਕਹਿੰਦੇ ਆ ਕਿ ਉਹ ਨਹੀਂ ਹੁੰਦੀਆਂ, ਪਰ ਜੇ ਅਸੀਂ ਉਹਨਾਂ ਬਾਰੇ ਸੋਚਦੇ ਹਾਂ ਤਾਂ ਉਹ ਹੁੰਦੀਆਂ ਵੀ ਆ। ਲਿਟਰੇਚਰ ਦਾ ਮੁੱਖ ਕੰਮ ਹੀ ਇਹ ਹੈਗਾ ਆ ਕਿ ਜ਼ਿੰਦਗੀ ਕਿਸ ਤਰ੍ਹਾਂ ਦੀ ਆ, ਜਾਂ ਫਿਰ ਉਹਨੂੰ ਲੈ ਕੇ ਆਉਂਦੇ ਹਾਂ ਅਸੀਂ ਅੱਗੇ ਆਪਣੀਆਂ ਰਚਨਾ 'ਚ, ਜਾਂ ਫਿਰ ਜ਼ਿੰਦਗੀ ਕਿੱਦਾਂ ਦੀ ਹੋਣੀ ਚਾਹੀਦੀ ਹੈ, ਕਿਹੋ ਜਿਹੀ ਹੋਣੀ ਚਾਹੀਦੀ ਹੈ, ਜਿਉਣਯੋਗ ਹੋਵੇ, ਵਧੀਆ ਤਰੀਕੇ ਨਾਲ ਅਸੀਂ ਇਸ ਸੰਸਾਰ ਦੇ ਉੱਤੇ ਰਹੀਏ, ਸੁਸਾਇਟੀ 'ਚ ਰਹੀਏ, ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਤਾਂ ਉਹ ਕਹਾਣੀ ਇਸ ਤਰ੍ਹਾਂ ਦੀ ਸੀਗੀ ਕਿ ਉਹ ਬੰਦਾ ਜਿਹੜਾ ਵਾਪਸ ਘਰ ਪਰਤ ਆਉਂਦਾ ਆ। ਤੁਸੀਂ ਤ੍ਰਿਪਤਾ ਕੇ ਸਿੰਘ ਲਿਖਦੇ ਹੋ ਆਪਣੇ ਨਾਂ ਨਾਲ, ਹੈ ਨਾ? ਮਤਲਬ ਜਿਵੇਂ ਪ੍ਰਵੇਸ਼ ਭੈਣ ਕਹਿੰਦੇ ਹੁੰਦੇ ਕਿ ਮੇਰੇ ਨਾਂ ਤੋਂ ਲੋਕਾਂ ਨੂੰ ਭੁਲੇਖਾ ਪੈਂਦਾ ਹੁੰਦਾ ਕਿ ਮੈਂ ਕੋਈ ਬੰਦਾ, ਤੇ ਤੁਹਾਨੂੰ ਵੀ ਲੋਕ ਏਦਾਂ ਕਹਿੰਦੇ ਨੇ? ਹਾਂ ਬਿਲਕੁਲ। ਸ਼ੁਰੂ 'ਚ, ਹੁਣ ਤਾਂ ਖੈਰ ਸਭ ਨੂੰ ਪਤਾ ਲੱਗ ਗਿਆ ਕਿ ਤ੍ਰਿਪਤਾ ਕੇ ਸਿੰਘ ਔਰਤ ਆ। ਜਦੋਂ ਮੈਂ ਸ਼ੁਰੂ 'ਚ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ, ਸਿਰਜਣਾ 'ਚ ਮੇਰੀਆਂ ਬੈਕ ਟੂ ਬੈਕ ਕਹਾਣੀਆਂ ਕਾਫੀ ਸਾਰੀਆਂ ਮੇਰੀਆਂ ਛਪੀਆਂ, ਨੋਟ ਲਗਾ ਕੇ ਉਹਨਾਂ ਨੇ, ਸੰਪਾਦਕ ਰਘਬੀਰ ਸਿੰਘ ਸਿਰਜਣਾ ਉਹਨਾਂ ਨੇ ਛਾਪੀਆਂ। ਤੇ ਉਦੋਂ ਮੈਨੂੰ ਬਹੁਤ ਸਾਰੇ ਲੋਕਾਂ ਨੂੰ ਨਹੀਂ ਸੀ ਪਤਾ ਲੱਗਦਾ ਹੁੰਦਾ ਕਿ ਮੇਰੇ ਪਿੱਛੇ ਸਿੰਘ ਲੱਗਾ ਹੋਇਆ, ਤੇ ਉਹਨਾਂ ਨੂੰ ਲੱਗਦਾ ਹੈ ਕਿ ਤ੍ਰਿਪਤਾ ਕੇ ਸਿੰਘ ਕੋਈ ਬੰਦਾ ਆ। ਹਾਂਜੀ। ਕਈ ਵਾਰੀ ਬਹੁਤ ਸਾਰੀਆਂ ਇੱਦਾਂ ਦੀਆਂ ਹਾਸੇ ਵਾਲੀਆਂ ਗੱਲਾਂ ਵੀ ਹੋਈਆਂ ਵੀ ਤ੍ਰਿਪਤਾ ਕੇ ਸਿੰਘ ਬਹੁਤ ਸੋਹਣੀ ਕਹਾਣੀ ਲਿਖਦਾ ਆ, ਇੱਦਾਂ ਦੀਆਂ ਗੱਲਾਂ ਹੋਈਆਂ। ਪਰ ਉਹ ਹੌਲੀ ਹੌਲੀ ਸਭ ਨੂੰ ਪਤਾ ਲੱਗ ਗਿਆ। ਹਾਂਜੀ, ਕੇ ਸਿੰਘ ਜਿਹੜਾ ਮੇਰੇ ਨਾਮ ਨਾਲ ਜੁੜਿਆ ਹੋਇਆ, ਮੇਰੇ ਹਸਬੈਂਡ ਦਾ ਨਾਮ ਹੈ, ਕੁਲਵੰਤ ਸਿੰਘ ਉਹਨਾਂ ਦਾ ਨਾਮ ਹੈ। ਤੇ ਫਿਰ ਮੈਂ ਆਪਣਾ ਨਾਮ ਸ਼ੁਰੂ ਪਹਿਲੀ ਕਹਾਣੀ ਤੋਂ ਹੀ ਇਹ ਫਿਰ ਤ੍ਰਿਪਤਾ ਕੇ ਸਿੰਘ ਪੈਨ ਨੇਮ ਮੇਰਾ ਮੈਂ ਆਪਣਾ ਰੱਖ ਲਿਆ, ਤੇ ਮੈਨੂੰ ਚੰਗਾ ਲੱਗਦਾ। ਹਾਂਜੀ, ਜਿਵੇਂ ਹੁਣ ਤ੍ਰਿਪਤਾ ਤੁਹਾਡੇ ਨਾਂ ਤੋਂ ਹੀ ਗੱਲ ਤੁਰੀ ਆ, ਹੈ ਨਾ ਜੀ। ਮੈਨੂੰ ਬੜੀ ਇੱਛਾ ਹੁੰਦੀ ਹੈ ਕਿ ਲੇਖਕ ਨਾ ਜਦੋਂ ਇੰਟਰਵਿਊ 'ਚ ਬੈਠਦੇ ਨੇ, ਹੈ ਨਾ, ਤਾਂ ਉਹ ਸਿਰਫ ਲੇਖਕ ਬਣ ਕੇ ਨਾ ਬੈਠਣ। ਮਤਲਬ ਇੱਕ ਆਮ, ਜਿਵੇਂ ਮੈਂ ਜੋ ਮਹਿਸੂਸ ਕਰਦੀ ਹਾਂ, ਜਾਂ ਜੋ ਇੱਕ ਬੰਦਾ ਲੇਖਕ ਤੋਂ ਪਾਰ ਹੋਣਾ ਮਹਿਸੂਸ ਕਰਦਾ ਨਾ, ਵੀ ਉਹਦੇ ਬਾਰੇ ਵੀ ਗੱਲਬਾਤ ਕਰਨ। ਤੇ ਤੁਸੀਂ ਕਿਵੇਂ ਦਿਓ ਅਸਲ 'ਚ? ਜੇ ਮੈਂ ਮਤਲਬ ਤੁਹਾਡੇ ਨਾਲੋਂ ਲੇਖਕ ਹਟਾ ਕੇ ਡਿਸਕ੍ਰਾਈਬ ਕਰਨਾ ਹੋਵੇ ਤਾਂ ਅਸਲ 'ਚ ਤੁਸੀਂ ਕੀ ਹੋ? ਆ ਬਹੁਤ ਸੋਹਣਾ ਸਵਾਲ ਆ। ਅਕਸਰ ਹੀ ਮੈਂ ਨਾ ਉਹ ਲੇਖਕਾਂ ਵਾਲੀਆਂ ਹੀ ਇੰਟਰਵਿਊਜ਼ ਕਰਦੀ ਹਾਂ, ਸੁਣਦੀ ਵੀ ਹਾਂ, ਤੇ ਉਹ ਕਿਤਾਬਾਂ 'ਤੇ ਜਾਂ ਤਾਂ ਗੱਲਾਂ ਹੁੰਦੀਆਂ ਜਾਂ ਉਹਨਾਂ ਦੀਆਂ ਰਚਨਾ 'ਤੇ ਗੱਲਾਂ ਹੁੰਦੀਆਂ। ਇਹ ਬਹੁਤ ਖੂਬਸੂਰਤ ਗੱਲ ਹੈ ਕਿ ਲੇਖਕ ਨੂੰ ਅਸਲ ਦੇ ਵਿੱਚ ਉਹ ਲਾਈਫ ਆਪਣੀ ਕਿੱਦਾਂ, ਮਤਲਬ ਰੂਟੀਨ ਦੇ ਵਿੱਚ ਉਹ ਕੀ ਕੁਛ ਕਰਦਾ ਆ। ਤੇ ਜੇ ਮੈਨੂੰ ਚੰਗਾ ਲੱਗੂਗਾ ਜੇ ਵੀ ਇਹ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂ। ਮੈਂ ਕਿੱਦਾਂ ਦੀ ਹਾਂ, ਜੇ ਮੈਂ ਰੂਟੀਨ 'ਚ ਕਿੱਦਾਂ ਰਹਿੰਦੀ ਹਾਂ, ਘਰ 'ਚ ਕਿੱਦਾਂ ਰਹਿੰਦੀ, ਘਰੋਂ ਬਾਹਰ ਕਿੱਦਾਂ ਰਹਿੰਦੀ ਹਾਂ। ਚਲੋ ਦਫ਼ਤਰ 'ਚ ਜਿਹੜਾ ਕੰਮ ਕਰਨਾ, ਜਿਹੜਾ ਸੌਂਪਿਆ ਗਿਆ ਹੁੰਦਾ, ਮੈਂ ਬਹੁਤ ਤਨਦੇਹੀ ਨਾਲ ਕੰਮ ਕਰਦੀ ਹਾਂ। ਕਦੀ ਵੀ ਮੌਕਾ ਨਹੀਂ ਦਿੰਦੀ ਵੀ ਕੋਈ ਇਸ ਤਰ੍ਹਾਂ ਦਾ ਕਿ ਮੈਨੂੰ ਕੋਈ ਕਵੇ ਕਿ ਤੁਹਾਡਾ ਕੰਮ ਨਹੀਂ ਹੋਇਆ ਹੈਗਾ। ਸਮੇਂ ਤੋਂ ਪਹਿਲਾਂ ਕਰ ਦੇਣਾ, ਸਮੇਂ ਸਿਰ ਜਾਣਾ, ਸਮੇਂ ਸਿਰ ਆਉਣਾ, ਉਹ ਮੇਰੀ ਜਿਹੜੀ ਹੈਗੀ ਹੈ ਡਿਊਟੀ ਦੀ ਹੈਗੀ ਹੈ ਲਾਈਫ। ਉਸ ਤੋਂ ਬਾਅਦ ਜਿਹੜਾ ਮੇਰੇ ਕੋਲ ਸਮਾਂ ਬਚਦਾ ਹੈ ਨਾ, ਮੈਂ ਬਹੁਤ ਹੀ, ਭਾਵੇਂ ਮੇਰੀ ਉਮਰ ਕਿੰਨੀ ਹੋ ਗਈ ਹੈ, ਪਰ ਅਸੀਂ ਬਹੁਤ ਛੋਟੀਆਂ ਗੱਲਾਂ ਜਿਹੜੀਆਂ ਮੇਰੀ ਲਾਈਫ 'ਚ ਬੀਤਦੀਆਂ ਆ, ਮੈਂ ਉਹ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ ਚਾਹੂੰਗੀ। ਮੈਨੂੰ ਇੱਕ ਮੈਂ ਤੁਹਾਨੂੰ ਉੱਦਾਂ ਦੱਸ ਦੇਵਾਂ ਕਿ ਮੈਨੂੰ ਕੋਈ ਇਸ ਤਰ੍ਹਾਂ ਦਾ ਸ਼ੌਕ ਨਹੀਂ ਹੈ ਕਿ ਮੈਂ ਬਹੁਤ ਸਾਰੇ ਗਹਿਣੇ ਖਰੀਦ ਲਵਾਂ ਜਾਂ ਬਹੁਤ ਸਾਰੇ ਕੱਪੜੇ ਖਰੀਦ ਲਵਾਂ। ਮੈਂ ਇਸ ਤਰ੍ਹਾਂ ਦਾ ਨਹੀਂ ਹੈ। ਮੇਰੇ ਰੂਟੀਨ ਜਿਹੜੀ ਲਾਈਫ ਹੈ ਕਿ ਹਰ ਮਹੀਨੇ ਸੂਟ ਨਵਾਂ ਚਾਹੀਦਾ ਹੈ ਜਾਂ ਗਹਿਣੇ ਚਾਹੀਦੇ ਆ। ਮੇਰੀ ਇੰਨੀ ਲਾਈਫ ਹੋ ਗਈ ਆ, ਅਤੇ ਮੇਰੀਆਂ ਸਾਰੀਆਂ ਸਹੇਲੀਆਂ ਕਹਿਣਗੀਆਂ ਤੇਰੀ ਇੰਨੀ ਤਨਖਾਹ ਆ, ਤੂੰ ਕਦੀ ਉਹ ਪਾਉਂਦੀ ਤਾਂ ਹੈ ਨਹੀਂ, ਹੈ ਨਾ, ਗਹਿਣੇ ਗੁਣੇ। ਮੈਂ ਕਿਹਾ ਮੈਨੂੰ ਨਹੀਂ ਸ਼ੌਕ ਹੈ, ਮੈਨੂੰ ਪਸੰਦ ਨਹੀਂ ਹੈ। ਇਹ ਨਹੀਂ ਹੈਗਾ ਕਿ ਮੈਂ ਖਰੀਦ ਨਹੀਂ ਸਕਦੀ, ਪਰ ਮੈਨੂੰ ਉਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ। ਹਾਂ, ਜੇ ਮੈਂ ਕਦੀ ਕਿਤਾਬਾਂ ਖਰੀਦਣ ਜਾਵਾਂ, ਮੈਂ 5000 ਦੀਆਂ ਵੀ ਖਰੀਦ ਸਕਦੀ ਹਾਂ, 10,000 ਦੀਆਂ ਵੀ ਖਰੀਦ ਸਕਦੀ ਹਾਂ, ਉਹ ਮੈਨੂੰ ਖੁਸ਼ੀ ਦਿੰਦੀਆਂ। ਜੇ ਉੱਦਾਂ ਗੱਲ ਕੀਤੀ ਜਾਵੇ ਕਿ ਮੈਨੂੰ ਕੀ ਚੰਗਾ ਲੱਗਦਾ ਆ, ਮੈਨੂੰ ਇਕੱਲੇ ਜਾ ਕੇ
ਜਿੱਦਾਂ ਸਾਡੇ ਹੁਸ਼ਿਆਰਪੁਰ ਸ਼ਹਿਰ ਬਹੁਤ ਖੂਬਸੂਰਤ ਆ ਨਾ, ਤੁਸੀਂ ਇੱਧਰ ਨੂੰ ਚਲੇ ਜਾਓਗੇ ਤਾਂ ਵੀ ਤੁਹਾਨੂੰ 10 ਕੁ ਕਿਲੋਮੀਟਰ ਬਾਅਦ ਪਹਾੜ ਨਜ਼ਰ ਆ ਜਾਣਗੇ, ਤੁਸੀਂ ਇੱਧਰ ਨੂੰ ਚਲੇ ਜਾਓਗੇ ਤਾਂ ਵੀ ਉਹ ਇਕੱਲੇ ਜਾ ਕੇ ਬੂਟੇ ਦੇਖਣੇ, ਆਲਾ ਦੁਆਲਾ ਦੇਖਣਾ, ਪਹਾੜ ਦੇਖਣੇ, ਪੰਛੀ ਦੇਖਣੇ, ਇਕੱਲਿਆਂ ਨੇ ਜਾ ਕੇ ਰੋਡ ਸਾਈਡ ਤੇ ਚਲੇ ਜਾਣਾ, ਰੋਡ ਸਾਈਡ ਤੇ ਬਣੇ ਖੋਖਿਆਂ ਤੋਂ ਚਾਹ ਪੀਣੀ, ਉਹ ਛੋਟੇ ਛੋਟੇ ਗੱਡੀ ਖੜੀ ਕਰਕੇ ਤੇ ਉੱਥੇ ਜਾ ਕੇ ਉਹਨਾਂ ਦੇ ਨਾਲ ਹਾਸੇ ਠੱਠੇ ਜੇ ਕਰਕੇ ਫਿਰ ਘਰ ਨੂੰ ਮੁੜ ਆਉਣਾ। ਮਤਲਬ ਬਿਨਾ ਕੋਈ ਕੰਮ ਤੋਂ, ਇਹ ਨਹੀਂ ਕਿ ਕਿਸੇ ਕੰਮ ਲਈ ਉੱਥੇ ਜਾਣਾ ਆ, ਸਿਰਫ ਆਪਣੇ ਮਨ ਦੇ ਸਕੂਨ ਲਈ ਜਾਣਾ ਆ, ਆਪਣੀ ਕਿਸੇ ਫਰੈਂਡ ਦੇ ਨਾਲ ਜਾਣਾ। ਮੈਂ ਤੇ ਇੱਕ ਮੇਰੀ ਫਰੈਂਡ ਹੈਗੇ ਆ, ਅਸੀਂ ਅਕਸਰ ਹੀ ਨਿਕਲ ਜਾਂਦੇ ਆ ਇੱਦਾਂ ਹੀ ਰਾਹਾਂ ਤੇ। ਫਿਰ ਚੋ, ਸਾਡੇ ਇੱਧਰ ਚੋ ਬਹੁਤ ਆ, ਚੋ ਦੀ ਰੇਤਾ ਤੇ ਨੰਗੇ ਪੈਰੀ ਅਸੀਂ ਤੁਰਦੇ ਆ, ਉਹ ਸਾਨੂੰ ਚੰਗਾ ਲੱਗਦਾ। ਚੋ ਦੇ ਰੇਤੇ ਦੇ ਉੱਤੇ ਨਾ ਜੁੱਤੀਆਂ ਹੱਥ 'ਚ ਫੜ ਕੇ, ਕਿਸੇ ਦੀ ਕੋਈ ਪਰਵਾਹ ਨਹੀਂ ਕਿ ਕੋਈ ਕੀ ਕਹੂਗਾ ਕੀ ਨਹੀਂ ਕਹੂਗਾ, ਉਹ ਉੱਥੇ ਤੁਰਨਾ, ਤੁਰ ਕੇ ਮਤਲਬ ਬੂਟੇ ਦੇਖਣੇ, ਹੈ ਨਾ, ਪਹਾੜਾਂ ਦੇ ਵਿੱਚ ਜਾ ਕੇ ਅਲੱਗ ਤਰ੍ਹਾਂ ਦੀ ਬਨਸਪਤੀ ਹੁੰਦੀ ਉੱਥੇ ਸਾਡੇ ਰੂਟੀਨ ਨਾਲੋਂ ਹਟ ਕੇ। ਉਹ ਗੱਲਾਂ ਜਿਹੀਆਂ ਕਰਦੇ ਨਾ, ਐਵੇਂ ਉੱਚੀ ਉੱਚੀ ਹੱਸੀ ਜਾਣਾ। ਤੇ ਉਹ ਇੱਕ ਵਾਰੀ ਅਸੀਂ ਗਏ ਤੇ ਉੱਥੇ ਸੁੰਨਮਸਾਨ ਦੀ ਜਗ੍ਹਾ ਸੀ, ਮੈਂ ਤੇ ਮੇਰੀ ਸਹੇਲੀ ਅਸੀਂ ਨੰਗੇ ਪੈਰੀ ਨਾ ਜੁੱਤੀਆਂ ਹੱਥ 'ਚ ਫੜੀਆਂ ਆ, ਤੇ ਉਹ ਕੋਈ ਹੋਰ ਜਾ ਰਿਹਾ ਬੰਦਿਆਂ ਦੀ ਗੱਡੀ, ਉਹਨਾਂ ਨੇ ਖੜੇ ਕਰਕੇ ਦੇਖਿਆ ਵੀ ਦੋ ਤੀਵੀਆਂ, ਹੈ ਨਾ, ਵੀ ਕਾਹਦੇ ਵਾਸਤੇ ਇੱਥੇ ਫਿਰਦੀਆਂ ਪਈਆਂ। ਅੱਛਾ, ਇਹ ਬੜੀ ਫੈਂਟੈਸਟਿਕ ਜੀ ਗੱਲ ਹੈ, ਪਤਾ ਨਹੀਂ ਮੈਨੂੰ ਕਰਨੀ ਚਾਹੀਦੀ ਕਿ ਨਹੀਂ, ਪਰ ਮੈਂ ਕਰਨੀ ਚਾਹੁੰਦੀ ਹਾਂ। ਤੇ ਉਹਨਾਂ ਨੂੰ ਲੱਗਾ ਕਿ ਅੱਛਾ ਕਾਰ ਇਹਨਾਂ ਦੀ ਖੜੀ ਆ ਤੇ ਇਹ ਇੱਥੇ ਫਿਰਦੀਆਂ, ਕਿਉਂ ਫਿਰਦੀਆਂ। ਵੀ ਆਮ ਤੌਰ 'ਤੇ ਸਾਡੇ ਸਮਾਜ ਦੇ ਵਿੱਚ ਜਿਵੇਂ ਇਕੱਲੀਆਂ ਔਰਤਾਂ ਜਾਂ ਸੁੰਨਸਾਨ ਜਗ੍ਹਾ 'ਤੇ ਹੋਣ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਵਧੀਆ ਨਹੀਂ ਸਮਝਿਆ ਜਾਂਦਾ ਨਾ, ਪਰ ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ ਨਾ। ਤੇ ਉਹਨਾਂ ਨੇ ਗੱਡੀ ਸਾਡੇ ਕੋਲ ਰੋਕ ਲਈ ਆ ਕੇ, ਤੇ ਅੱਛਾ ਜੀ ਮੈਡਮ ਤੁਸੀਂ ਕੀ ਕਰਦੇ ਹੋ, ਇਹ ਵੋ, ਨਾ। ਮੈਂ ਤੇ ਬਹਾਨੇ ਜੇ ਨਾਲ ਫੋਨ ਕੰਨ ਨੂੰ ਲਾ ਕੇ ਥੋੜਾ ਪਾਸੇ ਨੂੰ ਹੋ ਗਈ, ਤੇ ਮੇਰੀ ਸਹੇਲੀ ਉਹਨਾਂ ਨੂੰ ਹੈਂਡਲ ਕਰਨ ਲੱਗ ਪਈ। ਹਾਂਜੀ, ਉਹ ਬੜੇ ਉਹਨੇ ਜਵਾਬ ਦਿੱਤੇ ਤੇ ਫਿਰ ਉਹ ਚਲੇ ਗਏ ਨਾ। ਮੈਨੂੰ ਕਹਿੰਦੀ ਤੂੰ ਬੜੀ ਚਲਾਕ ਨਿਕਲੀ ਕਿ ਤੂੰ ਫੋਨ ਲੈ ਕੇ ਪਰੇ ਨੂੰ ਚਲ ਗਈ, ਤੇ ਇਹਨਾਂ ਨਾਲ ਮੈਂ ਨਜਿੱਠਿਆ ਫਿਰ ਇਕੱਲੀ ਨੇ। ਤੇ ਮੈਂ ਕਿਹਾ ਤੂੰ ਜ਼ਿਆਦਾ ਬਹਾਦਰ ਹੈ ਨਾ। ਅੱਛਾ, ਫਿਰ ਉਹ ਚਲੇ ਗਏ। ਮਤਲਬ ਇੱਦਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਮੈਂ ਅਕਸਰ ਕਰਦੀ ਰਹਿੰਦੀ ਹਾਂ। ਮੈਨੂੰ ਇਕੱਲੇ ਡਰਾਈਵ ਕਰਨਾ, ਇਕੱਲੇ ਜਾ ਕੇ ਘੁੰਮ ਕੇ ਬਿਨਾਂ ਵਜ੍ਹਾ ਤੋਂ ਆਉਣਾ, ਰਸਤੇ ਦੇ ਵਿੱਚੋਂ ਕੋਈ ਛੋਟੀ ਜਿਹੀ ਰੇਹੜੀ ਤੋਂ ਚੀਜ਼ਾਂ ਲੈ ਕੇ ਖਾਣੀਆਂ, ਇਹ ਸਭ ਚੀਜ਼ਾਂ ਮੈਨੂੰ ਚੰਗੀਆਂ ਲੱਗਦੀਆਂ। ਇਹ ਮੈਂ ਅਕਸਰ ਕਰਦੀ ਹਾਂ ਟਿਲ ਡੇਟ ਤੱਕ ਵੀ, ਅੱਜ ਤੱਕ ਵੀ। ਮਤਲਬ ਇਹ ਨਹੀਂ ਕਿ ਹੁਣ ਮੈਨੂੰ ਉਮਰ ਹੋ ਗਈ ਤਾਂ ਮੈਂ ਛੱਡ ਦਿੱਤਾ ਆ। ਜਿੱਦਾਂ ਕਹਿ ਲਓ ਕਿ ਮੈਂ ਬਚਪਨ ਨੂੰ ਜਿਉਣੀ ਆ। ਜਿਹੜੀਆਂ ਚੀਜ਼ਾਂ ਮੈਂ ਬਚਪਨ 'ਚ ਨਹੀਂ ਕੀਤੀਆਂ, ਜਿਹੜੀਆਂ ਮੈਂ ਬਚਪਨ 'ਚ ਸ਼ਰਾਰਤਾਂ ਨਹੀਂ ਕੀਤੀਆਂ, ਮੈਂ ਨਹੀਂ ਕੀਤੀਆਂ, ਇਹ ਸੱਚੀ ਗੱਲ ਹੈ। ਮੈਂ ਬੋਲਦੀ ਨਹੀਂ ਸੀ ਹੁੰਦੀ, ਬਹੁਤ ਘੱਟ ਬੋਲਣ ਵਾਲੀ ਕੁੜੀ ਦੇ ਤੌਰ 'ਤੇ ਮੈਨੂੰ ਜਾਣਿਆ ਜਾਂਦਾ ਸੀਗਾ। ਪਰ ਉਹ ਸ਼ਾਇਦ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹ ਚੀਜ਼ਾਂ ਜਿਹੜੀਆਂ ਮੈਂ ਨਹੀਂ ਕਰ ਪਾਈ, ਮੈਂ ਹੁਣ ਕਰਦੀ ਹਾਂ। ਪਰ ਉਹ ਕਰਕੇ ਸਾਰਾ ਕੁਝ ਮੈਨੂੰ ਚੰਗਾ ਲੱਗਦਾ ਆ। ਤੇ ਉਹ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ, ਹੈ ਨਾ, ਕਰਨਾ। ਈਵਨ ਅਸੀਂ ਉਹ ਚੋ ਦੇ ਵਿੱਚੋਂ ਪੱਥਰ ਜੇ ਵੀ ਕਈ ਵਾਰੀ ਇਕੱਠੇ ਕਰਨ ਲੱਗ ਪੈਂਦੇ ਆ, ਨਿੱਕੇ ਨਿੱਕੇ ਜੇ, ਹੈ ਨਾ, ਮਤਲਬ ਜਦ ਕਿ ਉਹ ਸਾਡੇ ਕਿਸੇ ਕੰਮ ਨਹੀਂ ਆਉਣੇ ਹੁੰਦੇ। ਪਰ ਉਹ ਸਾਰਾ ਕੰਮ ਇੱਦਾਂ ਦੇ ਛੋਟੇ ਛੋਟੇ ਕਰਨੇ ਮੈਨੂੰ ਚੰਗੇ ਲੱਗਦੇ ਆ, ਮੈਂ ਇਹ ਕਰਦੀ ਹਾਂ। ਸ਼ਾਇਦ ਇਹ ਚੀਜ਼ਾਂ ਬਾਰੇ ਬਹੁਤਾ ਕਿਸੇ ਨੂੰ ਨਹੀਂ ਪਤਾ, ਜਾਂ ਕਈ ਵਾਰੀ ਹੁੰਦਾ ਹੈ ਕਿ ਲੇਖਕ ਆ ਬਹੁਤ ਗੰਭੀਰ ਹੋਏਗਾ, ਸੰਜੀਦਾ ਹੋਏਗਾ, ਪਰ ਸੰਜੀਦਗੀ ਵੀ ਹੈਗੀ ਆ, ਜਿੱਥੇ ਹੋਣੀ ਚਾਹੀਦੀ ਉੱਥੇ ਹੈਗੀ ਆ। ਪਰ ਜਦੋਂ ਅਸੀਂ ਬਿਲਕੁਲ ਮੈਂ ਆਪਣੇ ਨਾਲ ਹੁੰਦੀ ਹਾਂ, ਉਦੋਂ ਮੈਂ ਬਹੁਤ ਅਲੱਗ ਤਰ੍ਹਾਂ ਨਾਲ ਵਿਹਾਰ ਕਰਦੀ ਹਾਂ, ਅਲੱਗ ਵੱਖਰੇ ਤਰ੍ਹਾਂ ਨਾਲ ਚੀਜ਼ਾਂ ਲੈ ਕੇ। ਜਦੋਂ ਮੈਨੂੰ ਯਾਦ ਆ, ਇੱਕ ਵਾਰੀ ਮੈਂ ਆਪਣੀ ਸਹੇਲੀ ਦੇ ਨਾਲ ਕਿਤੇ ਗਈ ਤੇ ਸਾਡੇ ਕੋਲ ਪਰਸ ਦੇ ਵਿੱਚ ਸਿਰਫ 50 ਰੁਪਏ। ਅਸੀਂ ਉੱਥੇ 50 ਰੁਪਏ, ਉਹ ਕਹਿੰਦੀ ਪਰਸ, ਮੈਂ ਕਿਹਾ ਮੈਂ ਤਾਂ ਲੈ ਕੇ ਨਹੀਂ ਆਈ, ਹੈ ਨਾ, ਮੇਰੇ ਕੋਲ ਫੋਨ ਹੀ ਸੀਗਾ। ਕਹਿੰਦੀ ਮੇਰੇ ਪਰਸ ਵੀ 50 ਰੁਪਏ ਆ, ਆਪਾਂ ਕੀ ਕਰੀਏ ਹੁਣ ਇਹਨਾਂ 50 ਰੁਪਈਆਂ ਦਾ। ਤੇ ਅਸੀਂ ਆੜੂ ਲਏ, 50 ਰੁਪਏ ਦੇ ਆੜੂ ਲੈ ਕੇ, ਉੱਥੇ ਪਾਣੀ ਜਿਹਾ ਲੈ ਕੇ ਧੋ ਕੇ, ਉੱਥੇ ਇੱਕ ਖਾਲੀ ਜਿਹੇ ਪਲਾਟ 'ਚ ਬਹਿ ਕੇ ਤੇ ਅਸੀਂ ਆੜੂ ਖਾ ਕੇ ਫੋਟੋਆਂ ਖਿੱਚ ਕੇ ਘਰ ਨੂੰ ਆ ਗਏ। ਘਰ ਆ ਕੇ ਬੜਾ ਹੀ ਅਸੀਂ ਹੱਸੀਆਂ ਵੀ ਉੱਦਾਂ ਗਈਆਂ ਬੜੀਆਂ ਸੈਰਾਂ ਕਰਨ, ਤੇ ਜੇਬ 'ਚ ਇੱਕ ਧੇਲਾ ਵੀ ਨਹੀਂ। ਤੇ ਫਿਰ ਮੈਂ ਕਿਹਾ ਵੀ ਜੇਬ 'ਚ ਧੇਲੇ ਨਾਲ ਸੈਰ ਦੀ ਇੰਜੋਇਮੈਂਟ ਦਾ ਕੋਈ ਨਹੀਂ ਹੈਗਾ, ਕੋਈ ਫਰਕ ਨਹੀਂ ਪੈਂਦਾ। ਜਿਹੜੀ ਅਸੀਂ ਸੈਰ ਕਰਕੇ ਇੰਜੋਏ ਕਰਕੇ ਆਏ ਹਾਂ, ਉਹ ਅਨਮੋਲ ਹੈ, ਉਹਦਾ ਕੋਈ ਮੁੱਲ ਨਹੀਂ ਹੈ। ਪੈਸੇ ਹੋਣ ਚਾਹੇ ਨਾ ਹੋਣ, ਕੋਈ ਗੱਲ ਨਹੀਂ ਹੈ। ਮਤਲਬ ਇੱਦਾਂ ਚੱਲਦਾ ਆ, ਮਤਲਬ ਜ਼ਿੰਦਗੀ ਦੇ ਵਿੱਚ। ਮਤਲਬ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਇੰਜੋਏ ਕਰਨਾ ਮੈਨੂੰ ਚੰਗਾ ਲੱਗਦਾ ਆ, ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਨੂੰ। ਇੱਥੇ ਸਾਡੀ ਗਲੀ ਦੇ ਵਿੱਚ ਸਟ੍ਰੇ ਡੌਗ ਰਹਿੰਦੇ ਆ ਨਾ, ਉਹਨਾਂ ਦੇ ਨਾਲ ਕਿਟਨ ਆ ਛੋਟੇ ਛੋਟੇ। ਹਾਲਾਂਕਿ ਅਸੀਂ ਰੱਖੇ ਨਹੀਂ ਹੋਏ ਹੈਗੇ ਪੈਟ, ਪਰ ਉਹ ਜਦੋਂ ਆਉਂਦੇ ਆ ਉਹਨਾਂ ਨਾਲ ਖੇਡਣਾ ਮੈਨੂੰ ਚੰਗਾ ਲੱਗਦਾ ਆ। ਤੇ ਉਹ ਅੱਗੇ ਪਿੱਛੇ ਫਿਰਦੇ ਰਹਿੰਦੇ ਆ, ਤੇ ਉਹਨਾਂ ਨੂੰ ਕੁਛ ਨਾ ਕੁਛ ਪਾਉਂਦੇ ਰਹੀਦਾ ਆ। ਮਤਲਬ ਇੱਦਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਮੈਨੂੰ ਚੰਗੀਆਂ ਲੱਗਦੀਆਂ ਆ।
ਬੱਦਲ ਆ ਗਏ ਤਾਂ ਕੋਠੇ ਤੇ ਚੜ੍ਹ ਕੇ ਉਹਨਾਂ ਨੂੰ ਦੇਖਣਾ ਚੰਗਾ ਲੱਗਦਾ, ਫਟਾਫਟ ਜਾ ਕੇ ਉੱਪਰ ਦੇਖਣਾ ਵੀ ਹੁਣ ਮੌਸਮ ਕਿੱਦਾਂ ਦਾ ਆ, ਡੁੱਬਦਾ ਸੂਰਜ, ਚੜ੍ਹਦਾ ਸੂਰਜ, ਮਤਲਬ ਇਹੋ ਜਿਹੀਆਂ ਚੀਜ਼ਾਂ ਮੈਂ ਇੰਜੋਏ ਕਰਦੀ ਹਾਂ। ਹੈਗੇ ਤੁਸੀਂ ਕਹਾਣੀਕਾਰ ਹੋ ਪਰ ਆਦਤਾਂ ਸਾਰੀਆਂ ਸ਼ਾਇਰਾਂ ਵਾਲੀਆਂ ਨੇ। ਕਹਿ ਸਕਦੇ ਹਾਂ ਅੰਦਰੂਨੀ ਤੌਰ ਤੇ ਸ਼ਾਇਰ ਹੋਏ, ਲੇਖਕ ਹੋਏ ਜਾਂ ਕੋਈ ਵੀ ਵਾਰਤਾਕਾਰ ਹੋਏ, ਅੰਦਰੋਂ ਸੂਖਮ ਹੁੰਦਾ ਹੈ ਬੰਦਾ ਜਿਹੜਾ, ਉਹ ਸੂਖਮ ਚੀਜ਼ਾਂ ਜਿਹੜੀਆਂ ਉਹਦੀਆਂ ਜਲਦੀ ਪਕੜ 'ਚ ਆ ਜਾਂਦੀਆਂ ਆ। ਤੇ ਬਸ ਏਦਾਂ ਚੱਲਦੀ ਰਹਿੰਦੀ ਹੈ ਲਾਈਫ। ਜਦੋਂ ਇਹੋ ਜਿਹਾ ਕੋਈ ਵੀ ਦਿਨ ਲੰਘਾ ਕੇ ਆਉਂਦੇ ਹੋ ਤੁਸੀਂ ਹਨਾ, ਜਿਹੜਾ ਆਪਣੀ ਮਰਜ਼ੀ ਦਾ ਹੁੰਦਾ, ਤਾਂ ਆ ਕੇ ਕਿਵੇਂ ਮਹਿਸੂਸ ਹੁੰਦਾ, ਕਿਵੇਂ ਦਾ ਲੱਗਦਾ ਹੁੰਦਾ ਕਿ ਅੱਜ ਦਾ ਦਿਨ ਜਿਹੜਾ ਇੰਨਾ ਸੋਹਣਾ ਲੰਘਿਆ, ਉਹ ਤੋਂ ਬਾਅਦ ਮਨ ਕਿਵੇਂ ਮਹਿਸੂਸ ਕਰਦਾ ਹੁੰਦਾ ਸ਼ਾਮ ਨੂੰ? ਫਿਰ ਬਹੁਤ ਚੰਗਾ ਲੱਗਦਾ ਆ। ਇੱਕ ਤੁਹਾਨੂੰ ਹੋਰ ਗੱਲ ਦੱਸਦੀ ਆ, ਕਈ ਵਾਰੀ ਇਦਾਂ ਹੁੰਦਾ ਕਿ ਅਸੀਂ ਕਈ ਵਾਰੀ ਘਰ ਵੀ ਨਹੀਂ ਦੱਸ ਕੇ ਗਏ ਹੁੰਦੇ ਹੈਗੇ ਵੀ ਚੱਲੇ ਆ ਘੁੰਮਣ ਫਿਰਨ, ਤੇ ਇੱਕ ਥੋੜਾ ਜਿਹਾ ਡਰ ਹੁੰਦਾ ਹੈ ਕਿ ਲੇਟ ਹੋ ਗਏ ਆ, ਅੱਛਾ ਹੁਣ ਘਰ ਦੇ ਉਡੀਕਦੇ ਹੋਣਗੇ, ਹੁਣ ਘਰੇ ਝਿੜਕਾਂ ਪੈਣਗੀਆਂ ਵੀ ਅੱਛਾ ਇੰਨਾ ਟਾਈਮ ਲਾਤਾ, ਇੱਦਾਂ ਕਿੱਥੇ ਸੀ, ਇਹ ਸੀ ਉਹ ਸੀ। ਤੇ ਫਿਰ ਅਸੀਂ ਸੋਚੀਦਾ ਆ ਕਿ ਜਿਹੜਾ ਅਸੀਂ ਇੰਜੋਏ ਕਰਕੇ ਆਏ ਆ ਤੇ ਉਹ ਜਿਹੜੀਆਂ ਘਰੇ ਜਾ ਕੇ ਝਿੜਕਾਂ ਪੈਣੀਆਂ ਆ, ਉਹਦੇ ਨਾਲ ਉਹਨੂੰ ਅਸੀਂ ਕੰਪੇਅਰ ਕਰੀਏ ਤਾਂ ਫਿਰ ਵੀ ਸਾਨੂੰ ਲੱਗਦਾ ਹੁੰਦਾ ਕਿ ਨਹੀਂ, ਇਹ ਇੰਜੋਏਮੈਂਟ ਵਾਲਾ ਪਾਸਾ ਉੱਚਾ ਆ, ਉਹ ਜ਼ਿਆਦਾ ਵਧੀਆ ਆ। ਬਹੁਤ ਦਿਨਾਂ ਤੱਕ ਉਹ ਸਾਨੂੰ ਉਹ ਗੱਲਾਂ ਯਾਦ ਆਉਂਦੀਆਂ ਰਹਿੰਦੀਆਂ ਆ, ਚੰਗਾ ਲੱਗਦਾ ਆ। ਉਹ ਵਧੀਆ ਫੀਲ ਇੱਕ ਵਧੀਆ ਜੇ ਫੀਲ ਦੇ ਵਿੱਚ ਹੀ ਤੁਰੇ ਫਿਰਦੇ ਰਹੀਦਾ। ਫਿਰ 2-4 ਦਿਨ ਵਧੀਆ ਲੱਗਦਾ ਜਦੋਂ ਆਪਣਾ ਸਮਾਂ ਆਪਣੇ ਲਈ ਗੁਜ਼ਾਰਦੇ ਆ। ਉਹ ਜਿਹੜਾ ਸਮਾਂ ਹੁੰਦਾ ਹੈ ਕਿ ਜਿਹੜਾ ਸਿਰਫ ਉਹ ਸਾਡਾ ਹੁੰਦਾ ਹੈ, ਉਹਦੇ ਉੱਤੇ ਹੋਰ ਕਿਸੇ ਦਾ ਕੋਈ ਨਹੀਂ ਬੰਦਿਸ਼ ਨਹੀਂ ਹੁੰਦੀ, ਕੋਈ ਕੁਛ ਨਹੀਂ ਹੁੰਦਾ ਹੈਗਾ। ਝਿੜਕਾਂ ਤੋਂ ਮਤਲਬ ਇਹ ਨਹੀਂ ਹੈ ਕਿ ਘਰ 'ਚ ਕੋਈ ਬੰਦਿਸ਼ਾਂ ਹੈ ਜਾਂ ਕੁਛ ਆ, ਇੱਕ ਪਰਿਵਾਰਿਕ ਫਿਕਰ ਜਿਹੜਾ ਘਰਦਿਆਂ ਨੂੰ ਹੁੰਦਾ ਹੈ, ਉਹ ਫਿਕਰ ਹੁੰਦਾ ਹੈ ਕਿ ਇੰਨੀ ਦੇਰ ਦੇ ਗਏ ਆ, ਆਏ ਕਿਉਂ ਨਹੀਂ ਹੈਗੇ। ਉਹ ਚੀਜ਼ ਦੀ ਗੱਲ ਹੁੰਦੀ ਹੈ ਕਿ ਕਈ ਵਾਰੀ ਹੁੰਦਾ ਹੈ ਕਿ ਵੀ ਇੰਨੀ ਦੇਰ ਲਾਤੀ ਆ ਜਾਂ ਹਨੇਰਾ ਹੋਣ ਵਾਲਾ ਆ ਜਾਂ ਕੁਛ ਵੀ ਹੈ, ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ। ਅਤੇ ਅਦਰਵਾਈਜ਼ ਬਹੁਤ ਵਧੀਆ ਆ, ਬਹੁਤ ਵਧੀਆ ਲੱਗਦਾ। ਆਪਣੇ ਨਾਲ ਸਮਾਂ ਗੁਜ਼ਾਰਨਾ ਬਹੁਤ ਹੀ ਅੱਛਾ ਲੱਗਦਾ ਹੈ। ਜਿਵੇਂ ਤੁਹਾਡੇ ਇੱਕ ਪਾਠਕ ਨੇ ਰਮਨ ਹਨਾ, ਜੀ, ਉਹਨਾਂ ਨੇ ਪੁੱਛਿਆ ਸੀ ਵੀ ਤੁਹਾਨੂੰ ਇੱਕ ਸਵਾਲ ਪੁੱਛਿਆ ਜਾਵੇ ਕਿ ਉਹਨਾਂ ਨੂੰ ਤੁਹਾਡੀ ਕਹਾਣੀ ਇੱਕ ਦਿਨ ਬਹੁਤ ਪਸੰਦ ਆ ਜੀ। ਤੇ ਉਹ ਕਹਿੰਦੇ ਵੀ ਤੁਹਾਨੂੰ ਪੁੱਛਿਆ ਜਾਵੇ ਕਿ ਤੁਹਾਡੀ ਜ਼ਿੰਦਗੀ 'ਚ ਉਹ ਇੱਕ ਦਿਨ ਆਇਆ? ਮੈਨੂੰ ਤਾਂ ਲੱਗਦਾ ਮੇਰੀ ਜ਼ਿੰਦਗੀ 'ਚ ਕਾਫੀ ਸਾਰੇ ਦਿਨ ਆ, ਪਰ ਮੈਂ ਚਾਹੁੰਦੀ ਹਾਂ ਕਿ ਸਾਰਿਆਂ ਦੀ ਲਾਈਫ 'ਚ ਇੱਦਾਂ ਦੇ ਹੋਣ। ਇਹ ਬਹੁਤ ਹੀ ਚਲੋ, ਇਹ ਕਹਾਣੀ ਦੀ ਬਹੁਤ ਚਰਚਾ ਰਹੀ ਹੈ। ਰਮਨ ਹੋਰਾਂ ਦਾ ਸਵਾਲ ਵੀ ਜਿਹੜਾ ਹੈਗਾ ਉਹ ਬਹੁਤ ਵਾਜਿਬ ਹੈ। ਪਰ ਮੈਂ ਇਹ ਮਹਿਸੂਸ ਕਰਦੀ ਹਾਂ ਕਿ ਜਿਹੜਾ ਸਾਡੇ ਸਮਾਜ ਦੇ ਉੱਤੇ, ਔਰਤ ਦੇ ਉੱਤੇ ਇੱਕ ਫੈਮਿਲੀ ਦਾ, ਸੁਸਾਇਟੀ ਦਾ ਪ੍ਰੈਸ਼ਰ ਹੈ, ਕਿਸੇ ਹੱਦ ਤੱਕ ਮੇਰੇ 'ਤੇ ਵੀ ਹੈਗਾ ਆ, ਮੈਂ ਇਹਨੂੰ ਡਿਨਾਈ ਨਹੀਂ ਕਰੂੰਗੀ। ਪਰ ਉਹ ਹਾਲੇ ਜੇ ਆਪਾਂ ਕਹੀਏ ਕਿ ਜਿੱਦਾਂ ਦੀ ਉਹ ਦਿਨ ਲੋੜੀਂਦੀ ਆ, ਚਾਹੁੰਦੀ ਆ, ਜਿੱਦਾਂ ਦੀ ਉਹ ਸ਼ਾਲੂ ਜਿਹੜੀ ਚਾਹੁੰਦੀ ਆ, ਆਸ਼ੂ ਵੀ ਉੱਦਾਂ ਦਾ ਦਿਨ ਆਵੇ, ਸ਼ਾਇਦ ਅਜੇ ਨਹੀਂ ਆਇਆ। ਅਜੇ ਨਹੀਂ ਆਇਆ, ਆਏਗਾ। ਮੈਨੂੰ ਇਸ ਗੱਲ ਦੀ ਵੀ ਉਮੀਦ ਹੈ ਕਿ ਇਹ ਟਾਈਮ ਜ਼ਰੂਰ ਆਏਗਾ। ਜਿੱਦਾਂ ਉਹ ਸਬਰ ਸੰਤੋਖ ਦੇ ਨਾਲ ਆਪਣੇ ਘਰ ਦੇ ਵਿੱਚ ਵਿਚਰ ਰਹੀ ਹੈਗੀ ਆ, ਉਹ ਕੋਈ ਇੱਦਾਂ ਨਹੀਂ ਹੈਗੀ ਕਿ ਉਹ ਆਪਣੀਆਂ ਜਿਹੜੀਆਂ ਹੈਗੀਆਂ ਆ ਸਮਾਜਿਕ ਵਰਜਨਾਵਾਂ ਤਾਂ ਨਹੀਂ ਕਹਿ ਸਕਦੇ ਹੈਗੇ, ਪਰ ਉਹਨੂੰ ਉਲੰਘਣਾ ਵੀ ਨਹੀਂ ਚਾਹੁੰਦੀ ਹੈਗੀ। ਘਰ 'ਚ ਹੀ ਰਹਿਣਾ ਚਾਹੁੰਦੀ ਆ। ਘਰ ਉਹਦੇ ਲਈ ਇੰਪੋਰਟੈਂਟ ਆ, ਬੱਚੇ ਇੰਪੋਰਟੈਂਟ ਆ, ਰਿਸ਼ਤੇ ਇੰਪੋਰਟੈਂਟ ਆ, ਪਰ ਫਿਰ ਵੀ ਉਹ ਆਪਣੇ ਹਾਵ ਭਾਵ ਨਾਲ, ਆਪਣੀਆਂ ਗੱਲਾਂ ਦੇ ਨਾਲ, ਆਪਣੇ ਜਿਹੜੇ ਕੰਮ ਕਾਰ ਹੈਗੇ ਉਹਨਾਂ ਦੇ ਰਾਹੀਂ ਉਹ ਜਤਲਾਉਂਦੀ ਆ ਕਿ ਮੈਨੂੰ ਆਹ ਪਸੰਦ ਆ ਅਤੇ ਮੈਨੂੰ ਉਹ ਚੀਜ਼ਾਂ ਪਸੰਦ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਕਿ ਜਿਹੜੀ ਮੇਰੀ ਪਸੰਦ ਨਹੀਂ ਹੈਗੀਆਂ, ਜਾਂ ਦੂਸਰੇ ਦੀ ਪਸੰਦ, ਉਹਦੇ ਹਸਬੈਂਡ ਦੀਆਂ ਪਸੰਦ ਜਿਹੜੀ ਉਹਦੇ 'ਤੇ ਥੋਪੀ ਜਾ ਰਹੀ ਹੈਗੀ ਹੈ, ਉਹ ਆਪਣੇ ਵਜੂਦ ਦੀ ਤਲਾਸ਼ 'ਚ ਹੈ। ਅਤੇ ਮੈਨੂੰ ਲੱਗਦਾ ਹਰ ਔਰਤ ਜਿਹੜੀ ਹੈਗੀ ਆ ਇਸ ਸੰਸਾਰ ਦੀ, ਉਹ ਆਪਣੇ ਵਜੂਦ ਦੀ ਤਲਾਸ਼ 'ਚ ਹੈ ਅਜੇ ਤੱਕ ਵੀ। ਅਤੇ ਉਮੀਦ ਕਰਦੀ ਹਾਂ ਕਿ ਜ਼ਰੂਰ ਉਹਦੀ ਤਲਾਸ਼ ਪੂਰੀ ਹੋਏਗੀ। ਉਹ ਜਿਹੋ ਜਿਹਾ ਜਿਉਣਾ ਚਾਹੁੰਦੀ ਹੈ, ਜਿਹੋ ਜਿਹਾ ਚਾਹੁੰਦੀ ਹੈ ਕਿ ਉਹਦੀ ਲਾਈਫ ਹੋਵੇ, ਅਤੇ ਮੈਂ ਉਮੀਦ ਕਰਦੀ ਹਾਂ ਕਿ ਇੱਕ ਨਾ ਇੱਕ ਦਿਨ ਜ਼ਰੂਰ ਆਏਗਾ ਕਿ ਜਦੋਂ ਹਰ ਔਰਤ ਨੂੰ ਲੱਗੇਗਾ ਕਿ ਇਹ ਦਿਨ ਜਿਹੜਾ ਆ ਉਹ ਮੇਰਾ ਆ। ਆਪਾਂ ਜਦੋਂ ਵੀ ਮਤਲਬ ਲਿਖਣ ਵਾਲੇ ਲੋਕ ਇਕੱਠੇ ਬੈਠਦੇ ਆ ਹਨਾ, ਤਾਂ ਉਹਨਾਂ ਦੀਆਂ ਗੱਲਾਂ ਬਾਤਾਂ ਦਾ ਵਿਸ਼ਾ ਜ਼ਿਆਦਾਤਰ ਔਰਤਾਂ ਹੀ ਹੁੰਦੀਆਂ ਨੇ ਹਨਾ, ਕਿ ਉਹਨਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ। ਪਰ ਮੈਂ ਇੱਕ ਮੁੰਡੇ ਨੂੰ ਜਾਣਦੀ ਹਾਂ, ਬੜਾ ਸੋਹਣਾ ਲਿਖਦਾ ਹੈ, ਅਤੇ ਪਿੱਛੇ ਜੇ ਮੈਂ ਕਿਸੇ ਕਹਾਣੀਕਾਰ ਨੂੰ ਮਿਲੀ, ਉਹਨਾਂ ਨੇ ਵੀ ਉਹਨਾਂ ਦੀ ਗੱਲ ਕੀਤੀ ਹੈ ਨਾ, ਉਹ ਕਹਿੰਦੇ ਵੀ ਔਰਤ ਦੀਆਂ ਸਮਾਜਿਕ ਅਤੇ ਮਾਨਸਿਕ ਸਮੱਸਿਆਵਾਂ ਜ਼ਿਆਦਾ ਹੁੰਦੀਆਂ ਨੇ, ਸਰੀਰਕ ਵੀ ਹੁੰਦੀਆਂ ਨੇ, ਪਰ ਮਰਦ ਕੋਲੇ ਬਹੁਤ ਜ਼ਿਆਦਾ ਮਾਨਸਿਕ ਸਮੱਸਿਆਵਾਂ ਹੁੰਦੀਆਂ ਨੇ ਜਿਹਦੇ 'ਤੇ ਗੱਲ ਨਹੀਂ ਕੀਤੀ ਜਾਂਦੀ ਹੈ ਨਾ। ਅਤੇ
ਤੁਹਾਨੂੰ ਲੱਗਦਾ ਹੈ ਕਿ ਜਿਵੇਂ ਔਰਤ ਹਮੇਸ਼ਾ ਜਦੋਂ ਵੀ ਲਿਖਣ ਲਈ ਸੋਚਦੀ ਆ ਉਹਨੂੰ ਲੱਗਦਾ ਕਿ ਪਹਿਲ ਦੇ ਆਧਾਰ ਤੇ ਮੈਂ ਆਪਣੀ ਗੱਲ ਕਰਾਂ, ਹੈ ਨਾ, ਮੇਰਾ ਜੈਂਡਰ ਜੋ ਸੋਚਦਾ। ਤੇ ਤੁਹਾਡੀਆਂ ਕਹਾਣੀਆਂ 'ਚ ਮੈਨੂੰ ਇੱਕ ਕਹਾਣੀ ਬੜੀ ਖੂਬਸੂਰਤ ਲੱਗੀ ਸੀ, ਮੈਨੂੰ ਉਹਦਾ ਨਾਂ ਨਹੀਂ ਸੀ ਪਤਾ, ਜੀ ਤੇ ਅਖੀਰ 'ਚ ਉਹ ਆਪਣੀ ਮੇਡ ਨੂੰ ਕਹਿੰਦਾ ਕਿ ਮੈਂ ਇਹੋ ਜਿਹਾ ਆਦਮੀ ਨਹੀਂ ਹਾਂ, ਹੈ ਨਾ। ਜੀ ਤੇ ਬੜੀ ਖੂਬਸੂਰਤੀ ਨਾਲ ਤੁਸੀਂ ਇੱਕ ਮਰਦ ਦੀ ਮਾਨਸਿਕਤਾ ਨੂੰ ਵੀ ਲਿਖਿਆ। ਜੀ। ਤੇ ਮੈਨੂੰ ਲੱਗਦਾ ਕਿ ਹੋਰ ਕਹਾਣੀਕਾਰਾਂ ਨੂੰ ਵੀ ਇਹ ਰਾਹ ਵੀ ਚੁਣਨੇ ਚਾਹੀਦੇ ਨੇ। ਹਾਂ ਬਿਲਕੁਲ। ਇੱਕ ਥੋੜਾ ਬਹੁਤ ਤਾਂ ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਜੇ ਮੈਂ ਫੀਮੇਲ ਹਾਂ ਤੇ ਮੈਨੂੰ ਮੈਂ ਫੀਮੇਲ ਜੈਂਡਰ ਨੂੰ ਹੀ ਹਮੇਸ਼ਾ ਮੁੱਖ ਰੱਖ ਕੇ ਕਹਾਣੀ ਲਿਖਦੀ ਹਾਂ। ਇਸ ਤਰ੍ਹਾਂ ਦੀਆਂ ਚੀਜ਼ਾਂ ਆਉਣੀਆਂ ਚਾਹੀਦੀਆਂ ਆ। ਮੇਰੀ ਇੱਕ ਹੋਰ ਕਹਾਣੀ ਹੈ, ਉਹਦਾ ਮੈਨੂੰ ਹੁਣ ਹਿਰਸ ਕਹਾਣੀ ਹੈ। ਬਹੁਤ ਬਜ਼ੁਰਗ ਬੰਦਾ ਆ, ਉਹਦੀਆਂ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਹੈਗੀਆਂ ਆ, ਉਹਨੂੰ ਇਹ ਸਮਝਿਆ ਜਾਂਦਾ ਹੈ ਕਿ ਇਹਨੂੰ ਸ਼ਾਇਦ ਵੀ ਐ ਬੁੱਢੇ ਬਾਰੇ ਆ ਕੇ ਇਹਦੀਆਂ ਲੋੜਾਂ ਆ, ਪਰ ਉਹ ਇਹ ਜਨਾਨੀਆਂ ਨੂੰ ਦੇਖਦਾ ਆ, ਇੱਦਾਂ ਕਰਦਾ ਉੱਦਾਂ ਕਰਦਾ, ਪਰ ਅਸਲ ਦੇ ਵਿੱਚ ਉਹਦੀ ਪੋਤ ਨੂੰ ਸਮਝਦੀ ਆ ਵੀ ਇਹਨੂੰ ਪਿਆਰ ਦੀ ਲੋੜ ਆ। ਕਿਉਂਕਿ ਆਮ ਤੌਰ 'ਤੇ ਕੀ ਹੁੰਦਾ ਕਿ ਜਦੋਂ ਬਜ਼ੁਰਗ ਜ਼ਿਆਦਾ ਹੋ ਜਾਂਦੇ ਆ ਉਹਨਾਂ ਨੂੰ ਰੋਟੀ ਅਤੇ ਕੱਪੜੇ ਤੱਕ ਹੀ ਸੀਮਿਤ ਕਰ ਦਿੱਤਾ ਜਾਂਦਾ ਆ। ਉਹਨਾਂ ਦੀਆਂ ਹੋਰ ਲੋੜਾਂ ਨੂੰ, ਜਾਂ ਉਹ ਇੱਕ ਪਿਆਰ ਭਾਲਦੇ ਹੁੰਦੇ ਆ, ਇੱਕ ਸਮਾਂ ਭਾਲਦੇ ਆ ਆਪਣੇ ਬੱਚਿਆਂ ਦਾ, ਉਹ ਉਹਨਾਂ ਨੂੰ ਨਹੀਂ ਮਿਲਦਾ। ਫਿਰ ਉਹਨਾਂ ਦਾ ਦਿਮਾਗੀ ਤਵਾਜ਼ਨ ਜਿਹੜਾ ਆ ਉਹ ਜਦੋਂ ਖਰਾਬ ਹੋ ਜਾਂਦਾ ਆ, ਜੋ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਲੱਗ ਜਾਂਦੇ ਆ ਅਤੇ ਉਹਨਾਂ ਨੂੰ ਗਲਤ ਸਮਝਿਆ ਜਾਂਦਾ ਆ, ਜਦ ਕਿ ਉਹ ਗਲਤ ਨਹੀਂ ਹੁੰਦੇ ਹੈਗੇ। ਜੇ ਅਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਾਂ, ਜਿੱਦਾਂ ਆਪਾਂ ਆਮ ਤੌਰ 'ਤੇ ਕਹਿੰਦੇ ਹਾਂ ਕਿ ਬਜ਼ੁਰਗ ਵੀ ਬੱਚਿਆਂ ਵਰਗੇ ਹੋ ਜਾਂਦੇ ਆ, ਉਹਨਾਂ ਨੂੰ ਵੀ ਤੁਹਾਡੇ ਉਸੇ ਪਿਆਰ ਦੀ, ਮੁਹੱਬਤ ਦੀ, ਖਲੂਸ ਦੀ ਜ਼ਰੂਰਤ ਹੁੰਦੀ ਹੈ। ਜਦੋਂ ਉਹਨਾਂ ਨੂੰ ਇਹ ਨਹੀਂ ਮਿਲਦਾ ਹੈਗਾ, ਉਦੋਂ ਉਹ ਫਿਰ ਅੱਲੋਕਾਰੀਆਂ ਹਰਕਤਾਂ ਕਰਕੇ ਤੁਹਾਡਾ ਧਿਆਨ ਆਪਣੇ ਵੱਲ ਨੂੰ ਆਕਰਸ਼ਿਤ ਕਰਨਾ ਚਾਹੁੰਦੇ ਆ। ਉਹ ਹਿਰਸ ਵਾਲਾ ਜਿਹੜਾ ਬਾਬਾ ਹੈਗਾ ਉਹ ਬਹੁਤ ਕੁਛ ਕਰਦਾ ਆ। ਉਹਦੀਆਂ ਹਰਕਤਾਂ ਤੋਂ ਇੱਦਾਂ ਲੱਗਦਾ ਆ ਕਿ ਇਹ ਔਰਤ ਦੀ ਇਹਨੂੰ ਹਿਰਸ ਆ, ਪਰ ਅਸਲ 'ਚ ਉਹਨੂੰ ਹੁੰਦੀ ਨਹੀਂ ਗੀ। ਉਹਨੂੰ ਸਿਰਫ ਇੱਕ ਪਿਆਰ ਦੀ ਛੋਹ ਚਾਹੀਦੀ ਹੁੰਦੀ ਸੀਗੀ, ਜਿਹੜੀ ਜਦੋਂ ਉਹਨੂੰ ਪਿਆਰ ਦੀ ਛੋਹ ਮਿਲ ਜਾਂਦੀ ਹੈ ਅਤੇ ਉਹਦੀ ਪੋਤ ਨੂੰ ਐਂਡ ਵਿੱਚ ਉਹਦਾ ਘਰ ਵਾਲਾ ਉਹਨੂੰ ਛੇੜਦਾ ਆ, ਬਾਬੇ ਤੋਂ ਬਚ ਕੇ ਨਹੀਂ, ਇਹ ਹਿਰਸਿਆ ਪਿਆ ਆ। ਉਹ ਕਹਿੰਦੀ ਕਿ ਤੁਸੀਂ ਮਰਦ ਲੋਕਾਂ ਨੂੰ ਨਾ ਪਤਾ ਹੀ ਨਹੀਂ ਲੱਗਦਾ ਹੈਗਾ, ਸਾਰੀ ਉਮਰ ਨਹੀਂ ਪਤਾ ਲੱਗਦਾ ਵੀ ਔਰਤ ਦੀ ਛੋਹ ਅਤੇ ਇੱਕ ਮੁਹੱਬਤੀ ਛੋਹ 'ਚ ਇੱਕ ਮਹੀਨ ਫਰਕ ਹੁੰਦਾ ਆ। ਹਾਂਜੀ। ਉਹ ਮਹੀਨ ਫਰਕ ਤੋਂ ਤੁਹਾਨੂੰ ਲੋਕਾਂ ਨੂੰ ਸਮਝ ਹੀ ਨਹੀਂ ਆਇਆ ਸਾਰੀ ਉਮਰ, ਤਾਂ ਕਰਕੇ ਬਾਬਾ ਇੱਦਾਂ ਦਾ ਹੋਇਆ ਪਿਆ। ਅਤੇ ਮੈਨੂੰ ਇਹ ਕਹਾਣੀ ਵੀ ਆਪਣੀ ਬਹੁਤ ਜ਼ਿਆਦਾ ਮੈਨੂੰ ਆਪਣੇ ਦਿਲ ਦੇ ਕਰੀਬ ਲੱਗਦੀ ਆ ਕਿ ਜਦੋਂ ਇੱਕ ਸਪਰਸ਼ ਜਿਹੜਾ ਹੈਗਾ ਆ ਉਹ ਇੱਕ ਮੁਹੱਬਤ ਦਾ ਸਪਰਸ਼ ਆ, ਇੱਕ ਰਿਸ਼ਤੇ ਦਾ ਸਪਰਸ਼ ਆ ਉਹਦੇ 'ਚ, ਅਤੇ ਉਹ ਜਿਹੜਾ ਇੱਕ ਔਰਤ ਦਾ ਵੈਸੇ ਸਪਰਸ਼ ਆ, ਇੱਕ ਮੇਲ ਫੀਮੇਲ ਵਾਲਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹਦੇ 'ਚ ਅਤੇ ਉਹਦੇ 'ਚ ਬਹੁਤ ਫਰਕ ਹੁੰਦਾ ਆ, ਮਹੀਨ ਫਰਕ ਹੁੰਦਾ ਆ। ਉਹਨੂੰ ਕੋਈ ਸਮਝਦਾ ਆ। ਭਲਾਦ ਵਿੱਚ ਵੀ ਉਹਦੀਆਂ ਇਸ ਤਰ੍ਹਾਂ ਦੀਆਂ ਹੀ ਪ੍ਰੋਬਲਮਸ ਹੈਗੀਆਂ ਆ, ਪਰ ਉਹ ਜਿੱਦਾਂ ਤੁਸੀਂ ਦੱਸਿਆ ਹੀ ਆ ਕਿ ਉਹ ਇੱਦਾਂ ਬੰਦਿਆਂ ਦੀਆਂ ਵੀ ਮਾਨਸਿਕ ਪ੍ਰੋਬਲਮਸ ਹੈਗੀਆਂ ਆ, ਉਹਨਾਂ 'ਤੇ ਗੱਲ ਘੱਟ ਕੀਤੀ ਜਾਂਦੀ ਹੈ, ਕੀਤੀ ਜਾਣੀ ਚਾਹੀਦੀ ਹੈ। ਮੈਂ ਅੱਗੇ ਤੋਂ ਵੀ ਕੋਸ਼ਿਸ਼ ਮੇਰੀਆਂ ਹੈਗੀ ਹੈ ਕਿ ਮੇਰੇ ਚੱਲ ਰਹੀਆਂ ਕਹਾਣੀਆਂ 2-3 ਮੇਰੇ ਜ਼ਿਹਨ 'ਚ ਕਿ ਆਪਾਂ ਇਹ ਵੀ ਗੱਲਾਂ ਕਰੀਏ ਕਿ ਅਸੀਂ ਹਮੇਸ਼ਾ ਔਰਤ ਦੀ ਹੀ ਗੱਲ ਕਰਦੇ ਹਾਂ, ਕਿਉਂਕਿ ਸਦੀਆਂ ਤੋਂ ਦੱਬੀ ਕੁਚਲੀ ਰਹੀ ਹੈ ਅਤੇ ਸਾਨੂੰ ਲੱਗਦਾ ਹੈ ਕਿ ਅਸੀਂ ਇਹਦੀ ਗੱਲ ਪਹਿਲ ਦੇ ਆਧਾਰ 'ਤੇ ਕਰੀਏ। ਪਰ ਜਿੱਦਾਂ ਦਾ ਹੁਣ ਸਮਾਜ ਹੈ, ਜਿੱਦਾਂ ਦੀਆਂ ਗੱਲਾਂ ਬਾਤਾਂ, ਜਿੱਦਾਂ ਕਿ ਜਿੰਨੀ ਲਾਈਫ ਕੰਪਲੀਕੇਟਿਡ ਹੋ ਗਈ ਹੈ ਸਾਰਿਆਂ ਦੀ, ਸਾਡੀ ਸਭ ਦੀ, ਅਤੇ ਉਹ ਕੰਪਲੀਕੇਸ਼ਨਸ ਵੀ ਜਿਹੜੀਆਂ ਹੈਗੀਆਂ ਆ, ਜਿਹੜੀਆਂ ਲਾਈਫ ਦੇ ਵਿੱਚ ਹੈਗੀਆਂ, ਉਹੀ ਸਾਹਿਤ ਵਿੱਚ ਵੀ ਆ ਰਹੀਆਂ ਹੈਗੀਆਂ ਆ। ਉਹਨਾਂ ਨੂੰ ਅਗਰ ਭੂਮੀ 'ਚ ਰੱਖ ਕੇ ਉਹਨਾਂ ਦੀਆਂ ਮਾਨਸਿਕ ਸਮੱਸਿਆਵਾਂ, ਸਰੀਰਕ ਸਮੱਸਿਆਵਾਂ, ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਉਹ ਕਹਾਣੀਆਂ ਦੇ ਵਿੱਚ ਅਸੀਂ ਲੈ ਕੇ ਆਉਂਦੇ ਹਾਂ, ਤਾਂ ਕਿ ਲੋਕ ਜਾਣ ਸਕਣ ਵੀ ਇਹ ਜਿਹੜਾ ਬਿਹੇਵ ਇਸ ਤਰ੍ਹਾਂ ਦਾ ਹੋ ਰਿਹਾ ਹੈ, ਜਾਂ ਕੋਈ ਵੀ ਬੰਦਾ ਉਸ ਤਰ੍ਹਾਂ ਦਾ ਬਿਹੇਵੀਅਰ ਉਹਦਾ ਹੈਗਾ ਆ, ਉਹਦੇ ਪਿੱਛੇ ਕਾਰਨ ਕੀ ਹੈ। ਸਾਹਿਤ ਦਾ ਮਕਸਦ ਹੀ ਇਹ ਹੈਗਾ ਆ ਵੀ ਅਸੀਂ ਚੀਜ਼ਾਂ ਨੂੰ ਜਾਣੀਏ, ਕਾਰਨਾਂ ਨੂੰ ਜਾਣੀਏ, ਕਾਰਨਾਂ ਨੂੰ ਸਮਝ ਕੇ ਆਪਾਂ ਲਾਈਫ ਨੂੰ ਸੁਖਾਵਾਂ ਬਣਾਈਏ। ਤਾਂ ਇਹ ਚੀਜ਼ਾਂ ਜਿਹੜੀਆਂ ਆ ਉਹ ਆਉਂਦੀਆਂ ਸਾਹਿਤ ਵਿੱਚ। ਮੈਂ ਇੱਕ ਚੀਜ਼ ਹੋਰ ਭੁੱਲ ਗਈ, ਜਿਵੇਂ ਤੁਸੀਂ ਹੈਲਥ ਡਿਪਾਰਟਮੈਂਟ ਦੇ ਵਿੱਚ ਜੋਬ ਕਰਦੇ ਹੋ ਨਾ, ਪਰ ਉੱਦਾਂ ਵੀ ਤੁਹਾਡੇ ਨਾਲ ਡਾਕਟਰ ਲੱਗਦਾ ਹੈ ਜੀ। ਤੇ ਤੁਸੀਂ ਬਹੁਤ ਲੇਟ PhD ਕੀਤੀ ਜਿਵੇਂ, ਜੀ ਬਿਲਕੁਲ। ਤੇ ਇਹ ਵੀ ਇਹੀ ਕਾਰਨ ਸੀ ਕਿ ਤੁਹਾਨੂੰ ਲਿਟਰੇਚਰ ਵੱਲ ਝੁਕਾਅ ਸੀ, ਜਾਂ ਪੜ੍ਹਨ ਲਿਖਣ ਦਾ ਬਹੁਤ ਜ਼ਿਆਦਾ ਸ਼ੌਂਕ ਕਰਕੇ? ਹਾਂ ਬਿਲਕੁਲ। ਪੜ੍ਹਨ ਲਿਖਣ ਦਾ ਮੈਨੂੰ ਸ਼ੁਰੂ ਤੋਂ ਹੀ, ਬਚਪਨ ਤੋਂ ਹੀ ਸ਼ੌਕ ਸੀਗਾ, ਪਰ ਮੇਰੀ ਪੜ੍ਹਾਈ ਲਿਖਾਈ ਜਿਹੜੀ ਆ ਮੈਂ ਰੁਪਿੰਦਰ ਤੁਹਾਨੂੰ ਦੱਸਦੀ ਹਾਂ ਕਿ ਮੇਰੀ ਸ਼ਾਦੀ ਜਿਹੜੀ ਆ ਉਹ 18 ਸਾਲ ਦੀ ਉਮਰ 'ਚ ਮੇਰੀ ਸ਼ਾਦੀ ਹੋ ਗਈ ਸੀ, ਅਤੇ 19 ਸਾਲ ਦੀ ਉਮਰ 'ਚ। ਅਤੇ ਉਦੋਂ ਵੈਸੇ ਮੈਂ ਉਦੋਂ ਜੋਬ 'ਚ ਸੀ,
ਤੇ ਮੇਰੀ ਪੜ੍ਹਾਈ ਵਿੱਚ ਹੀ ਛੁੱਟ ਗਈ ਸੀਗੀ, ਕਿਉਂਕਿ ਮੈਂ ਜਦੋਂ ਜੌਬ 'ਚ ਆ ਗਈ ਫਿਰ ਪੜ੍ਹਾਈ ਲਿਖਾਈ ਬੰਦ ਹੋ ਗਈ। ਜਦੋਂ ਗਵਰਨਮੈਂਟ ਜੌਬ ਸੀ ਹਾਂ, ਮੈਂ ਗਵਰਨਮੈਂਟ ਜੌਬ 'ਚ ਸੀਗੀ, ਮੈਨੂੰ 18 ਸਾਲ ਦੀ ਨੂੰ ਜੌਬ ਮਿਲ ਗਈ ਸੀਗੀ। ਅੱਛਾ ਜੀ। ਤੇ ਮੈਂ ਗਵਰਨਮੈਂਟ ਜੌਬ 'ਚ ਜਦੋਂ ਆਈ ਤੇ ਫਿਰ ਜਦੋਂ ਮੇਰਾ ਵਿਆਹ ਹੋਇਆ ਤੇ ਵਿਆਹ ਤੋਂ ਸਾਲ ਬਾਅਦ ਹੀ ਮੇਰੇ ਘਰ ਬਿਟੀਆ ਆ ਗਈ ਹਾਂਜੀ ਤੇ ਲਾਈਫ ਬਿਜ਼ੀ ਹੋ ਗਈ ਬੱਚੇ ਨਾਲ, ਹਸਬੈਂਡ ਨਾਲ। ਤੇ ਥੋੜੀ ਜਿਹੀ ਜਦੋਂ ਮੈਨੂੰ ਫੁਰਸਤ ਮਿਲੀ ਤੇ ਮੈਂ ਹਸਬੈਂਡ ਨੂੰ ਵੈਸੇ ਹੀ ਕਿਹਾ ਕਿ ਵੀ ਮੈਂ ਤਾਂ ਚਾਹੁੰਦੀ ਸੀ ਕਿ ਮੈਂ ਬਹੁਤ ਸਾਰਾ ਪੜ੍ਹਾਂ, ਹਾਂਜੀ ਮੈਂ ਡਾਕਟਰ ਬਣਾ। ਉਦਾਂ ਹੀ ਉਦੋਂ ਤੱਕ ਮੇਰੇ ਮਾਈਂਡ 'ਚ ਨਹੀਂ ਸੀ। ਤੇ ਕਹਿੰਦੇ ਤੈਨੂੰ ਕਿਹਨੇ ਰੋਕਿਆ, ਤੂੰ ਪੜ੍ਹ ਲਾ। ਤੇ ਉਹਨਾਂ ਨੇ ਮੈਨੂੰ ਬਹੁਤ ਐਨਕਰੇਜ ਕੀਤਾ ਕਿ ਜੇ ਤੂੰ ਪੜ੍ਹਨਾ ਚਾਹੁੰਦੀ ਆ ਤਾਂ ਪੜ੍ਹ ਲਾ। ਮੇਰੀ ਕੁਆਲੀਫਿਕੇਸ਼ਨ ਸਿਰਫ 10ਵੀਂ ਸੀਗੀ। ਅੱਛਾ ਜੀ। ਹਾਂ, ਮੈਂ ਸਾਰੀ ਮੇਰੀ ਪੜ੍ਹਾਈ ਲਿਖਾਈ ਆ ਬਾਅਦ ਵਿੱਚ ਮੈਂ ਆਪਣੀ ਮੈਰਿਜ ਤੋਂ ਬਾਅਦ ਕੀਤੀ ਆ। ਫਿਰ ਉਦੋਂ ਤੱਕ ਥੋੜਾ ਬਦਲ ਗਿਆ, ਫਿਰ ਮੈਨੂੰ +2 ਕਰਨੀ ਪਈ, ਫਿਰ +2 ਤੋਂ ਬਾਅਦ ਗ੍ਰੈਜੂਏਸ਼ਨ ਕੀਤੀ। ਤੇ ਫਿਰ ਉਸ ਤੋਂ ਬਾਅਦ ਫਿਰ ਕਿੰਨਾ ਗੈਪ ਆ ਗਿਆ ਵਿੱਚੋਂ ਦੀ, ਫਿਰ ਮੈਂ ਪੋਸਟ ਗ੍ਰੈਜੂਏਸ਼ਨ ਕੀਤੀ। ਪਰ ਮੈਂ ਪੜ੍ਹਨਾ ਛੱਡਿਆ ਨਹੀਂ, ਮੈਂ ਨਾਲ ਨਾਲ ਜੇ ਮੇਰੇ ਗੈਪ ਵੀ ਸੀਗੇ ਤਾਂ ਮੈਂ ਲਿਟਰੇਚਰ ਦੇ ਨਾਲ ਸ਼ੁਰੂ ਤੋਂ ਹੀ ਜੁੜੀ ਰਹੀ ਹਾਂ, ਪੜ੍ਹਦੀ ਰਹੀ ਹਾਂ ਮੈਂ। ਜਦੋਂ ਫਿਰ ਮੇਰੇ ਦਿਮਾਗ 'ਚ ਆਇਆ ਕਿ ਮੇਰੇ ਦਿਲ 'ਚ ਕਿਤੇ ਲੁਕੀ ਹੋਈ ਹਸਰਤ ਸੀਗੀ ਕਿ ਮਤਲਬ ਮੈਂ PhD ਕਰਾਂ, ਮੈਂ ਡਾਕਟਰ ਬਣਾ। ਤੇ ਫਿਰ ਮੈਂ ਆਪਣੇ ਹਸਬੈਂਡ ਨੂੰ ਕਿਹਾ ਕਿ ਮੈਂ ਕਰਨਾ ਚਾਹੁੰਦੀ। ਕਹਿੰਦੇ ਜੇ ਤੇਰੀ ਹਿੰਮਤ ਹੈ, ਜੇ ਤੂੰ ਕਰਨਾ ਚਾਹੁੰਦੀ ਆ ਤਾਂ ਕਰ ਲਾ। ਬਹੁਤ ਕੋਆਪਰੇਟਿਵ ਰਹੇ ਆ ਮੇਰੇ ਹਸਬੈਂਡ ਸ਼ੁਰੂ ਤੋਂ ਹੀ ਮੇਰੇ ਨਾਲ। ਹਮੇਸ਼ਾ ਹੀ ਉਹਨਾਂ ਨੇ ਵਧੀਆ ਤਰੀਕੇ ਨਾਲ ਮੇਰੇ ਜ਼ਿੰਦਗੀ 'ਚ ਸਾਥ ਦਿੱਤਾ, ਹਰ ਇੱਕ ਮਤਲਬ ਮੋੜ 'ਤੇ ਉਹਨਾਂ ਨੇ ਮੈਨੂੰ ਐਨਕਰੇਜ ਵੀ ਕੀਤਾ, ਘਰ-ਬਾਰ ਦੇ ਕੰਮਾਂ 'ਚ ਵੀ ਮੇਰਾ ਸਾਥ ਦਿੱਤਾ। ਤੇ ਫਿਰ ਮੈਨੂੰ ਉਦੋਂ ਜਦੋਂ ਮੈਂ PhD ਬਾਰੇ ਸੋਚਿਆ ਨਾ, ਉਦੋਂ ਮੈਂ ਜੌਬ ਤਾਂ ਮੇਰੀ ਹੈਲਥ ਡਿਪਾਰਟਮੈਂਟ 'ਚ ਸੀਗੀ ਤੇ ਸਾਰੇ ਲੋਕ ਮੈਨੂੰ ਇਹ ਕਹਿੰਦੇ ਸੀਗੇ ਕਿ ਇਹਦਾ ਤੈਨੂੰ ਫਾਇਦਾ ਕੀ ਆ, PhD ਤੂੰ ਕੱਲ੍ਹ ਹੀ ਕਰਨ ਲੱਗੀ ਆ, ਤੇਰੇ ਡਿਪਾਰਟਮੈਂਟ 'ਚ ਤਾਂ ਇਹਦਾ ਤੈਨੂੰ ਕੋਈ ਫਾਇਦਾ ਨਹੀਂ ਹੋਣਾ। ਤੇ ਮੈਂ ਕਿਹਾ ਮੈਂ ਫਾਇਦੇ ਲਈ ਨਹੀਂ ਕਰ ਰਹੀ PhD ਮੈਂ ਆਪਣੇ ਮਨ ਦੇ ਸਕੂਨ ਲਈ ਕਰ ਰਹੀ ਹਾਂ, ਕਿ ਮੇਰੇ ਮਨ 'ਚ ਇੱਕ ਸ਼ੌਕ ਸੀਗਾ ਸ਼ੁਰੂ ਤੋਂ ਹੀ। ਬਹੁਤ ਵਾਰੀ ਹੁੰਦਾ ਹੈ ਕਿ ਅਸੀਂ ਆਪਣੇ ਸ਼ੌਕ ਮਾਰ ਲੈਂਦੇ ਹਾਂ, ਮੈਂ ਮਰਨ ਨਹੀਂ ਦਿੱਤਾ ਆਪਣਾ ਸ਼ੌਕ। ਮੈਂ ਉਹਨੂੰ ਜਿਉਂਦਾ ਰੱਖਿਆ ਤੇ ਉਹਨੂੰ ਪੂਰਾ ਕੀਤਾ, ਭਾਵੇਂ ਉਹ ਉਮਰ ਦੇ ਜਿਸ ਮਰਜ਼ੀ ਵੀ ਪੜਾਅ 'ਤੇ ਆ ਕੇ ਪੂਰਾ ਹੋਇਆ, ਪਰ ਮੈਂ ਕੀਤਾ। ਤੇ ਮੈਨੂੰ ਇਸ ਗੱਲ ਦਾ ਮਾਣ ਵੀ ਹੈ ਵੀ ਮੈਂ ਜੋ ਸੋਚਿਆ ਸੀ, ਜੋ ਚਾਹਿਆ ਸੀ, ਉਹ ਮੈਂ ਕਰ ਪਾਈ। ਤੇ ਕਾਫੀ ਲੇਟ, ਜਿੱਦਾਂ ਤੁਸੀਂ ਕਿਹਾ ਕਿ ਕਾਫੀ ਲੇਟ ਕੀਤਾ ਹੈ, ਲੇਟ ਦਾ ਮਤਲਬ ਇਹਦਾ ਕਿਸੇ ਵੀ ਪੜ੍ਹਾਈ ਲਿਖਾਈ ਨਾਲ ਮੈਂ ਨਹੀਂ ਸਮਝਦੀ ਕਿ ਕਦੀ ਵੀ ਕੋਈ ਦੇਰ ਹੁੰਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ 80-80 ਸਾਲ 'ਚ ਵੀ ਆਪਣੀਆਂ ਪੜ੍ਹਾਈਆਂ ਕਰਦੇ ਆ, ਪੂਰੀਆਂ ਕਰਦੇ ਆ। ਮੈਂ ਤਾਂ ਫਿਰ ਵੀ ਥੋੜਾ ਜਲਦੀ ਕਰ ਲਿਆ। ਪਰ ਸਾਡੇ ਮੁਲਕ 'ਚ ਜਿਵੇਂ ਕਹਿ ਦਿੰਦੇ ਬਸ 20-25 ਸਾਲ ਤੱਕ ਪੜ੍ਹ ਲੈ ਜਿਹੜਾ ਕੁਝ ਪੜ੍ਹਨਾ। ਹਾਂ ਬਿਲਕੁਲ, ਪਰ ਨਹੀਂ, ਜੇ ਤੁਸੀਂ ਇੱਕ ਉਹ ਅੰਦਰ ਜਗਾਈ ਰੱਖਦੇ ਹੋ, ਜਿਸ ਚੀਜ਼ ਦਾ ਵੀ ਜਨੂੰਨ ਆ, ਲਿਖਣ ਦਾ, ਪੜ੍ਹਨ ਦਾ, ਆਰਟ ਦਾ, ਕਿਸੇ ਨੂੰ ਪੇਂਟਿੰਗ ਦਾ ਹੁੰਦਾ, ਕਿਸੇ ਨੂੰ ਕੁਛ ਦਾ, ਮਤਲਬ ਮੈਨੂੰ ਇਹ ਫੀਲ ਹੁੰਦਾ ਹੈ ਕਿ ਉਹਨੂੰ ਕਦੀ ਵੀ ਖ਼ਤਮ ਨਹੀਂ ਹੋਣ ਦੇਣਾ ਚਾਹੀਦਾ ਵੀ ਲੈ ਹੁਣ ਕੀ ਕਰਨਾ ਕਰਕੇ। ਇਹ ਲਾਈਨ ਮੇਰੀ ਲਾਈਫ 'ਚ ਹੈ ਨਹੀਂ ਕਿ ਹੁਣ ਕੀ ਕਰਨਾ ਆ ਕਰਕੇ। ਮੈਂ ਅੱਜ ਵੀ ਜੇ ਕੋਈ ਚੀਜ਼ ਸੋਚ ਲਵਾਂ ਕਿ ਮੈਂ ਆਹ ਕਰਨਾ ਚਾਹੁੰਦੀ ਹਾਂ ਤਾਂ ਫਿਰ ਮੈਂ ਕਰ ਹੀ ਲੈਂਦੀ ਹਾਂ। ਮੈਂ ਉਹਨੂੰ ਇਹ ਚੱਕ ਕੇ ਪਰੇ ਨਹੀਂ ਰੱਖਦੀ ਕਦੀ ਵੀ ਕਿ ਹੁਣ ਛੱਡੋ ਪਰਾਂ, ਹੁਣ ਉਮਰ ਹੋ ਗਈ ਆ, ਹੁਣ ਮਤਲਬ ਉਮਰ ਕਦੀ ਆੜੇ ਨਹੀਂ ਆਉਂਦੀ ਮੇਰੇ। ਮੈਂ ਇੱਦਾਂ ਨਹੀਂ ਸੋਚਦੀ ਹੈਗੀ ਕਿ ਇਸ ਉਮਰ ਦੇ ਵਿੱਚ ਔਰਤ ਨੂੰ ਆਹ ਕਰਨਾ ਚਾਹੀਦਾ ਕਿ ਆਹ ਨਹੀਂ ਕਰਨਾ ਚਾਹੀਦਾ, ਇੱਦਾਂ ਨਹੀਂ ਹੈ। ਜੋ ਤੁਸੀਂ ਸੋਚਦੇ ਹੋ, ਜੋ ਤੁਹਾਡੇ ਮਨ ਨੂੰ ਚੰਗਾ ਲੱਗਦਾ ਆ, ਜੋ ਤੁਹਾਨੂੰ ਸਕੂਨ ਦਿੰਦਾ ਆ, ਕਰ ਲਓ। ਤੁਸੀਂ ਜਨਮ ਦਿਨ ਮਨਾਉਂਦੇ ਹੋ ਆਪਣਾ? ਜਨਮ ਦਿਨ ਪਤਾ ਨਹੀਂ, ਜਦੋਂ ਮੈਂ ਛੋਟੀ ਹੁੰਦੀ ਸੀ ਤਾਂ ਮੇਰੀ ਮੰਮੀ ਮੇਰਾ ਜਨਮ ਦਿਨ ਹਰ ਸਾਲ ਮਨਾਉਂਦੇ ਹੁੰਦੇ ਸੀਗੇ। ਮੈਨੂੰ ਯਾਦ ਆ ਅੱਜ ਤੱਕ ਵੀ ਕਿ ਉਹ ਬਦਾਨਾ ਵੰਡਦੇ ਹੁੰਦੇ ਸੀਗੇ ਤੇ ਮੈਨੂੰ ਹਰ ਸਾਲ ਇੱਕ ਨਵਾਂ ਸੂਟ ਮਿਲਦਾ ਹੁੰਦਾ ਸੀਗਾ। ਮੇਰਾ ਜਨਮ ਜਿਹੜਾ ਗਰਮੀਆਂ 'ਚ ਹੈ ਤੇ ਮੈਨੂੰ ਉਹਦਾ ਬਹੁਤ ਹੀ ਚਾਅ ਹੁੰਦਾ ਸੀਗਾ। ਤੇ ਬਦਾਨੇ ਖਾਣ ਦਾ ਵੀ ਤੇ ਉਹ ਸੂਟ ਦਾ ਵੀ, ਮਤਲਬ ਕਿ। ਤੇ ਬਾਕੀ ਕੋਈ ਇੱਦਾਂ ਬਹੁਤ ਉਚੇਚ ਨਾਲ ਕੁਛ ਨਹੀਂ ਹੈ ਕਿ ਜਦੋਂ ਹੁੰਦਾ ਆ ਜਨਮ ਦਿਨ ਤੇ ਫੈਮਿਲੀ ਦੇ ਵਿੱਚ, ਜਿੱਦਾਂ ਬੱਚੇ ਹੋ ਗਏ, ਬੱਚਿਆਂ ਨੂੰ ਹੁੰਦਾ ਸੀਗਾ ਵੀ ਹਾਂ ਮੰਮੀ ਦਾ ਜਨਮ ਦਿਨ ਆ ਜਾਂ ਪਾਪਾ ਦਾ ਜਨਮ ਦਿਨ ਆ ਤੇ ਥੋੜ੍ਹਾ ਬਹੁਤ ਕਰ ਲਓ। ਬਹੁਤ ਜਿੱਦਾਂ ਕਹਿ ਲਓ ਕਿ ਬਹੁਤ ਇੱਦਾਂ ਆ ਕਿ ਗ੍ਰੈਂਡ ਪਾਰਟੀ ਇਹ ਉਹ, ਇਸ ਤਰ੍ਹਾਂ ਦਾ ਕੁਛ ਨਹੀਂ ਹੈ। ਇਹ ਸਵਾਲ ਮੈਂ ਤੁਹਾਨੂੰ ਤਾਂ ਪੁੱਛਿਆ ਕਿ ਕਈ ਮੇਰੇ ਵਰਗੇ ਜਦੋਂ ਜਨਮ ਦਿਨ ਮਨਾ ਲੈਂਦੇ ਆ ਨਾ ਤਾਂ ਅੱਧੀਆਂ ਚੀਜ਼ਾਂ ਨੂੰ ਰੋਕ ਲਾ ਲੈਂਦੇ ਆ ਵੀ ਨਹੀਂ ਹੁਣ ਤਾਂ 40 ਦਾ ਹੋ ਗਿਆ, ਛੱਡ ਪਰੇ।
ਮੈਨੂੰ ਲੱਗਦਾ ਮਨਾਉਣਾ ਹੀ ਨਹੀਂ ਚਾਹੀਦਾ ਕਿ ਜਿਹੜਾ ਤੁਹਾਨੂੰ ਯਾਦ ਕਰਾਵੇ ਕਿ ਹੁਣ ਤੁਸੀਂ ਮੈਚੁਰ ਹੁੰਦੇ ਜਾ ਰਹੇ ਹੋ ਨਾ। ਨਹੀਂ, ਮੈਂ ਇਦਾਂ ਨਹੀਂ ਮਹਿਸੂਸ ਕਰ, ਪਰ ਇਦਾਂ ਕਦੀ ਨਹੀਂ ਹੋਇਆ ਕਿ ਜਨਮ ਦਿਨ ਭੁੱਲ ਗਿਆ ਹੋਵੇ ਜਾਂ ਨਹੀਂ ਹੈ ਹੁੰਦਾ ਚਾਅ। ਮੈਨੂੰ ਨਾ ਬਹੁਤ ਸ਼ੌਕ ਹੁੰਦਾ ਹੈ ਕਿ ਮੈਨੂੰ ਜਨਮ ਦਿਨ ਤੇ ਕੋਈ ਤੋਹਫੇ ਨਾ ਭਾਵੇਂ ਦਿੱਤੇ ਜਾਣ ਤੇ ਮੈਨੂੰ ਫੁੱਲਾਂ ਦਾ ਗੁਲਦਸਤਾ ਕੋਈ ਦਿੱਤਾ ਜਾਵੇ। ਮੈਨੂੰ ਬਹੁਤ ਸ਼ੌਕ ਆ ਵੀ ਮੈਨੂੰ ਫੁੱਲ ਮੈਨੂੰ ਚੰਗੇ ਲੱਗਦੇ ਆ ਕਿ ਜੇ ਕੋਈ ਮੇਰੇ ਬਰਥਡੇ ਤੇ ਮੈਨੂੰ ਫੁੱਲ ਦੇਵੇ ਨਾ। ਮੇਰੀ ਬੇਟੀ ਦੀ ਜਦੋਂ ਸ਼ਾਦੀ ਹੋਈ ਨਾ ਤੇ ਉਹ ਮੇਰੇ ਜਿਹੜੇ ਸਨ ਇਨ ਲਾਅ ਆ ਤੇ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਉਹ ਹਮੇਸ਼ਾ ਨਾ ਫੁੱਲਾਂ ਦੇ ਬੁੱਕੇ ਭੇਜਦੇ ਆ ਮੋਹਾਲੀ ਤੋਂ, ਕਿਉਂਕਿ ਮੰਮਾ ਨੂੰ ਨਾ ਫੁੱਲਾਂ ਨਾਲ ਮੈਨੂੰ ਚੰਗਾ ਲੱਗਦਾ। ਮੈਨੂੰ ਗਿਫਟ ਲੈਣੇ ਦੇਣੇ ਇਦਾਂ ਕੁਝ ਨਹੀਂ, ਨਾ ਕਦੀ ਐਨੀਵਰਸਰੀ ਤੇ ਜਾਂ ਬਰਥਡੇ ਤੇ ਮੈਂ ਨਾ ਐਕਸਪੈਕਟ ਹੀ ਕਰਦੀ ਹਾਂ ਤੇ ਨਾ ਹੀ ਮੈਂ ਚਾਹੁੰਦੀ ਹਾਂ ਕਿ ਮੈਨੂੰ ਇਦਾਂ ਮਹਿੰਗੇ ਮਹਿੰਗੇ ਤੋਹਫੇ ਦਿੱਤੇ ਜਾਣ ਜਾਂ ਕੁਝ ਵੀ ਆ, ਇਦਾਂ ਦਾ ਕੁਝ ਨਹੀਂ ਆ। ਹਾਂ, ਬਸ ਉਹ ਫੈਮਿਲੀ ਟਾਈਮ ਹੀ ਹੁੰਦਾ ਆ। ਉਹ ਜੇ ਬੱਚੇ ਆ, ਹੁਣ ਬੇਟੀ ਦੂਰ ਰਹਿੰਦੀ ਆ, ਮੈਂ ਤੇ ਮੇਰੇ ਹਸਬੈਂਡ ਹੁੰਨੇ ਆ, ਉਹ ਦਿਨ ਅਸੀਂ ਆਪਸ 'ਚ ਇਕੱਲੇ ਹੀ ਸਪੈਂਡ ਕਰਦੇ ਆ। ਮਤਲਬ ਭੀੜ ਭੜੱਕਾ ਜਾਂ ਹੋਰ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਹੈਗਾ। ਉਹ ਨੋਰਮਲ ਹੁੰਦਾ ਆ, ਇਕੱਠੇ ਬੈਠੋ। ਉੱਦਾਂ ਵੀ ਅਸੀਂ ਕਾਫੀ ਟਾਈਮ ਇਕੱਠੇ ਸਪੈਂਡ ਕਰਦੇ ਆ, ਗੱਲਾਂ ਬਾਤਾਂ ਕਰਦੇ ਰਹਿੰਦੇ ਆ। ਹਾਲਾਂਕਿ ਮੇਰੇ ਹਸਬੈਂਡ ਨੂੰ ਉਨਾ ਸ਼ੌਕ ਨਹੀਂ ਹੈ ਲਿਟਰੇਚਰ ਦਾ, ਉਹਨਾਂ ਦਾ ਸ਼ੌਕ, ਉਹਨਾਂ ਦੇ ਹੋਰ ਤਰ੍ਹਾਂ ਦੇ ਸ਼ੌਕ ਹੈ। ਉਹਨਾਂ ਨੂੰ ਸਪੋਰਟਸ ਪਰਸਨ ਰਹੇ ਆ, ਹੈਮਰ ਥਰੋਅਰ ਰਹੇ ਹੈਗੇ ਆ, ਆਪਣੇ ਬੈਂਕ ਵੱਲੋਂ ਖੇਡਦੇ ਰਹੇ ਆ, ਕਬੱਡੀ ਖੇਡਦੇ ਰਹੇ ਆ ਤੇ ਹੋਰ ਬਹੁਤ ਸਾਰੀਆਂ ਗੇਮਸ, ਐਥਲੈਟਿਕਸ ਕਰਦੇ ਰਹੇ ਆ। ਉਹਨਾਂ ਦਾ ਸ਼ੌਕ ਹੋ ਰਿਹਾ, ਉਹ ਉਧਰ ਪੂਰੇ ਕਰਦੇ ਰਹਿੰਦੇ ਸ਼ੌਕ। ਮੈਂ ਉਹਨਾਂ ਦੇ ਸ਼ੌਕ ਅਪਣਾ ਲਏ ਆ ਉਹਨਾਂ ਨਾਲ ਰਹਿ ਕੇ। ਹੁਣ ਥੋੜਾ ਉਹ ਹੁਣ ਰਿਟਾਇਰਮੈਂਟ ਤੋਂ ਬਾਅਦ ਦਾ ਉਹ ਹੁਣ ਮੇਰੇ ਵਾਲੇ ਸ਼ੌਕ ਹੈ। ਮੈਂ ਉਹਨਾਂ ਨੂੰ ਦੱਸਦੀ ਹਾਂ ਕਿ ਆਹ ਕਿਤਾਬ ਪੜ੍ਹੋ, ਆਹ ਕਵਿਤਾ ਪੜ੍ਹੋ, ਆਹ ਕਿੰਨਾ ਅੱਛਾ ਆ। ਹੁਣ ਉਹ ਥੋੜਾ ਮਤਲਬ ਲਿਟਰੇਚਰ ਪੜ੍ਹਨਾ ਪਸੰਦ ਕਰਨ ਲੱਗ ਪਏ ਆ ਥੋੜਾ। ਕੋਈ ਵੀ ਜਿਹੜੀ ਮੈਂ ਚੀਜ਼ ਇੱਦਾਂ ਨਹੀਂ ਹੈ ਕਿ ਚਾਹ ਕੇ ਮੇਰੇ ਵਾਂਗੂ, ਪਰ ਜੇ ਮੈਂ ਦੱਸ ਦੇਵਾਂ ਕਿ ਆਹ ਕਿਤਾਬ ਜਾਂ ਪੜ੍ਹ ਲਓ ਤਾਂ ਫਿਰ ਪੜ੍ਹ ਲੈਂਦੇ ਆ ਵਧੀਆ ਤਰੀਕੇ ਦੇ ਨਾਲ। ਉਹ ਕਰਦੇ ਆ ਤਾਂ ਸ਼ੌਕ ਉਹਨਾਂ ਨੂੰ ਜਿੱਦਾਂ ਸਪੋਰਟਸ ਦਾ ਹੀ ਆ ਤੇ ਮੈਨੂੰ ਪੜ੍ਹਨ ਦਾ ਆ। ਜਿੱਦਾਂ ਤੁਸੀਂ 2-3 ਵਾਰ ਆਪਣੇ ਬਚਪਨ ਦੀ ਗੱਲ ਕੀਤੀ ਹੈ ਨਾ, ਤੇ ਮੈਂ 2-3 ਕਿ ਜਿੰਨੀਆਂ ਕਿ ਵੀ ਗੱਲਾਂ ਬਾਤਾਂ ਤੁਹਾਡੇ ਬਾਰੇ ਸੁਣੀਆਂ ਹੈ ਨਾ, ਉਹਦੇ 'ਚ ਇਹੀ ਸੀਗਾ ਕਿ ਤੁਸੀਂ ਤੇ ਤੁਹਾਡੇ ਮਦਰ ਇਕੱਲੇ ਰਹਿੰਦੇ ਸੀਗੇ ਜੀ। ਤੇ ਉਹਨਾਂ ਨੇ ਤੁਹਾਨੂੰ ਪਾਲਿਆ। ਤੇ ਜਿਵੇਂ ਮੇਰੀ ਇੱਕ ਬਹੁਤ ਚੰਗੀ ਸਹੇਲੀ ਆ, ਤਾਂ ਉਹ ਤੇ ਉਹਨਾਂ ਦੀਆਂ ਭੈਣਾਂ ਵੀ ਮਤਲਬ ਬਿਲਕੁਲ ਉਹਨਾਂ ਦੀ ਇਕੱਲੇ ਮਦਰ ਨੇ ਪਾਲਿਆ, ਫਾਦਰ ਹੈ ਨਹੀਂ ਸੀਗੇ। ਤਾਂ ਉਹਨਾਂ ਨੇ ਮੈਨੂੰ ਇੱਕ ਵਾਰੀ ਗੱਲ ਸੁਣਾਈ ਤੇ ਮੇਰੇ ਜ਼ਿਹਨ 'ਚ ਅੱਜ ਤੱਕ ਵੀ ਇਹ ਗੱਲ ਘੁੰਮਦੀ ਆ ਹਮੇਸ਼ਾ ਨਾ। ਉਹਨਾਂ ਨੇ ਕਿਹਾ ਕਿ ਜਦੋਂ ਮੇਰਾ ਵਿਆਹ ਹੋਇਆ ਮੈਨੂੰ ਪਤਾ ਨਹੀਂ ਸੀ ਕਿ ਬੰਦਿਆਂ ਨਾਲ ਕਿਵੇਂ ਦਾ ਵਿਹਾਰ ਕੀਤਾ ਜਾਂਦਾ ਹੈ ਨਾ। ਮੈਨੂੰ ਕਿਉਂਕਿ ਕਦੀ ਘਰ 'ਚ ਉਹ ਚੀਜ਼ ਉਹਨਾਂ ਨੇ ਨਹੀਂ ਵੇਖੀ। ਮੈਨੂੰ ਬੰਦਿਆਂ ਦੇ ਕੱਪੜੇ ਪ੍ਰੈਸ ਨਹੀਂ ਸੀ ਕਰਨੇ ਆਉਂਦੇ, ਜਾਂ ਮੈਨੂੰ ਇਹ ਨਹੀਂ ਸੀ ਪਤਾ ਕਿ ਜਦੋਂ ਬੰਦਾ ਬਾਹਰੋਂ ਆਉਂਦਾ ਤਾਂ ਉਹਨੂੰ ਇੱਦਾਂ ਮਤਲਬ ਤੁਸੀਂ ਇੱਕਦਮ ਬੰਦਾ ਭਾਲਦਾ ਕਿ ਮੈਨੂੰ ਘਰ 'ਚ ਇੱਦਾਂ ਵੈਲਕਮ ਕੀਤਾ ਜਾਵੇ, ਜਾਂ ਔਰਤਾਂ ਵੱਲੋਂ ਬੰਦੇ ਲਈ ਕਿਹੋ ਜਿਹਾ ਵਿਹਾਰ ਹੁੰਦਾ। ਤੁਹਾਨੂੰ ਇਹ ਚੀਜ਼ ਕਦੀ ਮਹਿਸੂਸ ਹੋਈ ਕਿ ਬਚਪਨ 'ਚ ਉਹ ਹਿੱਸਾ ਨਾ ਹੋਣਾ ਤੁਹਾਡੀ ਅਗਲੀ ਕਿਸੇ ਜ਼ਿੰਦਗੀ 'ਚ ਉਸ ਚੀਜ਼ ਦਾ ਫਰਕ ਪਿਆ ਹੋਵੇ? ਮਰਦ ਦਾ ਜਾਂ ਫਾਦਰ ਦਾ ਜਾਂ ਬ੍ਰਦਰ ਦਾ ਮੇਰੀ ਲਾਈਫ ਦੇ ਵਿੱਚ ਜਾਂ ਬਚਪਨ 'ਚ ਜਦੋਂ ਹੋਣਾ ਚਾਹੀਦਾ ਸੀਗਾ, ਉਹਨਾਂ ਦਾ ਨਾ ਹੋਣਾ, ਮੈਨੂੰ ਸਿੱਧੇ ਇੱਦਾਂ ਕੋਈ ਫ਼ਰਕ ਨਹੀਂ ਲੱਗਾ। ਕਿਉਂਕਿ ਇੱਕ ਤਾਂ ਮੇਰੀ ਸ਼ਾਦੀ ਜਿਹੜੀ ਬਹੁਤ ਛੋਟੀ ਉਮਰ 'ਚ ਹੋ ਗਈ ਤੇ ਮੈਂ ਇੱਕਦਮ ਹੀ ਆ ਕੇ ਐਡਜਸਟ ਕਰ ਲਿਆ ਆਪਣੇ ਸਸੁਰਾਲ ਦੇ ਵਿੱਚ ਆ ਕੇ। ਪਰ ਇਹ ਗੱਲ ਅੰਦਰੋਂ ਮੈਨੂੰ ਜ਼ਰੂਰ ਟੀਸ ਉੱਠਦੀ ਰਹੀ ਹਮੇਸ਼ਾ, ਕਿਉਂਕਿ ਮੇਰੇ ਹਾਲਾਤ ਇਸ ਤਰ੍ਹਾਂ ਦੇ ਸੀਗੇ ਕਿ ਮੇਰੇ ਫਾਦਰ ਸੀ, ਮੇਰਾ ਬ੍ਰਦਰ ਸੀ, ਉਸ ਹੋਣ ਦੇ ਬਾਵਜੂਦ ਵੀ ਉਹ ਵਾਲਾ ਜਿਹੜਾ ਪਿਆਰ ਹੈ, ਮੁਹੱਬਤ ਹੈ, ਜਿਹੜਾ ਮੈਨੂੰ ਉਸ ਟਾਈਮ 'ਤੇ ਮਿਲਣਾ ਚਾਹੀਦਾ ਸੀਗਾ ਜਦੋਂ ਮੈਨੂੰ ਬਹੁਤ ਲੋੜ ਸੀਗੀ ਹੈ ਨਾ, ਉਹ ਨਹੀਂ ਮਿਲਿਆ। ਉਹਦੇ ਨਾਲ ਮੈਨੂੰ ਲੱਗਦਾ ਹੁੰਦਾ ਹੈ ਕਿ ਮੇਰੀ ਲਾਈਫ ਆਮ ਬੱਚਿਆਂ ਵਰਗੀ ਨਹੀਂ ਰਹੀ। ਮੈਂ ਫੀਲ ਕੀਤਾ ਇਹ ਚੀਜ਼ ਕਿ ਜਿੱਦਾਂ ਆਮ ਬੱਚਿਆਂ ਦੀ ਲਾਈਫ ਹੁੰਦੀ ਹੈ ਕਿ ਉਹਨਾਂ ਦੀ ਲਾਈਫ 'ਚ ਮਦਰ ਵੀ ਹੈ, ਫਾਦਰ ਵੀ ਹੈ, ਬ੍ਰਦਰ ਵੀ ਹੈ ਨਾ, ਸਾਰੇ ਆ, ਫੈਮਿਲੀ ਆ। ਮੈਂ ਉਸ ਚੀਜ਼ ਨੂੰ ਬਹੁਤ ਮਹਿਸੂਸ ਕੀਤਾ ਬਚਪਨ 'ਚ, ਬਹੁਤ ਜ਼ਿਆਦਾ। ਮਤਲਬ ਫਾਦਰ ਸੀਗੇ ਵੀ ਤਾਂ ਮੇਰੀ ਲਾਈਫ 'ਚ ਨਹੀਂ ਸੀਗੇ, ਮਦਰ ਦੀ ਲਾਈਫ 'ਚ ਨਹੀਂ ਸੀਗੇ। ਮੈਂ ਜਿੱਦਾਂ ਪਹਿਲਾਂ ਦੱਸਿਆ ਕਿ ਮਦਰ ਦਾ ਸਟ੍ਰਿਕਟ ਹੋਣਾ ਜਾਂ ਮਦਰ ਦਾ ਜਿਹੜਾ ਸੰਘਰਸ਼ ਸੀਗਾ ਲਾਈਫ ਦੇ ਪ੍ਰਤੀ ਬਹੁਤ ਉਹਨਾਂ ਨੇ ਕੀਤਾ, ਤੇ ਉਹ ਵੀ ਸਭ ਚੀਜ਼ਾਂ ਦੇ ਪਿੱਛੇ ਕਾਰਨ ਇਹੀ ਸੀਗੇ ਕਿ ਉਸ ਸਮਿਆਂ ਦੇ ਵਿੱਚ ਹੈ ਨਾ ਵੀ ਕੋਈ ਔਰਤ ਨੂੰ ਵੀ ਜੇ ਘਰ ਵਾਲਾ ਦੇ ਨਾਲ ਉਹਦੀ ਸੈਪਰੇਸ਼ਨ ਹੋ ਗਈ ਆ ਤੇ ਉਹਦੇ ਤੇ ਇੱਕ ਟੈਗ ਲੱਗ ਜਾਂਦਾ ਸੀ ਨਾ ਵੀ ਛੱਡੀ ਹੋਈ ਹੈ ਨਾ। ਉਹ ਛੱਡੀ ਹੋਈ ਜਨਾਨੀ ਨੂੰ ਕਿਉਂ ਛੱਡਿਆ ਗਿਆ ਕੋਈ ਸਮਾਜ ਨਹੀਂ ਦੇਖਦਾ ਹੈਗਾ। ਅੱਛਾ, ਤੇ ਉਹ
ਮੈਂ ਡਾਟਰ ਸੀਗੀ ਹੈ ਨਾ, ਇੱਕ ਕੁੜੀ ਸੀਗੀ, ਤੇ ਉਹਨਾਂ ਨੂੰ ਉਹ ਜ਼ਿਆਦਾ ਓਵਰ ਪ੍ਰੋਟੈਕਟਿਵ ਰਹੇ ਆ ਮੇਰੇ ਮਦਰ ਉਹ ਸਭ ਚੀਜ਼ਾਂ ਲਈ। ਹਾਂਜੀ ਓਵਰ ਪ੍ਰੋਟੈਕਟਿਵ ਰਹਿਣਾ ਵੀ ਆਪਣੇ ਆਪ ਦੇ ਵਿੱਚ ਕਿ ਮੈਨੂੰ ਉਹ ਜਿਹੜਾ ਮੰਮੀ ਵੱਲੋਂ ਵੀ ਲਾਡ ਮਿਲਣਾ ਚਾਹੀਦਾ ਸੀਗਾ ਨਾ, ਉਹ ਵੀ ਨਹੀਂ ਮਿਲਿਆ। ਉਹਦਾ ਕਾਰਨ ਇਹ ਸੀ ਕਿ ਉਹ ਮੈਨੂੰ ਪਿਆਰ ਤਾਂ ਕਰਦੇ ਸੀਗੇ, ਪਰ ਉਹ ਹਰ ਵੇਲੇ ਇੱਕ ਡਰ 'ਚ ਰਹਿੰਦੇ ਸੀਗੇ ਹੈ ਨਾ, ਕਿ ਵੀ ਲੜਕੀ ਆ, ਸਮਾਜ ਆ, ਕਿਉਂਕਿ ਉਹਨਾਂ ਨੇ ਜ਼ਮਾਨਾ ਦੇਖਿਆ ਸੀ, ਹੰਢਾਇਆ ਸੀ ਆਪਣੇ ਪਿੰਡੇ ਤੇ ਉਹ ਸਾਰਾ ਕੁਝ, ਤੇ ਉਹ ਨਹੀਂ ਸੀ ਚਾਹੁੰਦੇ ਕਿ ਮੈਨੂੰ ਵੀ ਉਹ ਸਾਰਾ ਕੁਝ ਹੰਢਾਉਣਾ ਪਵੇ। ਉਹ ਓਵਰ ਪ੍ਰੋਟੈਕਟਿਵ ਜਿਹੜੀ ਸੀਗੀ ਮੇਰੀ ਮਦਰ ਦੀ, ਉਹ ਜਿਹੜੀ ਸੋਚ ਸੀਗੀ ਨਾ, ਉਹਨੇ ਵੀ ਮੇਰੀ ਲਾਈਫ ਨੂੰ ਡਿਸਟਰਬ ਕੀਤਾ ਕਿ ਹਰ ਵੇਲੇ ਝਿੜਕ ਕੇ ਰੱਖਣਾ, ਇੱਥੇ ਨਹੀਂ ਖੜੇ ਹੋਣਾ, ਇੱਥੇ ਨਹੀਂ ਜਾਣਾ, ਆਹ ਨਹੀਂ ਕਰਨਾ, ਉਹ ਨਹੀਂ ਕਰਨਾ। ਤੇ ਉਹ ਸਾਰਾ ਕੁਝ ਮੈਂ ਇੱਦਾਂ ਮਹਿਸੂਸ ਕਰਦੀ ਹਾਂ ਕਿ ਜੇ ਸ਼ਾਇਦ ਫਾਦਰ ਹੁੰਦੇ ਜਾਂ ਤਾਂ ਲਾਈਫ ਹੋਰ ਤਰ੍ਹਾਂ ਦੀ ਹੋਣੀ ਸੀ। ਬਿਲਕੁਲ ਜ਼ਿੰਦਗੀ ਨੂੰ ਜਿਉਣ ਦਾ ਤੇ ਜ਼ਿੰਦਗੀ ਨੂੰ ਵੇਖਣ ਦਾ ਮੇਰਾ ਨਜ਼ਰੀਆ ਸ਼ਾਇਦ ਹੋਰ ਤਰ੍ਹਾਂ ਦਾ ਹੁੰਦਾ। ਮੈਂ ਜੋ ਹੁਣ ਜਿਸ ਤਰ੍ਹਾਂ ਦੀ ਮੈਂ ਦੇਖਦੀ ਪਈ ਹਾਂ ਲਾਈਫ ਨੂੰ, ਉਸ ਤਰ੍ਹਾਂ ਦੀ ਸ਼ਾਇਦ ਉੱਦਾਂ ਨਾ ਹੁੰਦੀ। ਮੈਂ ਹੋਰ ਬੱਚਿਆਂ ਵਾਂਗੂ ਲਾਈਫ ਨੂੰ ਦੇਖਦੀ, ਰਿਸ਼ਤਿਆਂ ਨੂੰ ਦੇਖਦੀ, ਹੰਢਾਉਂਦੀ। ਮੈਨੂੰ ਬਹੁਤ ਫਰਕ ਪਿਆ ਉਹਦਾ। ਅਗਲੀ ਜ਼ਿੰਦਗੀ 'ਚ ਮੈਂ ਬਹੁਤ ਅੱਛੇ ਨਾਲ ਐਡਜਸਟ ਕਰ ਲਿਆ। ਐਡਜਸਟ ਨਹੀਂ ਮਤਲਬ ਮੈਨੂੰ ਅੱਛਾ ਜੀਵਨ ਸਾਥੀ ਮਿਲ ਗਿਆ। ਮੈਂ ਇਹਨੂੰ ਐਡਜਸਟਮੈਂਟ ਤਾਂ ਨਹੀਂ ਕਹੂੰਗੀ, ਮੈਂ ਉਹਨੂੰ ਕਹੂੰਗੀ ਕਿ ਮੈਂ ਲਾਈਫ ਨੂੰ ਜਿਉਣ ਦਾ ਢੰਗ ਤਰੀਕਾ ਸਿੱਖ ਲਿਆ ਵਧੀਆ ਤਰੀਕੇ ਨਾਲ, ਕਿ ਲਾਈਫ ਕਿੱਦਾਂ ਗੁਜ਼ਾਰੀ ਜਾਂਦੀ ਆ। ਉਹਦੇ ਪਿੱਛੇ ਇਹ ਸੀਗਾ ਕਿ ਮੈਨੂੰ ਅੱਛਾ ਪਾਰਟਨਰ ਮਿਲ ਗਿਆ, ਜਿਨ੍ਹਾਂ ਨੇ ਮੈਨੂੰ ਜਿਉਣਾ ਸਿਖਾਇਆ, ਜਿਨ੍ਹਾਂ ਨੇ ਮੈਨੂੰ ਦੱਸਿਆ ਕਿ ਪਿੱਛੇ ਜੋ ਹੋ ਗਿਆ ਭੁੱਲ ਜਾ ਉਹਨੂੰ, ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਦੇ ਆ। ਫਿਰ ਇੱਕ ਦਿਨ ਵਧੀਆ ਸੀਗਾ, ਇੱਕ ਦਿਨ ਜਿਹੜਾ ਆ ਉਹ ਜ਼ਿੰਦਗੀ 'ਚ ਵਧੀਆ 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 ਲੰਘਦਾ ਰਿਹਾ। ਵਿਆਹ ਤੋਂ ਬਾਅਦ ਵਾਲੀ ਜ਼ਿੰਦਗੀ ਬਹੁਤ ਵਧੀਆ ਲੰਘੀ ਆ ਹੁਣ ਤੱਕ, ਟਿਲ ਡੇਟ ਤੱਕ ਵੀ ਮੈਂ ਵਧੀਆ ਤਰੀਕੇ ਨਾਲ ਰਹੀ ਹਾਂ। ਪਰ ਉਹ ਜਿਹੜੀ ਟੀਸ ਸੀਗੀ, ਉਹ ਅਜੇ ਵੀ ਕਦੀ ਨਾ ਕਦੀ ਮਨ 'ਚ ਉੱਠਦੀ ਹੈ ਕਿ ਜੇ ਉਹ ਸਾਰਾ ਕੁਝ ਹੁੰਦਾ ਤੇ ਸ਼ਾਇਦ ਜ਼ਿੰਦਗੀ ਹੋਰ ਤਰੀਕੇ ਦੀ ਹੋਣੀ ਸੀ, ਹੋਰ ਵਧੀਆ ਹੁੰਦੀ ਜਾਂ ਹਲਕੀ ਹੁੰਦੀ, ਮੈਨੂੰ ਨਹੀਂ ਪਤਾ ਸੀਗਾ। ਪਰ ਜੋ ਵੀ ਹੈ, ਸਮਾਂ ਆ, ਲੰਘ ਗਿਆ। ਅਗਲਾ ਸਮਾਂ ਜਦੋਂ ਵਧੀਆ ਹੋ ਜਾਵੇ ਤਾਂ ਪਿਛਲੀਆਂ ਚੀਜ਼ਾਂ ਫਿਰ ਤੁਹਾਨੂੰ ਭੁੱਲ ਜਾਂਦੀਆਂ। ਜੇ ਅੱਗੋਂ ਵੀ ਪ੍ਰੋਬਲਮਸ ਆਉਣ ਫਿਰ ਸ਼ਾਇਦ ਪਿਛਲੀਆਂ ਚੀਜ਼ਾਂ ਹੋਰ ਵੀ ਜ਼ਿਆਦਾ ਯਾਦ ਆਉਂਦੀਆਂ। ਤੇ ਹੁਣ ਜਦੋਂ ਮੈਨੂੰ ਫਿਰ ਉਹ ਪਿਛਲਾ ਸਮਾਂ ਨਹੀਂ ਵੀ ਇੰਨਾ ਯਾਦ ਆਉਂਦਾ ਹੈਗਾ, ਕਿਉਂਕਿ ਮੇਰਾ ਅਗਲਾ ਸਮਾਂ ਜਿਹੜਾ ਸੀਗਾ ਉਹ ਵਧੀਆ ਨਿਕਲਿਆ। ਵਧੀਆ ਲੰਘ ਰਹੀ ਹੈ ਜ਼ਿੰਦਗੀ, ਜਿੰਨੀ ਕੁ ਲੰਘ ਗਈ ਉਹ ਵੀ ਵਧੀਆ ਆ, ਆਉਣ ਵਾਲੀ ਵੀ ਵਧੀਆ ਹੋਏਗੀ। ਬਾਕੀ ਪਰਮਾਤਮਾ ਦੇ ਹੱਥ ਵੱਸ ਹੁੰਦੀਆਂ ਚੀਜ਼ਾਂ, ਕੁਝ ਚੀਜ਼ਾਂ ਤੁਹਾਡੇ ਹੱਥ 'ਚ ਨਹੀਂ ਹੁੰਦੀਆਂ ਹੈਗੀਆਂ। ਉਹ ਵੀ ਆਪਾਂ ਉਸ ਫੇਸ ਨੂੰ ਵੀ ਮੈਂ ਦੇਖਿਆ ਕਿ ਜਦੋਂ ਵਕਤ ਮੇਰੇ ਹੱਥ 'ਚੋਂ ਗਿਰ ਗਿਆ ਤੇ ਚਲੋ ਪਾਣੀ 'ਚ ਰਹਿ ਲਏ। ਬਿਲਕੁਲ, ਜਿੱਥੇ ਕਹਿੰਦੇ ਹੁੰਦੇ ਆ ਵੀ ਆਪਣਾ ਜੋਰ ਨਹੀਂ ਚੱਲਦਾ, ਉੱਥੇ ਅਸੀਂ ਸਿਰਫ ਅਰਦਾਸ ਕਰ ਸਕਦੇ ਹਾਂ ਕਿ ਸਾਨੂੰ ਹੌਸਲਾ ਮਿਲੇ। ਬਿਲਕੁਲ। ਤੇ ਹੁਣ ਤੁਹਾਡੇ ਮਾਪੇ ਹੈਗੇ? ਨਹੀਂ, ਫਾਦਰ ਵੀ ਗੁਜ਼ਰ ਗਏ, ਬਹੁਤ ਸਾਲ ਹੋ ਗਏ, ਮਦਰ ਵੀ, ਬ੍ਰਦਰ ਵੀ। ਹਾਂਜੀ। ਅਸੀਂ ਸਿਸਟਰਸ ਹਾਂ 3, 2 ਮੇਰੇ ਤੋਂ ਵੱਡੀਆਂ ਆ, ਤੇ ਮਿਲਦੇ ਹਾਂ ਆਪਾਂ। ਹਾਂਜੀ। ਪਰ ਮੈਂ ਫੀਲ ਕਰਦੀ ਹਾਂ ਕਿ ਜਿੱਦਾਂ ਆਮ ਕੁੜੀਆਂ ਦੀਆਂ ਭੈਣਾਂ 'ਚ ਪਿਆਰ ਹੁੰਦਾ ਆ, ਉਹ ਪਤਾ ਨਹੀਂ ਮੈਨੂੰ ਉਹ ਮਤਲਬ ਕਿ ਨਾ ਆਪਣੀ ਭਾਵਨਾ ਵਿਅਕਤ ਨਹੀਂ ਕਰਨੀ ਆਉਂਦੀ ਹੈਗੀ, ਜਾਂ ਜੇ ਉਹ ਸੁਣਨਗੀਆਂ ਤਾਂ ਉਹ ਕਹਿਣਗੀਆਂ ਕਿ ਸ਼ਾਇਦ ਸਾਡੀ ਇਹ ਭੈਣ ਸਾਨੂੰ ਪਿਆਰ ਕਰਦੀ ਜਾਂ ਨਹੀਂ ਕਰਦੀ ਜਾਂ ਕੁਝ ਵੀ ਆ। ਪਰ ਇੱਕ ਜਿਹੜੀ ਅੰਦਰੂਨੀ ਤੌਰ 'ਤੇ ਤੰਦ ਜੁੜੀ ਹੁੰਦੀ ਆ ਨਾ ਭੈਣ ਭਰਾਵਾਂ ਦੀ, ਮੇਰੀ ਇੱਦਾਂ ਦੀ ਤੰਦ ਨਹੀਂ ਜੁੜੀ ਹੋਈ। ਕਿਉਂਕਿ ਜਦੋਂ ਉਹ ਤੰਦਾਂ ਤਾਂ ਜੁੜਦੀਆਂ ਜਦੋਂ ਤੁਸੀਂ ਬਚਪਨ ਇਕੱਠਿਆਂ ਨੇ ਬਿਤਾਇਆ ਹੋਵੇ, ਇੱਕ ਛੱਤ ਥੱਲੇ ਇਕੱਠੇ ਰਹੇ ਹੋਵੋ, ਇੱਕ ਦੂਜੇ ਦੇ ਦੁੱਖ ਸੁੱਖ 'ਚ ਰਹੇ ਹੋਵੋ। ਤੇ ਮੈਂ ਤੇ ਉਹਨਾਂ ਨੂੰ ਦੇਖਿਆ ਹੀ ਆਪਣੇ ਵਿਆਹ ਤੋਂ ਬਾਅਦ ਆ। ਅੱਛਾ ਜੀ। ਜੀ। ਤੁਹਾਡੇ ਤੋਂ ਵੱਡੇ ਨੇ? ਹਾਂਜੀ। ਹਾਂਜੀ। ਤੇ ਕਿਉਂਕਿ ਮੈਂ ਮੇਰੀ ਮਦਰ ਪ੍ਰੈਗਨੈਂਟ ਸੀ ਜਦੋਂ ਉਹਨਾਂ ਦੀ ਸਪਰੇਸ਼ਨ ਹੋਈ ਆ। ਮੇਰਾ ਬਰਥ ਆਪਣੇ ਨਾਨਕਿਆਂ ਦੇ ਘਰ ਹੋਇਆ, ਪਾਲਣ ਪੋਸ਼ਣ ਵੀ ਉੱਥੇ ਹੋਇਆ। ਤੇ ਮੇਰੀਆਂ 2 ਸਿਸਟਰ ਤੇ ਇੱਕ ਬ੍ਰਦਰ ਜਿਹੜੇ ਸੀਗੇ ਉਹ ਦਾਦਕਿਆਂ ਦੇ ਸੀਗੇ, ਰਹਿੰਦੇ ਸੀਗੇ। ਤੇ ਉਸ ਤੋਂ ਬਾਅਦ ਕਹਿ ਲਓ ਕਿ ਸਰਕਮਸਟੈਂਸਿਸ ਇਸ ਤਰ੍ਹਾਂ ਦੇ ਰਹੇ, ਹਾਲਾਤ ਇਸ ਤਰ੍ਹਾਂ ਦੇ ਬਣੇ ਕਿ ਉਹ ਕਦੀ ਮੁੜ ਕੇ ਫਿਰ ਜੋੜ ਮੇਲ ਹੋਇਆ ਹੀ ਨਹੀਂ। ਮੈਂ ਇੱਧਰ ਰਹੀ ਹਾਂ, ਉਹ ਉੱਧਰ ਰਹੇ ਆ। ਤੇ ਫਿਰ ਜੇ ਆਪਾਂ ਉਹ ਤੰਦਾਂ ਹੁਣ ਫਿਰ ਕਿੱਦਾਂ ਜੁੜ ਸਕਦੀਆਂ ਆ ਜਦੋਂ ਅਸੀਂ ਇਕੱਠੇ ਰਹੇ ਹੀ ਨਹੀਂ, ਇਕੱਠੇ ਕਦੀ ਕੋਈ ਖੇਡੇ ਨਹੀਂ ਜਾਂ ਆਪਣਾ ਬਚਪਨ ਇਕੱਠਾ ਨਹੀਂ ਬਿਤਾਇਆ। ਉਹਨਾਂ ਦੇ ਵੀ ਚਲੋ ਵਿਆਹ ਹੋ ਗਏ, ਉਹ ਆਪਣੇ ਆਪਣੇ ਘਰਾਂ 'ਚ ਸੀਗੀਆਂ ਜਦੋਂ ਮੈਂ ਆਪਣੀਆਂ ਭੈਣਾਂ ਨੂੰ ਬਾਅਦ 'ਚ ਮਿਲੀ ਹਾਂ। ਤੇ ਉਹ ਮਤਲਬ ਉਸ ਤਰ੍ਹਾਂ ਦੇ ਨਹੀਂ, ਮਤਲਬ ਕਿ ਉੱਦਾਂ ਦਾ ਜੁੜਾਵ ਨਹੀਂ ਮੈਂ ਫੀਲ ਕਰਦੀ ਕਦੀ ਵੀ। ਇੱਦਾਂ ਨਹੀਂ ਆ, ਮੈਂ ਮਿਲਦੀ ਹਾਂ ਉਹਨਾਂ ਨੂੰ, ਵਿਆਹਾਂ ਸ਼ਾਦੀਆਂ 'ਤੇ ਜਾਂਦੇ ਹਾਂ, ਦੁੱਖ ਦੇ ਸੁੱਖ ਦੇ 'ਚ ਉਹ ਆਉਂਦੀਆਂ ਆ, ਮੈਂ ਜਾਂਦੀ ਹਾਂ।
ਪਰ ਜਿੱਦਾਂ ਆਪਾਂ ਕਹਿ ਲੈਂਦੇ ਆ ਕਿ ਜੇ ਮਨ ਦੇ ਵਿੱਚ ਕਦੀ ਕੋਈ ਗੱਲ ਆਉਂਦੀ ਆ, ਆਪਾਂ ਕੋਈ ਮੋਢਾ ਭਾਲਦੇ ਆ ਭੈਣ ਭਾਈ ਦਾ, ਭੈਣ ਭਰਾ ਨੂੰ ਸਭ ਤੋਂ ਪਹਿਲਾਂ ਤੇ ਆਪਾਂ ਕਹਿੰਦੇ ਆ ਕਿ ਉਹਦੇ ਮੋਢੇ ਤੇ ਸਿਰ ਰੱਖ ਕੇ ਆਪਣਾ ਸਾਰਾ ਗੁੱਬ ਗਵਾਟ ਕੱਢ ਲਈਏ, ਰੋ ਲਈਏ। ਮੈਨੂੰ ਨਹੀਂ ਲੱਗਦਾ ਕਿ ਮੇਰੇ ਕੋਲ ਕੋਈ ਇਦਾਂ ਦਾ ਮੋਢਾ ਹੈਗਾ ਹੈ ਕਿ ਜਿੱਥੇ ਮੈਂ ਜਾ ਕੇ ਆਪਣਾ ਸਿਰ ਰੱਖ ਕੇ ਤੇ ਰੋ ਸਕਾਂ ਜਾਂ ਆਪਣੇ ਮਨ ਦੀਆਂ ਗੱਲਾਂ ਸਾਂਝੀਆਂ ਕਰ ਸਕਾਂ। ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਤੁਸੀਂ ਸਿਰਫ ਭੈਣਾਂ ਭਰਾਵਾਂ ਨਾਲ ਹੀ ਕਰ ਸਕਦੇ ਹੁੰਦੇ ਆ, ਤੁਸੀਂ ਆਪਣੇ ਬੱਚਿਆਂ ਨਾਲ ਨਹੀਂ ਕਰ ਸਕਦੇ, ਤੁਸੀਂ ਆਪਣੇ ਹਸਬੈਂਡ ਨਾਲ ਵੀ ਇਵਨ ਬਹੁਤ ਸਾਰੀਆਂ ਗੱਲਾਂ ਤੁਸੀਂ ਨਹੀਂ ਕਰ ਸਕਦੇ ਹੁੰਦੇ ਹੈ ਨਾ, ਜਿਹੜੀਆਂ ਤੁਸੀਂ ਭੈਣਾਂ ਭਰਾਵਾਂ ਨਾਲ ਕਰ ਸਕਦੇ ਆ। ਪਰ ਮੇਰੇ ਕੋਲ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ। ਜ਼ਿੰਦਗੀ ਨੇ ਇਹ ਚੀਜ਼ ਮੇਰੇ ਤੋਂ ਮੈਨੂੰ ਰੱਖਿਆ, ਵਾਂਝੇ ਰੱਖਿਆ ਇਹ ਸਾਰੇ ਸੰਬੰਧਾਂ ਤੋਂ। ਜਦ ਕਿ ਮਤਲਬ ਕਈ ਹੁੰਦਾ ਨਾ ਕਿ ਕਿਸੇ ਦਾ ਨਹੀਂ ਹੈਗਾ ਹੈ ਨਾ, ਭੈਣ ਜਾਂ ਭਰਾ ਕਿਸੇ ਦਾ ਨਹੀਂ ਹੈਗਾ ਤਾਂ ਆਪਾਂ ਉੱਦਾਂ ਦੀ ਲਾਈਫ 'ਚ ਰਹਿਣਾ ਸਿੱਖ ਜਾਂਦੇ ਹਾਂ। ਪਰ ਉਹ ਟੀਸ ਜਿਹੜੀ ਹੈ ਕਿ ਹੈਗੇ ਵੀ ਸੀਗੇ ਤੇ ਤਾਂ ਵੀ ਤੁਸੀਂ ਉਹ ਸਭ ਚੀਜ਼ਾਂ ਨੂੰ, ਉਹਨਾਂ ਰਿਸ਼ਤਿਆਂ ਨੂੰ ਹੰਢਾ ਨਹੀਂ ਸਕੇ, ਉਹਨਾਂ ਰਿਸ਼ਤਿਆਂ ਨੂੰ ਇੰਜੋਏ ਨਹੀਂ ਕਰ ਸਕੇ। ਤੇ ਇਹ ਟੀਸ ਜਿਹੜੀ ਆ ਉਹ ਹਮੇਸ਼ਾ ਮੈਨੂੰ ਰਹਿੰਦੀ ਆ, ਅੱਜ ਵੀ ਰਹਿੰਦੀ ਆ। ਜਦੋਂ ਤੁਸੀਂ ਆਪਣੀਆਂ ਭੈਣਾਂ ਨੂੰ ਮਿਲਦੇ ਹੋ, ਉਹ ਤੁਹਾਡੀ ਮਦਰ ਲਈ ਇਹ ਚੀਜ਼ ਮਹਿਸੂਸ ਕਰਦੇ ਨੇ ਜੋ ਤੁਸੀਂ ਆਪਣੇ ਫਾਦਰ ਲਈ ਕਰਦੇ ਹੋ, ਕਿ ਹੁੰਦੇ ਹੋਏ ਵੀ ਤੁਸੀਂ ਉਸ ਮੁਹੱਬਤ ਨੂੰ ਨਹੀਂ ਮਾਣਿਆ? ਕਦੀ ਗੱਲ ਕਰਦੇ ਨੇ? ਹਾਂ ਬਿਲਕੁਲ, ਉਹ ਵੀ ਇਹ ਮਹਿਸੂਸ ਕਰਦੀਆਂ, ਇਹ ਗੱਲ ਕਰਦੀਆਂ ਸੀਗੀਆਂ। ਪਰ ਜਿੱਦਾਂ ਉਹ ਵੱਡੀਆਂ ਸੀਗੀਆਂ, ਵਿਆਹੀਆਂ ਸੀਗੀਆਂ, ਤੇ ਉਹ ਕਦੀ ਕਦੀ ਮੰਮੀ ਨੂੰ ਮਿਲਣ ਆ ਜਾਂਦੀਆਂ ਹੁੰਦੀਆਂ ਸੀਗੀਆਂ। ਅੱਛਾ ਜੀ। ਹਾਂ, ਕਿਉਂਕਿ ਉਹ ਆਪਣੇ ਸਹੁਰਿਆਂ ਵੱਲੋਂ ਜਾਂ ਇਸ ਤਰ੍ਹਾਂ ਉਹ ਮਦਰ ਨੂੰ ਮਿਲਣ ਆ ਜਾਂਦੀਆਂ ਸੀ। ਪਰ ਮੈਂ ਆਪਣੇ ਫਾਦਰ ਨੂੰ ਆਪਣੇ ਵਿਆਹ ਤੋਂ ਬਾਅਦ ਮੇਰੇ ਹਸਬੈਂਡ ਲੈ ਕੇ ਗਏ ਆ ਮਿਲਾਉਣ ਵਾਸਤੇ। ਹਾਂਜੀ। ਤੇ ਉਹ ਮੈਂ ਨਹੀਂ ਮਿਲੀ ਸੀਗੀ, ਉਹ ਮੰਮੀ ਨੂੰ ਮਿਲ ਜਾਂਦੀਆਂ ਹੁੰਦੀਆਂ ਸੀ। ਜਦੋਂ ਮੈਂ ਛੋਟੀ ਵੀ ਸੀ ਨਾ, ਕਦੀ ਕਦੀ ਉਹ ਆ ਜਾਂਦੀਆਂ ਹੁੰਦੀਆਂ ਸੀ ਮਿਲਣ, ਕਦੀ ਸਾਲ 2 ਸਾਲ ਬਾਅਦ। ਤੇ ਫੀਲ ਤਾਂ ਉਹਨਾਂ ਨੇ ਵੀ ਕੀਤਾ ਆ, ਉਹਨਾਂ ਨੇ ਵੀ ਉਹ ਜੋ ਮੈਂ ਹੰਢਾਇਆ ਉਹਨਾਂ ਨੇ ਵੀ ਹੰਢਾਇਆ ਹੀ ਆ। ਉਹਨਾਂ ਕੋਲ ਸਿਰਫ ਫਾਦਰ ਸੀਗੇ, ਮਦਰ ਨਹੀਂ ਸੀਗੀ। ਮੇਰੇ ਕੋਲ ਸਿਰਫ ਮਦਰ ਸੀਗੀ, ਬਾਕੀ ਕੋਈ ਰਿਸ਼ਤਾ ਨਹੀਂ ਸੀਗਾ। ਉਹਨਾਂ ਕੋਲ ਹੋਰ ਵੀ ਬਹੁਤ ਸਾਰੇ ਰਿਸ਼ਤੇ ਸੀਗੇ, ਚਾਚੇ ਤਾਏ ਜਾਂ ਹੋਰ ਸਾਰੀ ਫੈਮਿਲੀ ਕਾਫੀ ਵੱਡੀ ਸੀਗੀ, ਮੇਰੇ ਦਾਦਕਾ ਪਰਿਵਾਰ। ਪਰ ਮੇਰੇ ਵਾਲੇ ਪਾਸੇ ਵੀ ਐਡਾ ਨਹੀਂ ਸੀਗਾ, ਨਾਨਕਿਆਂ ਵਾਲੇ ਪਾਸੇ ਜਿਹੜਾ ਸੀਗਾ ਨਾ ਸੀਗੇ ਮਤਲਬ, ਪਰ ਉੱਦਾਂ ਦਾ ਮੁਹੱਬਤ ਪਿਆਰ ਖਲੂਸ ਨਹੀਂ ਸੀਗਾ। ਤੇ ਮਤਲਬ ਉਹ ਸਾਰੇ ਹਾਲਾਤਾਂ ਕਰਕੇ ਮੈਂ ਜਿੱਦਾਂ ਕਹਿ ਲਓ ਕਿ ਇਕੱਲਾਪਨ ਬਹੁਤ ਮਹਿਸੂਸ ਕੀਤਾ। ਉਸ ਇਕੱਲੇਪਨ ਕਰਕੇ ਹੀ ਸ਼ਾਇਦ ਮੈਂ ਕਿਤੇ ਲਿਖਣ ਪੜ੍ਹਨ ਵੱਲ ਪ੍ਰੇਰਿਤ ਹੋ ਗਈ ਹੋਵਾਂਗੀ। ਮੈਨੂੰ ਇੱਦਾਂ ਫੀਲ ਹੁੰਦਾ ਆ ਵੀ ਜਦੋਂ ਤੁਸੀਂ ਇਕੱਲੇ ਹੁੰਦੇ ਹੋ, ਜਦੋਂ ਤੁਸੀਂ ਸੋਚਦੇ ਹੋ ਜਾਂ ਚੀਜ਼ਾਂ ਨੂੰ ਦੇਖਦੇ ਹੋ, ਜਾਂ ਤੁਹਾਡਾ ਚੀਜ਼ਾਂ ਨੂੰ ਦੇਖਣ ਦਾ ਨਜ਼ਰੀਆ ਹੀ ਬਿਲਕੁਲ ਅਲੱਗ, ਆਮ ਬੱਚਿਆਂ ਤੋਂ ਵੱਖਰਾ ਹੋ ਜਾਂਦਾ ਬਿਲਕੁਲ ਹੈ ਨਾ। ਜਦੋਂ ਤੁਸੀਂ ਚੀਜ਼ਾਂ ਨੂੰ ਜਦੋਂ ਤੁਹਾਡੇ ਸਾਹਮਣੇ ਉਹੀ ਚੀਜ਼ਾਂ ਘੁੰਮੀ ਜਾਣੀਆਂ ਨਾ, ਅੱਛਾ ਮੰਮੀ ਕੰਮ ਕਰਦੇ ਆ, ਸੰਘਰਸ਼ ਕਰਦੇ ਆ, ਜਾਂ ਫਾਦਰ ਨਹੀਂ ਹੈਗੇ ਜਾਂ ਕੁਛ ਇਸ ਤਰ੍ਹਾਂ ਦੇ ਆ, ਜਾਂ ਦੂਜੇ ਬੱਚੇ ਜਦੋਂ ਆਪਣੇ ਮਾਂ ਜਾਂ ਪਿਓ ਦੇ ਨਾਲ ਜਾਂ ਜਾਂਦੇ ਸੀ ਕਿਤੇ ਜਾਂ ਕੁਛ ਉਹਨਾਂ ਦੇ ਨਾਲ ਹੱਸਦੇ ਖੇਡਦੇ ਸੀਗੇ, ਤਾਂ ਮੇਰੇ ਮਨ 'ਚ ਆਉਂਦੀਆਂ ਸੀ ਇਹ ਗੱਲਾਂ ਹੈ ਨਾ ਕਿ ਜੇ ਵੀ ਮੇਰੇ ਵੀ ਹੋਣੇ ਚਾਹੀਦੇ ਸੀਗੇ, ਮੈਂ ਵੀ ਆਪਣੇ ਭੈਣਾਂ ਭਰਾਵਾਂ ਨਾਲ ਲੜਾਂ ਝਗੜਾਂ ਹੈ ਨਾ, ਉਹਨਾਂ ਦੇ ਨਾਲ ਖਿੱਚਾ ਧੂਈ ਕਰਕੇ ਚੀਜ਼ਾਂ ਵੰਡਣਾ ਕਰਾਂ। ਮਤਲਬ ਇਹ ਸਭ ਚੀਜ਼ਾਂ ਤੋਂ ਮੈਂ ਵਿਰਵੀ ਰਹੀ ਹਾਂ। ਤੇ ਕਿਤੇ ਨਾ ਕਿਤੇ ਉਹ ਸਭ ਚੀਜ਼ਾਂ ਨੇ ਮੇਰੀ ਲਾਈਫ ਦੇ ਉੱਤੇ ਇਹ ਪਾਇਆ, ਇੰਪੈਕਟ ਹੋਇਆ ਕਿ ਮੈਨੂੰ ਸ਼ਾਇਦ ਲਿਖਣ ਵੱਲ, ਜਾਂ ਮੇਰੇ ਹੱਥ 'ਚ ਕਲਮ ਫੜਾਤੀ ਜਾਂ ਮੇਰੇ ਹੱਥ 'ਚ ਕਿਤਾਬ ਫੜਾਤੀ, ਤੇ ਮੇਰਾ ਰੁਝਾਨ ਇੱਧਰ ਵਾਲੇ ਪਾਸੇ ਨੂੰ ਹੋ ਗਿਆ ਕਿ ਮੈਂ ਲਿਖਣ ਵਾਲੇ ਪਾਸੇ ਨੂੰ ਆਪਣਾ ਜਿਹੜੀ ਜੋ ਵੀ ਮੇਰੀਆਂ ਫੀਲਿੰਗਸ ਸੀਗੀਆਂ ਜਾਂ ਕੁਛ ਵੀ ਕਹਿ ਲਓ, ਹੌਲੀ ਹੌਲੀ ਫਿਰ ਇੱਦਾਂ ਲੱਗਣ ਲੱਗ ਪਿਆ ਵੀ ਇਸ ਤਰੀਕੇ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ ਆਪਣੀ। ਤੇ ਕਈ ਵਾਰੀ ਆਪਾਂ ਕਹਿੰਦੇ ਹੁੰਦੇ ਆ ਨਾ ਵੀ ਜਿਵੇਂ ਸਿਆਣਿਆਂ ਤੋਂ ਗੱਲਾਂ ਸੁਣਦੇ ਹੁੰਦੇ ਆ ਵੀ ਬਾਹਰੋਂ ਜਿਹੜਾ ਬੰਦਾ ਜਿੰਨਾ ਸ਼ਾਂਤ ਦਿਸਦਾ ਉਹਦੇ ਅੰਦਰ ਓਨਾ ਹੀ ਜ਼ਿਆਦਾ ਕੁਝ ਚੱਲ ਰਿਹਾ ਹੁੰਦਾ ਹੈ ਨਾ। ਤੇ ਮੈਨੂੰ ਲੱਗਦਾ ਤੁਹਾਡੀ ਜ਼ਿੰਦਗੀ ਤੇ ਢੁੱਕਦੀ ਹੈ ਇਹ ਚੀਜ਼। ਹਾਂ, ਕਾਫੀ ਹੱਦ ਤੱਕ ਢੁੱਕਦੀ ਹੈ। ਦੇਖਣ ਨੂੰ ਕਈ ਵਾਰੀ ਲੱਗਦਾ ਹੁੰਦਾ ਹੈ ਕਿ ਸਭ ਕੁਝ ਵਧੀਆ ਆ, ਨੌਕਰੀ ਆ, ਘਰ-ਬਾਰ ਆ, ਬੱਚੇ ਆ, ਹਸਬੈਂਡ ਆ, ਹਰ ਇੱਕ ਚੀਜ਼ ਹੈ ਘਰ ਦੇ ਵਿੱਚ, ਸੁੱਖ ਸਹੂਲਤ ਮੌਜੂਦ ਹੈ ਨਾ, ਕਿਸੇ ਚੀਜ਼ ਦੀ ਕਮੀ ਨਹੀਂ ਹੈ। ਪਰ ਕਮੀਆਂ ਜਿਹੜੀਆਂ ਹੁੰਦੀਆਂ ਜ਼ਰੂਰੀ ਨਹੀਂ ਕਿ ਉਹ ਪਦਾਰਥਕ ਹੀ ਹੋਣ। ਕਈ ਵਾਰੀ ਮਾਨਸਿਕ ਲੋੜਾਂ ਤੁਹਾਡੀਆਂ ਜਿਹੜੀਆਂ ਆ, ਰਿਸ਼ਤਿਆਂ ਲਈ ਤੁਹਾਡਾ ਜਿਹੜਾ ਇੱਕ ਚਾਅ ਮਲਾਰ ਹੁੰਦੇ ਆ, ਉਹ ਸਭ ਚੀਜ਼ਾਂ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਣੀਆਂ ਓਨੀਆਂ ਹੀ ਜ਼ਰੂਰੀ ਹੁੰਦੀਆਂ ਆ। ਤੇ ਹੁੰਦਾ ਕਈ ਵਾਰੀ ਮਨ 'ਚ ਕਈ ਕੁਛ ਚੱਲਦਾ ਹੁੰਦਾ ਹੈ, ਪਰ ਅਸੀਂ ਉਹ ਸਭ ਚੀਜ਼ਾਂ ਨੂੰ ਸ਼ਬਦਾਂ 'ਚ ਕਦੀ ਬਿਆਨ ਨਹੀਂ ਕਰ ਸਕਦੇ ਹੁੰਦੇ ਹੈਗੇ। ਉਹ ਕਈ ਵਾਰੀ ਅੰਦਰ ਹੀ ਚੱਲਦੀਆਂ ਰਹਿੰਦੀਆਂ ਗੱਲਾਂ ਬਾਤਾਂ ਹੈ ਨਾ। ਕਈ ਵਾਰੀ ਤਾਂ ਹਾਲਾਤ ਇੱਦਾਂ ਦੇ ਹੁੰਦੇ ਆ ਵੀ ਕੋਈ ਗੱਲ ਆ ਤੁਸੀਂ ਕਰ ਹੀ ਨਹੀਂ ਸਕਦੇ, ਉਹਨੂੰ ਕਿਸੇ ਨੂੰ ਸਮਝਾ ਹੀ ਨਹੀਂ ਸਕਦੇ ਕਿ ਤੁਸੀਂ ਫੀਲ ਕੀ ਕਰਦੇ ਪਏ ਹੋ। ਬਿਲਕੁਲ। ਤੇ ਇੱਦਾਂ ਬਿਲਕੁਲ ਤੁਸੀਂ ਸਹੀ ਕਿਹਾ ਆ ਵੀ ਅੰਦਰ ਬਹੁਤ ਕੁਛ ਚੱਲਦਾ ਹੁੰਦਾ ਹੈ। ਦੇਖਣ ਨੂੰ ਸਭ ਕੁਝ ਉੱਪਰੋਂ ਵਧੀਆ 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 ਲੱਗਦਾ ਹੁੰਦਾ ਆ, ਪਰ ਚੱਲੀ ਜਾਂਦਾ ਹੈ।
ਕਈ ਵਾਰੀ ਆਪਾਂ ਮਹਿਸੂਸ ਕਰਦੇ ਹੁੰਦੇ ਹਾਂ ਕਿ ਜੋ ਚੀਜ਼ ਸਾਡੀ ਜ਼ਿੰਦਗੀ 'ਚ ਨਹੀਂ ਹੈ, ਫਿਰ ਅਸੀਂ ਜਿਨ੍ਹਾਂ ਨੂੰ ਅਸੀਂ ਪੈਦਾ ਕੀਤਾ ਹੁੰਦਾ ਅਸੀਂ ਉਹਨਾਂ ਦੀ ਜ਼ਿੰਦਗੀ 'ਚੋਂ ਲਿਆਉਣ ਲਈ ਪੂਰੀ ਵਾਹ ਲਾ ਦਿੰਦੇ ਹਾਂ, ਹੈ ਨਾ, ਜਾਂ ਜਿਹੜੇ ਸਾਡੇ ਅਜ਼ੀਜ਼ ਹੁੰਦੇ ਆ। ਤੇ ਤੁਹਾਡੇ ਨਿਆਣਿਆਂ ਦਾ ਬਚਪਨ ਇਸ ਚੀਜ਼ ਨਾਲੋਂ ਵੱਖਰਾ ਹੋਵੇ, ਤੁਹਾਨੂੰ ਲੱਗਦਾ ਹੈ ਕਿ ਉਹ ਕੁਝ ਵੱਖਰਾ ਸੀ, ਤੁਸੀਂ ਉਹਨਾਂ ਨੂੰ ਕੁਝ ਵੱਖਰੇ ਤਰੀਕੇ ਦਾ ਕੁਝ ਬਚਪਨ 'ਚ ਦਿੱਤਾ ਹੋਵੇ ਜਿਹੜਾ ਤੁਹਾਨੂੰ ਲੱਗਦਾ ਕਿ ਮੈਨੂੰ ਨਹੀਂ ਮਿਲਿਆ, ਪਰ ਮੈਂ ਜੋ ਮਹਿਸੂਸ ਪਰ ਮੈਨੂੰ ਇਦਾਂ ਲੱਗਦਾ ਹੈ ਕਿ ਸਾਰੇ ਪੇਰੈਂਟਸ, ਚਾਹੇ ਉਹ ਮੇਰੇ ਵਰਗਾ ਉਹਨਾਂ ਦਾ ਅਤੀਤ ਰਿਹਾ ਹੋਵੇ ਜਾਂ ਉਹ ਨਾਰਮਲ ਰਿਹਾ ਹੋਵੇ, ਬੱਚਿਆਂ ਨੂੰ ਅਸੀਂ ਕਰਦੇ ਆ ਪਿਆਰ। ਭਾਰਤੀ ਮਾਂ-ਬਾਪ ਤਾਂ ਅਲੱਗ ਤਰ੍ਹਾਂ ਨਾਲ ਹੀ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਆ, ਔਰ ਮੈਂ ਵੀ ਬਹੁਤ ਹੀ ਜ਼ਿਆਦਾ ਪਿਆਰ ਕੀਤਾ ਤੇ ਬੱਚਿਆਂ ਨੇ ਪਲਟਾ ਕੇ ਮੈਨੂੰ ਪਿਆਰ ਵੀ ਬਹੁਤ ਦਿੱਤਾ, ਬਹੁਤ ਪਿਆਰ ਦਿੱਤਾ ਮੇਰੇ ਬੱਚਿਆਂ ਨੇ ਮੈਨੂੰ। ਤੇ ਬਹੁਤ ਮਤਲਬ ਮੈਂ ਕਹਿ ਸਕਦੀ ਹਾਂ ਕਿ ਮੈਂ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਬਚਪਨ ਨੂੰ ਹੰਢਾਇਆ ਤੇ ਮੈਂ ਵੀ ਉਹਨਾਂ ਦੇ ਬਚਪਨ 'ਚੋਂ ਆਪਣੇ ਬਚਪਨ ਨੂੰ ਇੰਜੋਏ ਕੀਤਾ ਵੀ ਉਹਨਾਂ ਦੇ ਬਚਪਨ ਦੇ ਨਾਲ ਕਦੀ ਕਦੀ ਮੈਂ ਵੀ ਬੱਚਾ ਹੀ ਬਣ ਜਾਂਦੀ ਹੁੰਦੀ ਸੀਗੀ। ਜੋ ਕੁਛ ਉਹਨਾਂ ਨੇ ਖੇਡਣਾ ਮੈਂ ਉਹਨਾਂ ਨਾਲ ਖੇਡਦੀ ਰਹਿਣਾ, ਜੋ ਕੁਛ ਉਹਨਾਂ ਨੇ ਕਰਨਾ ਮੈਂ ਕਰਦੀ ਰਹਿਣਾ, ਮੰਜਿਆਂ ਤੇ ਟੱਪਦੀ ਰਹਿਣਾ, ਕਰਦੀ ਰਹਿਣਾ, ਜਿੱਦਾਂ ਉਹ ਟੱਪਦੇ ਸੀ ਉੱਦਾਂ ਹੀ ਮੈਂ ਟੱਪਦੀ ਰਹਿੰਦੀ ਹੁੰਦੀ ਸੀਗੀ। ਹਾਂ, ਮੇਰਾ ਬਹੁਤ ਬਹੁਤ ਵਧੀਆ ਤਰੀਕੇ ਨਾਲ ਮੈਂ ਬੱਚਿਆਂ ਦੀ ਪਰਵਰਿਸ਼ ਕੀਤੀ, ਉਹਨਾਂ ਨੂੰ ਅੱਛੇ ਸੰਸਕਾਰ ਦਿੱਤੇ, ਵਧੀਆ ਉਹਨੂੰ ਲਾਈਫ ਦੇ ਵਿੱਚ ਉਹਨਾਂ ਦੀ ਐਜੂਕੇਸ਼ਨ ਵਧੀਆ ਰਹੀ ਹੈਗੀ ਆ, ਅੱਛੇ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜੇ ਆਪਾਂ ਵੱਧ ਤੋਂ ਵੱਧ ਬੱਚਿਆਂ ਨੂੰ ਇਹੀ ਕਹਿ ਸਕਦੇ ਹਾਂ ਕਿ ਜ਼ਿੰਦਗੀ ਜਿਹੜੀ ਹੈਗੀ ਆ ਉਹ ਕਿਸ ਤਰ੍ਹਾਂ ਦੀ ਹੈ, ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਵਧੀਆ ਤਰੀਕੇ ਦੇ ਨਾਲ ਬੱਚਿਆਂ ਨੂੰ ਮੈਂ ਉਹਨਾਂ ਦਾ ਪਰਵਰਿਸ਼ ਕੀਤੀ ਹੈ ਤੇ ਅੱਛੇ ਨਾਲ ਉਹੀ ਪਰਵਰਿਸ਼ ਹੈ ਕਿ ਮੇਰੀ ਬੇਟੀ ਆਪਣੇ ਸਹੁਰਿਆਂ ਦੇ ਘਰ ਬੜੇ ਵਧੀਆ ਤਰੀਕੇ ਨਾਲ ਰਹਿ ਰਹੀ ਹੈ, ਉਹਦੇ ਹਸਬੈਂਡ ਦੇ ਨਾਲ ਬੜੀ ਅੱਛੀ ਟਿਊਨਿੰਗ ਹੈ, ਸਹੁਰਿਆਂ ਨਾਲ ਬਹੁਤ ਅੱਛੀ ਟਿਊਨਿੰਗ ਹੈ, ਬਹੁਤ ਕੇਅਰਿੰਗ ਆ ਤੇ ਉਹ ਵੀ ਕਰਦੀ ਆ। ਸੋ ਜਿਹੜਾ ਮੈਨੂੰ ਇੱਦਾਂ ਲੱਗਦਾ ਹੁੰਦਾ ਹੈ ਕਿ ਜੋ ਮੈਂ ਪਰਵਰਿਸ਼ ਆਪਣੀ ਬੱਚੀ ਦੀ ਕੀਤੀ ਹੈ ਤੇ ਉਹ ਉਹਦੇ ਕੰਮ ਆ ਰਹੀ ਹੈ ਉਹਦੀ ਲਾਈਫ ਦੇ ਵਿੱਚ, ਉਹਦੇ ਵਿਆਹੁਤਾ ਜੀਵਨ ਦੇ ਵਿੱਚ। ਮੇਰਾ ਕੋਈ ਦਖਲ ਨਹੀਂ ਹੈ ਉਹਦੀ ਵਿਆਹੁਤਾ ਜ਼ਿੰਦਗੀ 'ਚ, ਬਹੁਤ ਜ਼ਿਆਦਾ ਮੈਂ ਦਖਲ ਨਹੀਂ ਕਰਦੀ, ਬਸ ਕਿ ਉਹ ਐਵੇਂ 4-4 ਘੰਟੇ ਫੋਨ ਨਹੀਂ ਕਰਦੀ, ਹਾਲ ਚਾਲ ਪੁੱਛਦੀ ਹਾਂ, ਗੱਲਬਾਤ ਕਰਦੀ ਹਾਂ, ਠੀਕ ਹੈ ਬਸ। ਉਹ ਕੀ ਕਰ ਰਹੀ ਹੈ ਕੀ ਨਹੀਂ ਕਰ ਰਹੀ ਹੈਗੀ ਮੈਂ ਬਹੁਤ ਜ਼ਿਆਦਾ ਨਾ ਉਹਨੂੰ ਦੱਸਦੀ ਹਾਂ ਵੀ ਇੱਦਾਂ ਕਰਨਾ ਚਾਹੀਦਾ ਕਿ ਨਹੀਂ। ਮੇਰੀ ਡਿਊਟੀ ਉਦੋਂ ਤੱਕ ਖਤਮ ਹੋ ਗਈ, ਉਹਦੇ ਵਿਆਹ ਤੋਂ ਪਹਿਲਾਂ ਮੈਨੂੰ ਦੱਸਣਾ ਸੀਗਾ ਉਹਨੂੰ ਕਿ ਲਾਈਫ ਕਿੱਦਾਂ ਹੁੰਦੀ ਆ ਤੇ ਉਹਨੂੰ ਕਿੱਦਾਂ ਬਿਤਾਉਣਾ ਆ। ਹੁਣ ਮੈਂ ਨਹੀਂ ਉਹਨੂੰ ਦੱਸਦੀ ਕਿ ਕੀ ਕਰਨਾ, ਹੁਣ ਮੈਂ ਉਹਨੂੰ ਬਿਲਕੁਲ ਖੁੱਲ੍ਹਾ ਛੱਡਿਆ ਹੋਇਆ, ਤੂੰ ਆਪ ਆਪਣੀ ਜ਼ਿੰਦਗੀ ਦੇ ਵਿੱਚ ਆਪ ਦੇਖਣਾ ਆ ਕਿ ਚੰਗਾ ਕੀ ਹੈ, ਕਿਵੇਂ ਰਹਿਣਾ, ਕਿਵੇਂ ਕਰਨਾ ਆ। ਮੇਰੀ ਹੁਣ ਕੋਈ ਦਖਲ ਅੰਦਾਜ਼ੀ ਨਹੀਂ, ਮੈਂ ਜੋ ਉਹਦੀ ਪਰਵਰਿਸ਼ ਜੋ ਉਹਨੂੰ ਦੱਸਣਾ ਸੀ, ਸਮਝਾਉਣਾ ਸੀ ਬੀਇੰਗ ਏ ਮਦਰ, ਉਹਨੂੰ ਮੈਂ ਸਮਝਾ ਚੁੱਕੀ ਹੋਈ ਹਾਂ। ਹਾਂਜੀ, ਤੇ ਵਧੀਆ ਆ, ਅੱਛੀ ਹੈ। ਤੁਹਾਡੀ ਇੱਕ ਕਹਾਣੀ ਸਦੀਵੀ ਪਲ ਜੀ, ਮੈਨੂੰ ਬਹੁਤ ਚੰਗੀ ਲੱਗੀ ਸੀਗੀ ਜਦੋਂ ਮੈਂ ਪੜ੍ਹੀ, ਹੈ ਨਾ, ਤੇ ਖਾਸ ਕਰਕੇ ਮੈਂ ਜਿੱਥੇ ਜਾ ਕੇ ਤੁਸੀਂ ਉਸ ਕਹਾਣੀ ਨੂੰ ਛੱਡਿਆ ਕਿ ਉਹ ਜਦੋਂ ਇੱਕ ਬੇਟੀ ਮਤਲਬ ਜਦੋਂ ਉਹਦੀ ਆਪਾਂ ਰਾਤ ਦੀ ਪ੍ਰਤੀਕਿਰਿਆ ਪੜ੍ਹਦੇ ਹਾਂ ਤਾਂ ਆਪਾਂ ਨੂੰ ਲੱਗਦਾ ਕਿ ਸ਼ਾਇਦ ਬੱਚੇ ਦੇ ਮਨ 'ਚ ਹੁਣ ਮਾਂ ਲਈ ਬਹੁਤ ਸਾਰੀ ਨਾਰਾਜ਼ਗੀ ਭਰ ਗਈ ਹੋਊਗੀ, ਹੈ ਨਾ, ਪਰ ਜਦੋਂ ਉਹ ਆਪਣੀ ਮਾਂ ਨਾਲ ਨਜ਼ਰਾਂ ਮਿਲਾਉਂਦੀ ਆ ਤੇ ਉੱਥੇ ਲਿਜਾ ਕੇ ਤੁਸੀਂ ਕਹਾਣੀ ਨੂੰ ਛੱਡਿਆ ਕਿ ਇੱਕ ਬੱਚਾ ਸਕੂਨ 'ਚ ਹੈ ਕਿ ਉਹਨੇ ਆਪਣੀ ਮਾਂ ਨੂੰ ਇੰਨੇ ਲੰਮੇ ਸਮੇਂ ਬਾਅਦ, ਹੈ ਨਾ, ਖੁਸ਼ ਵੇਖਿਆ। ਬਿਲਕੁਲ। ਤੇ ਇਹ ਕਹਾਣੀ ਮਤਲਬ ਤੁਸੀਂ ਬਹੁਤ ਇਹ ਮਤਲਬ ਲੋਕੀ ਵੈਸੇ ਇਹੀ ਕਹਿਣਗੇ ਜਦੋਂ ਜਿਹੜੇ ਥੋੜੇ ਜਿਹੇ ਪਿਛਾਂਹ ਸੋਚਣ ਵਾਲੇ ਹੁੰਦੇ ਨੇ ਨਾ ਕਿ ਇੱਕ ਮਦਰ ਤੇ ਇੱਕ ਧੀ ਨੂੰ ਏਦਾਂ ਡਿਸਕ੍ਰਾਈਬ ਨਹੀਂ ਕੀਤਾ ਜਾਣਾ ਚਾਹੀਦਾ, ਪਰ ਉਹਨੂੰ ਲਿਖਣ ਵੇਲੇ ਤੁਹਾਡੇ ਮਨ 'ਚ ਕੀ ਖਿਆਲ ਆਇਆ ਸੀ? ਐਕਚੁਅਲੀ ਮੈਂ ਤੁਹਾਨੂੰ ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਵੀ ਕੁਛ ਦੱਸਣਾ ਚਾਹੁੰਦੀ ਹਾਂ ਕਿ ਜਿਹੜੀਆਂ ਮੇਰੀਆਂ ਕਹਾਣੀਆਂ ਹੁੰਦੀਆਂ ਨਾ, ਆਮ ਤੌਰ 'ਤੇ ਬਹੁਤ ਸਾਰੇ ਲੋਕ ਕਹਿੰਦੇ ਹੁੰਦੇ ਆ ਕਿ ਸਾਡੀ ਕਹਾਣੀ ਦਾ ਫਲਾਂ ਪਾਤਰ ਹੈ, ਸਾਡੀ ਕਹਾਣੀ ਦਾ ਫਲਾਂ, ਤੇ ਅਸੀਂ ਇਹ ਸੱਚੀ ਮੁੱਚੀ ਰੀਅਲ ਘਟਨਾ ਹੈ ਜਾਂ ਕੁਛ ਇਸ ਤਰ੍ਹਾਂ ਕੁਛ ਨਹੀਂ ਹੁੰਦਾ। ਮੇਰੀ ਕੋਈ ਇੱਕ ਪਾਤਰ ਵੀ ਹੋਵੇ ਨਾ, ਕੋਈ ਇੱਕ ਵੀ, ਤੇ ਉਹਦੇ ਵਿੱਚ 100 ਪਾਤਰਾਂ ਨੂੰ ਮਿਲਾ ਕੇ ਇੱਕ ਪਾਤਰ ਬਣਦਾ ਆ। ਪਰ ਇਹ ਜਿਹੜੀ ਕਹਾਣੀ ਆ ਵਿਸ਼ੇਸ਼ ਤੌਰ 'ਤੇ, ਇਹ ਕਹਾਣੀ ਦਾ ਆਈਡੀਆ ਮੈਨੂੰ ਜਿੱਥੋਂ ਆਇਆ ਕਿ ਇੱਕ ਲੜਕੀ ਸੀ ਮੇਰੇ ਸੰਪਰਕ ਵਿੱਚ, ਮੇਰੀ ਬੇਟੀ ਦੀ ਉਮਰ ਦੀ ਸੀਗੀ, ਤੇ ਉਹਦੇ ਫਾਦਰ ਦੀ ਡੈਥ ਹੋ ਗਈ ਸੀਗੀ ਬਹੁਤ ਛੋਟੇ ਹੁੰਦਿਆਂ ਤੋਂ ਹੀ। ਤੇ ਉਹ ਜਦੋਂ ਇੱਕ ਵਾਰੀ ਮੇਰੇ ਸੰਪਰਕ 'ਚ ਆਈ ਤੇ ਉਹਨੇ ਮੇਰੇ ਨਾਲ ਗੱਲ ਕੀਤੀ ਤੇ ਮੈਂ ਬੜੀ ਹੈਰਾਨ ਹੋਈ ਕਿ ਇੰਨੀ ਛੋਟੀ ਉਮਰ 'ਚ ਲੜਕੀ ਇੱਦਾਂ ਕਿੱਦਾਂ ਸੋਚ ਰਹੀ ਆ। ਕਹਿੰਦੀ ਕਿ ਆਂਟੀ ਮੇਰੀ ਤਾਂ ਹੁਣ ਸ਼ਾਦੀ ਹੋ ਜਾਣੀ ਹੈ, ਮੇਰੀ ਸ਼ਾਦੀ ਦੀ ਉਮਰ ਹੋ ਗਈ ਆ, ਮੈਂ ਚਾਹੁੰਦੀ ਹਾਂ ਕਿ ਮੇਰੀ ਜਿਹੜੀ ਮੰਮਾ ਆ ਨਾ ਉਹ ਵੀ ਸੈਟਲ ਹੋਣ ਲਾਈਫ ਦੇ ਵਿੱਚ। ਅੱਛਾ ਜੀ। ਮੈਂ ਚਾਹੁੰਦੀ ਹਾਂ ਕਿ ਮੇਰੀ ਮੰਮੀ ਸ਼ਾਦੀ ਕਰਨ। ਹਾਂਜੀ।
ਤੇ ਮੈਨੂੰ ਮੈਂ ਕਿਹਾ ਇੰਨੀ ਛੋਟੀ ਉਮਰ 'ਚ ਇਹ ਕਿੱਦਾਂ ਮਤਲਬ ਐਡੀ ਵੱਡੀ ਗੱਲ ਸੋਚ ਸਕਦੀ ਹੈ ਹਨਾ, ਵੀ ਨਹੀਂ ਤਾਂ ਲੜਕੀਆਂ ਆਮ ਤੌਰ ਤੇ ਇਦਾਂ ਦੀ ਗੱਲ ਨਹੀਂ ਸੋਚਦੀਆਂ ਹੈਗੀਆਂ। ਕਹਿੰਦੀ ਨਹੀਂ, ਮੇਰੀ ਮੰਮੀ ਨੇ ਬਹੁਤ ਸੰਘਰਸ਼ ਹੰਢਾਇਆ ਆ, ਬਹੁਤ ਕੁਛ ਕੀਤਾ ਆ, ਕਿ ਬਹੁਤ ਘੱਟ ਸਮਾਂ ਹੀ ਉਹਨਾਂ ਦੀ ਲਾਈਫ ਦੇ ਵਿੱਚ ਮੇਰੇ ਫਾਦਰ ਰਹੇ ਆ, ਉਹ 2 ਅਸੀਂ ਭੈਣ ਭਰਾ ਹੋਏ ਆ, ਤੇ ਉਸ ਤੋਂ ਬਾਅਦ ਮੇਰੀ ਮੰਮੀ ਨੇ ਬਹੁਤ ਸਾਨੂੰ ਸਮਾਂ ਦਿੱਤਾ ਆ। ਵੀ ਮੈਂ ਚਾਹੁੰਦੀ ਹਾਂ ਕਿ ਉਹਨਾਂ ਦੀ ਲਾਈਫ ਆਉਣ ਵਾਲੀ ਜਿਹੜੀ ਆ ਵੀ ਜੇ ਮੈਂ ਵਿਆਹ ਕਰਾ ਕੇ ਆਪਣੇ ਪਤੀ ਦੇ ਘਰ ਚਲ ਜਾਂਦੀ ਆ, ਮੇਰਾ ਭਰਾ ਵਿਆਹ ਕਰਾ ਕੇ ਆਪਣੀ ਵਾਈਫ ਦੇ ਨਾਲ ਕਿਤੇ ਸੈਟਲ ਹੋ ਜਾਂਦਾ, ਮੇਰੀ ਮਾਂ ਨੇ ਇਕੱਲੀ ਨੇ ਰਹਿ ਜਾਣਾ ਆ। ਹਾਂਜੀ। ਤੇ ਇਸ ਕਹਾਣੀ ਦਾ ਆਈਡੀਆ ਮੈਨੂੰ ਉਸ ਲੜਕੀ ਦੀ ਉਸ ਸੋਚ ਤੋਂ ਆਇਆ ਕਿ ਕੁੜੀਆਂ ਇੱਦਾਂ ਦਾ ਵੀ ਰੱਖਦੀਆਂ, ਸੋਚ ਰੱਖਦੀਆਂ ਆ ਆਪਣੀ ਮਾਂ ਦੇ ਪ੍ਰਤੀ, ਵੀ ਨਹੀਂ ਤਾਂ ਆਮ ਤੌਰ ਤੇ ਲੜਕੇ ਇੱਦਾਂ ਦੀ ਸੋਚ ਘੱਟ ਰੱਖਦੇ ਆ, ਕੁੜੀਆਂ ਰੱਖਦੀਆਂ ਆ। ਤੇ ਉਹ ਕਹਾਣੀ ਦਾ ਜਿਹੜਾ ਮੁੱਢ ਵੱਜਾ ਸੀਗਾ ਉਹਦੀ ਵਾਰਤਾਲਾਪ ਚੋਂ ਵੱਜਾ। ਤੇ ਮਤਲਬ ਕਿ ਮੈਂ ਤੁਹਾਨੂੰ ਇਹ ਖੁਸ਼ਕਿਸਮਤੀ ਦੀ ਗੱਲ ਦੱਸਦੀ ਹਾਂ ਕਿ ਉਸ ਕੁੜੀ ਨੇ ਆਪਣੇ ਵਿਆਹ ਤੋਂ ਪਹਿਲਾਂ ਉਹਦੀ ਮਦਰ ਦਾ ਵਿਆਹ ਹੋ ਗਿਆ। ਅੱਛਾ ਜੀ। ਉਹਨੇ ਖੁਦ ਕਰਿਆ ਮਤਲਬ ਸਾਰਾ ਕੁਛ, ਤੇ ਉਹਨੂੰ ਕੋਈ ਇਤਰਾਜ਼ ਕੁਛ ਨਹੀਂ ਇਸ ਤਰ੍ਹਾਂ ਰਿਹਾ। ਉਹਦੀ ਮਦਰ ਵੀ ਸੈਟਲਡ ਹੈ, ਆਪ ਵੀ, ਫਿਰ ਲੜਕੀ ਦੀ ਸ਼ਾਦੀ ਹੋ ਗਈ ਤੇ ਅੱਛੇ ਨਾਲ ਰਹਿ ਰਹੇ ਆ ਹੁਣ ਕਾਫੀ ਸਾਲਾਂ ਤੋਂ, ਵਧੀਆ ਤਰੀਕੇ ਦੇ ਨਾਲ। ਤੇ ਹੁੰਦਾ ਆ ਕੁੜੀਆਂ ਨੂੰ ਜਿੱਦਾਂ ਆਪਾਂ ਕਹਿੰਦੇ ਆ, ਮੇਲ ਮੁੰਡੇ ਜਿਹੜੇ ਆ ਉਹਨਾਂ ਨੂੰ ਇਹ ਗੱਲ ਨਹੀਂ ਪਚਦੀ, ਉਹਨਾਂ ਨੂੰ ਆਮ ਸੁਸਾਇਟੀ ਵੀ ਇਹੀ ਕਹਿੰਦੀ ਆ ਮੁੰਡੇ ਦੇ ਸਿਰ ਤੇ ਜ਼ਿੰਦਗੀ ਕੱਟ ਲਓ ਜਾਂ ਕੁਛ ਇੱਦਾਂ ਦਾ ਹਨਾ। ਪਰ ਲੜਕੀਆਂ ਜਿਹੜੀਆਂ ਆ ਉਹ ਸੂਖਮ ਸੋਚ ਰੱਖਦੀਆਂ ਆ, ਮੈਂ ਜਿੱਦਾਂ ਸੋਚਦੀ ਆ, ਜਾਂ ਕਹਿ ਲਓ ਕਿ ਸ਼ਾਇਦ ਮੈਂ ਸੂਖਮ ਸੋਚ ਰੱਖਦੀ ਹੋਵਾਂ, ਤਾਂ ਮੈਨੂੰ ਇੱਦਾਂ ਲੱਗਦਾ ਹੈ ਕਿ ਸਾਰੀਆਂ ਲੜਕੀਆਂ ਜਿਹੜੀਆਂ ਉਹ ਸੂਖਮ ਸੋਚਦੀਆਂ ਆ। ਉਹਨੇ ਸੋਚਿਆ ਹੋਣਾ ਹੈ ਕਿ ਮੇਰਾ ਵਿਆਹ ਹੋ ਗਿਆ ਤੇ ਮੇਰੀ ਮਦਰ ਕਿੱਦਾਂ ਇਕੱਲੀ ਰਹੂਗੀ, ਉਹਨੇ ਸਾਰੀ ਉਮਰ ਤਾਂ ਵਿਚਾਰੀ ਨੇ ਇਕੱਲੀ ਕੱਢੀ, ਉਹ ਤਾਂ ਸਾਡੇ ਨਾਲ ਕੱਟ ਲਈ, ਹੁਣ ਜਦੋਂ ਅਸੀਂ ਸੈਟਲ ਹੋ ਜਾਣਾ ਆ ਤੇ ਫਿਰ ਤਾਂ ਟੋਟਲੀ ਇਕੱਲੀ ਰਹਿ ਜਾਣਾ ਆ। ਤੇ ਕੁੜੀਆਂ ਸੂਖਮ ਸੋਚਦੀਆਂ ਆ, ਕੁੜੀਆਂ ਮਾਂ ਬਾਪ ਦੇ ਪ੍ਰਤੀ ਇੱਕ ਅਲੱਗ ਤਰ੍ਹਾਂ ਦੀ ਭਾਵਨਾ ਰੱਖਦੀਆਂ ਹੈਗੀਆਂ ਆ। ਸੋ ਉਸ ਕਹਾਣੀ ਦਾ ਜਨਮ ਜਿਹੜਾ ਹੈ ਉਹ ਇਸ ਤਰੀਕੇ ਦੇ ਨਾਲ ਹੋਇਆ। ਤੇ ਫਿਰ ਮੈਂ ਇਹ ਕਹਾਣੀ ਲਿਖੀ, ਬਹੁਤ ਲੋਕਾਂ ਨੇ ਕਹਾਣੀ ਪਸੰਦ ਕੀਤੀ, ਤੇ ਇਹ ਕਹਾਣੀ ਮੈਂ ਡਲਹੌਜ਼ੀ ਕਹਾਣੀ ਗੋਸ਼ਟੀ 'ਚ ਪੜ੍ਹੀ ਸੀ, ਮੇਰੀ 3ਜੀ ਜਾਂ 4ਥੀ ਕਹਾਣੀ ਸੀਗੀ ਇਹ। ਹਾਂਜੀ। ਤੇ ਉੱਥੇ ਕਾਫੀ ਇਸ ਕਹਾਣੀ ਤੇ ਚਰਚਾ ਹੋਈ ਤੇ ਵਧੀਆ ਇਹਦੇ ਪ੍ਰਤੀਕਰਮ ਆਏ ਕਿ ਹਾਂ ਵੀ ਇੱਦਾਂ ਵੀ ਹੋ ਸਕਦਾ ਹੁੰਦਾ ਆ। ਤੇ ਅੱਛੀ ਲੱਗਦੀ ਹੈ ਮੈਨੂੰ ਵੀ, ਮੇਰੇ ਦਿਲ ਦੇ ਵੀ ਬਹੁਤ ਕਰੀਬ ਹੈ ਉਹ ਕਹਾਣੀ, ਮੈਨੂੰ ਵੀ ਚੰਗੀ ਲੱਗਦੀ ਹੈ। ਇੱਕ ਚੀਜ਼ ਹੋਰ ਜਿਹੜੀ ਮੈਨੂੰ ਹਮੇਸ਼ਾ ਲੱਗਦੀ ਹੁੰਦੀ ਹੈ ਕਿ ਜਿਵੇਂ ਦਾ ਕੋਈ ਲਿਖਦਾ ਹੈ ਨਾ, ਤੇ ਪੜ੍ਹਨ ਵਾਲੇ ਜਾਂ ਜਿਹੜੇ ਤੁਹਾਡੇ ਸਮਕਾਲੀ ਵੀ ਨੇ ਲਿਖਣ ਵਾਲੇ, ਉਹ ਇੱਕ ਇਮੇਜ ਬਣਾ ਲੈਂਦੇ ਨੇ ਬੰਦੇ ਦੀ, ਕਿ ਜੇ ਕੋਈ ਬਹੁਤ ਅਗਾਂਹ ਵਧੂ ਲਿਖ ਰਿਹਾ ਤਾਂ ਸ਼ਾਇਦ ਉਹ ਮਤਲਬ ਉਹਦੀ ਪਰਸਨੈਲਿਟੀ ਵੀ ਇਸੇ ਤਰੀਕੇ ਦੀ ਆ। ਤੇ ਤੁਹਾਨੂੰ ਲੱਗਦਾ ਕਿ ਤੁਹਾਡੇ ਲਈ ਵੀ ਲੋਕਾਂ ਦੇ ਮਨਾਂ 'ਚ ਕੋਈ ਇੱਦਾਂ ਦੀ ਇਮੇਜ ਬਣੀ ਹੋਈ ਹੈ? ਪਤਾ ਨਹੀਂ। ਹਾਂਜੀ, ਕੋਈ ਇੱਦਾਂ ਦੀ ਨੈਗੇਟਿਵ ਪ੍ਰਤੀਕਿਰਿਆ ਕਦੀ ਆਈ ਹੈ? ਨੈਗੇਟਿਵ ਪ੍ਰਤੀਕਿਰਿਆ ਹੁਣ ਤਾਂ ਨਹੀਂ ਆਈ, ਵੈਸੇ ਸ਼ੁਰੂ 'ਚ ਆਈਆਂ। ਹਾਂਜੀ। ਸ਼ੁਰੂ ਦੇ ਵਿੱਚ ਨਾ ਮੈਂ ਕਹਾਣੀ ਲਿਖਦੀ ਸੀਗੀ ਤਾਂ ਮੈਂ ਫ਼ੋਨ ਨੰਬਰ ਨਹੀਂ ਸੀ ਦਿੰਦੀ ਹੁੰਦੀ। ਹਾਂਜੀ। ਈਮੇਲ ਐਡਰੈਸ ਹੁੰਦਾ ਸੀਗਾ। ਤੇ ਸ਼ੁਰੂ ਜਦੋਂ ਮੈਂ ਕਹਾਣੀਆਂ ਲਿਖੀਆਂ ਤੇ ਮਤਲਬ ਉਦੋਂ ਮੈਨੂੰ 5-4 ਈਮੇਲਸ ਇੱਦਾਂ ਦੀਆਂ ਆਈਆਂ ਹਨਾ, ਵੀ ਮਤਲਬ ਜਿਹੜੀਆਂ ਨਹੀਂ ਆਉਣੀਆਂ ਚਾਹੀਦੀਆਂ ਸੀ, ਮੈਂ ਫੀਲ ਕਰਦੀ ਸੀ ਇੱਦਾਂ। ਪਰ ਅੱਜ ਜਦੋਂ ਸੋਚਦੀ ਹਾਂ ਤਾਂ ਮੈਂ ਕਹਿੰਦੀ ਹਾਂ ਕਿ ਦੁਨੀਆ ਦੇ ਵਿੱਚ ਬਹੁਤ ਤਰ੍ਹਾਂ ਦੇ ਬੰਦੇ ਹੁੰਦੇ ਆ, ਬਹੁਤ ਤਰ੍ਹਾਂ ਦੀ ਲੋਕ ਹੈ, ਬਹੁਤ ਤਰ੍ਹਾਂ ਦੇ ਪੜ੍ਹਨ ਵਾਲੇ ਹੈ, ਪਾਠਕ ਹੈ, ਕਿਸੇ ਨੂੰ ਕੁਛ ਪਸੰਦ ਆਉਂਦਾ, ਕਿਸੇ ਨੂੰ ਕੁਛ ਪਸੰਦ ਆਉਂਦਾ ਆ। ਤੇ ਅੱਛਾ, ਮੈਂ ਇਹ ਗੱਲ ਉਦੋਂ ਸ਼ੁਰੂ 'ਚ ਮਹਿਸੂਸ ਕੀਤੀ ਕਿਉਂਕਿ ਮੈਂ ਤਾਂ ਲੇਟ ਲਿਖਣਾ ਸ਼ੁਰੂ ਕੀਤਾ। ਜਦੋਂ ਕਿਸੇ ਨੂੰ ਲੱਗਦਾ ਸੀਗਾ ਕਿ ਪਹਿਲੀ ਦੂਜੀ ਕਹਾਣੀਆਂ 'ਤੇ ਆਮ ਤੌਰ 'ਤੇ ਇਹ ਪ੍ਰਭਾਵ ਪੈਂਦਾ ਸੀ ਕਿਉਂਕਿ ਲੋਕ ਜਾਣਦੇ ਨਹੀਂ ਸੀਗੇ ਤੇ ਵੀ ਕੋਈ ਨਵੀਂ ਲਿਖਣ ਵਾਲੀ ਹੋਣੀ ਆ ਨਾ, ਕੋਈ ਯੰਗ ਲੜਕੀ ਹੋਣੀ ਆ ਜਾਂ ਕੁਛ ਇਸ ਤਰ੍ਹਾਂ ਹੋਣਾ ਹੈ, ਤੇ ਲੋਕ ਥੋੜ੍ਹਾ ਹੀ ਲਿਬਰਟੀ ਲੈਣ ਦੀ ਕੋਸ਼ਿਸ਼ ਕਰਦੇ ਸੀਗੇ। ਜਦ ਕਿ ਮੈਂ ਮੈਚਿਓਰ ਸੀ, ਮੈਂ ਬੱਚੇ ਸੀਗੇ, ਮੇਰੇ ਹਸਬੈਂਡ, ਫੈਮਿਲੀ ਸਾਰਾ ਕੁਛ ਹੀ ਸੀਗਾ, ਤੇ ਮੈਂ ਇੰਨੀ ਕੁ ਸਮਝ ਵੀ ਵਿਕਸਿਤ ਹੋ ਚੁੱਕੀ ਸੀ ਕਿ ਫਲਾਂ ਬੰਦਾ ਵੀ ਕਿਸ ਐਂਗਲ ਤੋਂ ਇਹ ਗੱਲਬਾਤ ਜਿਹੜੀ ਹੈ ਉਹ ਕਰ ਰਿਹਾ ਹੈਗਾ ਆ। ਤੇ ਫਿਰ ਮੈਂ ਆਪਣੇ ਹਿਸਾਬ ਦੇ ਨਾਲ ਉਹਨਾਂ ਨੂੰ ਮਤਲਬ ਕਿ ਜਵਾਬ ਦੇ ਦਿੰਦੀ ਸੀ, ਕਈਆਂ ਨੂੰ ਠੋਕ ਕੇ ਵੀ ਜਵਾਬ ਦਿੱਤੇ ਮੈਂ। ਤੇ ਫਿਰ ਉਸ ਤੋਂ ਬਾਅਦ ਹੌਲੀ ਫਿਰ ਜਦੋਂ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਹੈ ਨਾ, ਤੇ ਵੀ ਠੀਕ ਆ, ਫਿਰ ਨਹੀਂ ਕੋਈ ਪ੍ਰੋਬਲਮ ਆਈ ਹੈ ਮੈਨੂੰ ਸ਼ੁਰੂ 'ਚ ਪ੍ਰੋਬਲਮ। ਸ਼ੁਰੂ ਦੇ ਵਿੱਚ ਨਾ ਮੇਲ ਮੇਰੇ ਕੋਲ ਹਾਲੇ ਵੀ ਸ਼ਾਇਦ ਉਹ ਮੇਲ ਪਈਆਂ ਹੋਣਗੀਆਂ ਕਿਤੇ ਨਾ ਕਿਤੇ, ਬਹੁਤ ਸਾਲ ਪਹਿਲਾਂ ਦੀ ਗੱਲ ਹੈ। ਤੇ ਹਰ ਬੰਦਾ ਮੈਨੂੰ ਇੱਦਾਂ ਲੱਗਦਾ ਹੁੰਦਾ ਹੈ ਕਿ ਟੋਹ ਕੇ ਇੱਕ ਵਾਰੀ ਜ਼ਰੂਰ ਦੇਖਣ ਦੀ ਕੋਸ਼ਿਸ਼ ਹੁੰਦੀ ਹੈ ਨਾ। ਤੇ ਪਰ ਇਹ ਤੁਹਾਡੇ 'ਤੇ ਕਰਦਾ ਹੁੰਦਾ ਆ ਡਿਪੈਂਡ ਕਿ ਮੈਨੂੰ ਇੱਦਾਂ ਲੱਗਦਾ ਹੁੰਦਾ ਹਰ ਇੱਕ ਲਿਖਣ ਵਾਲੀ, ਖਾਸ ਕਰਕੇ ਔਰਤ ਨੂੰ, ਜਦੋਂ ਕੋਈ ਬਿਨਾਂ ਮਤਲਬ ਦੀ ਵਾਹੀ ਦੇ ਰਿਹਾ ਆ ਕੋਈ,
ਬਿਨਾਂ ਮਤਲਬ ਤੋਂ, ਜਾਂ ਤੁਹਾਨੂੰ ਖੁਦ ਨੂੰ ਪਤਾ ਹੀ ਹੁੰਦਾ ਹੈ ਕਿ ਤੁਸੀਂ ਕਿੰਨੀ ਕੁ ਵੱਡੀ ਰਚਨਾ ਲਿਖ ਦਿੱਤੀ ਆ ਵੀ ਇਹਦੇ ਵਾਸਤੇ ਤੁਹਾਨੂੰ ਐਵੇਂ ਚਨੇ ਦੇ ਝਾੜ ਤੇ ਚੜਾਇਆ ਜਾ ਰਿਹਾ ਤੇ ਉਹਦੇ ਪਿੱਛੇ ਕੀ ਮਕਸਦ ਹੈਗਾ ਜਾਂ ਕੀ ਗੱਲਬਾਤ ਹੈ, ਇਹ ਔਰਤ ਨੂੰ ਸਮਝ ਹੁੰਦੀ ਹੈ ਵੈਸੇ, ਪਤਾ ਲੱਗ ਜਾਂਦਾ ਹੈਗਾ ਆ। ਤੇ ਮੈਨੂੰ ਤਾਂ ਲੱਗ ਜਾਂਦਾ ਪਤਾ, ਬਸ ਕਈ ਅੱਜ ਕੱਲ੍ਹ ਮੈਂ ਕਈ ਵਾਰੀ ਫੇਸਬੁੱਕ ਤੇ ਪੜ੍ਹਦੇ ਆ ਜੀ ਵੀ ਔਰਤਾਂ ਦਾ ਸ਼ੋਸ਼ਣ ਹੁੰਦਾ ਆ, ਔਰਤਾਂ ਇੱਦਾਂ ਹੁੰਦੀਆਂ ਆ, ਉਹਨਾਂ ਨੂੰ ਭਰਮਾਇਆ ਜਾਂਦਾ ਹੈਗਾ ਵੀ ਕੋਈ ਕਿਸੇ ਨੂੰ ਕਿੱਦਾਂ ਭਰਮਾ ਸਕਦਾ ਹੈ, ਕਿੱਦਾਂ ਭਰਮਾ ਲੂਗਾ, ਬਿਲਕੁਲ ਕੋਈ ਕਿਸੇ ਨੂੰ ਕਿੱਦਾਂ ਭਰਮਾ ਲੂਗਾ। ਤੁਸੀਂ ਭਰਮਾ ਹੋਣ ਲਈ ਰੈਡੀ ਹੋ ਰਹੇ ਹੋ ਤੇ ਕਿਸੇ ਹੱਦ ਤੱਕ, ਤੇ ਫੇਰ ਹੀ ਤੁਸੀਂ ਭਰਮਾਏ ਜਾ ਰਹੇ ਹੋ। ਜੇ ਤੁਸੀਂ ਕਲਮ ਚੱਕੀ ਆ, ਜੇ ਤੁਹਾਨੂੰ ਇਹ ਪਤਾ ਹੈ ਕਿ ਤੁਸੀਂ ਸਮੱਸਿਆਵਾਂ ਨੂੰ ਫੇਸ ਕਰਦੇ ਹੋ, ਲਿਖਦੇ ਹੋ, ਤੇ ਫਿਰ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਵੀ ਸਮਾਜ ਦੇ ਵਿੱਚ ਕਿਸ ਤਰ੍ਹਾਂ ਦੀ ਦੁਨੀਆ ਰਹਿ ਰਹੀ ਹੈ, ਕਿਸ ਤਰ੍ਹਾਂ ਦੇ ਲੋਕ ਰਹਿ ਰਹੇ ਆ। ਫਿਰ ਆਪਾਂ ਕਿੱਦਾਂ ਭਰਮ ਜਾਲ 'ਚ ਫਸਦੇ ਹਾਂ ਕਿਸੇ ਦੇ ਵਿੱਚ। ਤਾਂ ਅਸੀਂ ਕਿਸੇ ਨੂੰ ਬਲੇਮ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਝਾਤ ਜ਼ਰੂਰ ਮਾਰਨੀ ਚਾਹੀਦੀ ਹੈ ਕਿ ਕੋਈ ਨਹੀਂ ਸਾਨੂੰ ਫਸਾ ਸਕਦਾ, ਕੋਈ ਨਹੀਂ ਸਾਨੂੰ ਸਾਡਾ ਸ਼ੋਸ਼ਣ ਕਰ ਸਕਦਾ ਜਦ ਤੱਕ ਕਿ ਅਸੀਂ ਖੁਦ ਨਹੀਂ ਇਜਾਜ਼ਤ ਦਿੰਦੇ ਹੈਗੇ ਕਿਸੇ ਨੂੰ। ਇੱਦਾਂ ਵੀ ਨਹੀਂ ਹੈਗਾ, ਤੁਸੀਂ ਵਿਚਰਦੇ ਹੋ, ਅਸੀਂ ਵੀ ਜਾਂਦੇ ਹਾਂ ਆਉਂਦੇ ਹਾਂ ਸਭ ਜਗ੍ਹਾ ਤੇ ਕਿਸੇ ਦੀ ਕੋਈ ਹਿੰਮਤ ਨਹੀਂ ਹੁੰਦੀ ਹੈਗੀ। ਇਹ ਔਰਤ ਨੂੰ ਖੁਦ ਹੀ, ਲਿਖਣ ਵਾਲੀਆਂ ਨੂੰ ਵੀ, ਜਾਂ ਆਮ ਵੀ, ਕੋਈ ਵੀ ਹੈ, ਜ਼ਰੂਰੀ ਨਹੀਂ ਕਿ ਲੇਖਕਾਵਾਂ ਜਾਂ ਔਰਤਾਂ ਜਾਂ ਕੋਈ ਹੋਰ ਹੈ, ਕਿਸੇ ਵੀ ਫੀਲਡ ਦੇ ਵਿੱਚ ਅਗਰ ਤੁਸੀਂ ਕਰਦੇ ਹੋ ਤੇ ਤੁਹਾਨੂੰ ਖੁਦ ਨੂੰ ਪਤਾ ਹੁੰਦਾ ਹੈ ਕਿ ਇਹ ਸ਼ੋਸ਼ਣ ਹੋ ਰਿਹਾ ਹੈ ਜਾਂ ਹੋਰ ਹੋਣ ਜਾ ਰਿਹਾ ਹੈਗਾ ਆ। ਅਚਨਚੇਤ ਕੁਝ ਵੀ ਨਹੀਂ ਵਾਪਰਦਾ, ਹਾਂਜੀ, ਉਹਦੇ ਲਈ ਪਹਿਲਾਂ ਗਰਾਊਂਡ ਬਣਦੀ ਆ ਔਰ ਤੁਸੀਂ ਉਸ ਗਰਾਊਂਡ ਰਿਐਲਿਟੀ ਤੋਂ ਵਾਕਿਫ ਹੁੰਦੇ ਹੋ। ਬਿਲਕੁਲ। ਤੇ ਫਿਰ ਉਹ ਸਭ ਕੁਝ ਜਾਣਦੇ ਹੋਏ ਵੀ ਅਗਰ ਤੁਸੀਂ ਉਸ ਟਰੈਪ 'ਚ ਫਸਦੇ ਹੋ ਤਾਂ ਫਿਰ ਇਹਦੇ ਵਿੱਚ ਕਿਤੇ ਨਾ ਕਿਤੇ ਤਾਂ ਕਸੂਰ ਆਪਣਾ ਵੀ ਤਾਂ ਹੁੰਦਾ ਹੀ ਹੈ। ਅਸੀਂ ਕਿਸੇ ਨੂੰ ਕਿੱਦਾਂ ਬਲੇਮ ਕਰ ਸਕਦੇ ਹਾਂ? ਇਹ ਸਭ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਹਰੇਕ ਨੂੰ ਹੀ, ਔਰਤਾਂ ਨੂੰ ਖਾਸ ਕਰਕੇ। ਜਿਵੇਂ ਘਰਾਂ 'ਚ ਜਿਹੜੀਆਂ ਕੁੜੀਆਂ ਜਾਂ ਬੀਬੀਆਂ ਰਹਿੰਦੀਆਂ ਨੇ ਹਨਾ, ਉਹਨਾਂ ਨੂੰ ਤਾਂ ਜ਼ਰੂਰ ਲੱਗਦਾ ਹੁੰਦਾ ਕਿ ਬਾਹਰ ਨਿਕਲਣਾ, ਕਿਸੇ ਨਾਲ ਗੱਲ ਕਰਨਾ ਮੇਰੇ ਲਈ ਬਹੁਤ ਵੱਡੀ ਇੱਕ ਚੁਣੌਤੀ ਆ, ਜਾਂ ਬਹੁਤ ਲੰਮਾ ਸਮਾਂ ਤੁਸੀਂ ਘਰਾਂ 'ਚ ਰਹਿੰਦੇ ਹੋ, ਤੁਹਾਡੇ 'ਚ ਉਹ ਕੌਨਫੀਡੈਂਸ ਨਹੀਂ ਰਹਿੰਦਾ। ਪਰ ਮੈਨੂੰ ਲੱਗਦਾ ਇੱਕ ਸਮਝ ਵਾਲੀ ਨਬਜ਼ ਹਮੇਸ਼ਾ ਹੁੰਦੀ ਆ ਕਿ ਤੁਹਾਡੇ ਵੱਲ ਕੋਈ ਮਾੜੀ 'ਚ ਵੀ ਕਿਸੇ ਨਜ਼ਰ ਨਾਲ ਦੇਖਦਾ ਤਾਂ ਉਹਨੂੰ ਸਮਝ ਆ ਜਾਂਦੀ ਹੈ ਕਿ ਇੱਜ਼ਤ ਵਾਲੀ ਨਜ਼ਰ ਹੈ ਜਾਂ ਫਿਰ ਕਿਸੇ ਹੋਰ ਤਰੀਕੇ ਦੀ ਨਜ਼ਰ ਹੈ। ਬਿਲਕੁਲ ਬਿਲਕੁਲ ਸਮਝ ਆ ਜਾਂਦੀ ਹੈ। ਮੈਂ ਤਾਂ ਕਹਿੰਦੀ ਔਰਤ ਕੋਲ ਤਾਂ 7th ਸੈਂਸ ਵੀ ਹੈਗੀ ਹੈ, ਆਮ ਜਨਤਾ ਕੋਲ ਤੇ 6th ਹੀ ਹੁੰਦੀ ਹੈ। ਆਪਾਂ ਕਹਿੰਦੇ ਨਾ ਜੀ 5 ਸੈਂਸਿਸ ਜਾਂ 6ਵੀਂ ਇੰਦਰੀ ਕਹਿ ਰਹੀ ਹੈ, ਮੈਂ ਕਿਹਾ ਔਰਤਾਂ ਕੋਲ ਦੀ ਇੱਕ ਹੋਰ ਹੁੰਦੀ ਹੈ। ਔਰਤਾਂ ਹੋਰ ਜ਼ਿਆਦਾ, ਮੈਂ ਪਹਿਲਾਂ ਵੀ ਕਹਿੰਦੀ ਹਾਂ ਕਿ ਔਰਤ ਸੂਖਮ ਹੁੰਦੀ ਹੈ। ਉਹਨੂੰ ਤੇ ਇੱਕ ਉਹਦੀ ਪਲਕ ਡਿੱਗਣ ਦਾ, ਸਾਹਮਣੇ ਵਾਲੇ ਦਾ ਗੱਲ ਕਰਨ ਦੇ ਅੰਦਾਜ਼ ਦਾ, ਉਹਦੀ ਗੱਲ ਕਰਨ ਦਾ ਢੰਗ ਤਰੀਕਾ ਕੀ ਆ, ਉਹ ਕਹਿ ਕੀ ਰਿਹਾ ਹੈ ਤੇ ਕਹਿਣਾ ਕੀ ਚਾਹੁੰਦਾ, ਉਹਦੇ ਦਿਲ 'ਚ ਕੀ ਚੱਲ ਰਿਹਾ, ਉਹ ਵੀ ਉਹਨੂੰ ਪਤਾ ਹੁੰਦਾ ਹੈ। ਵੈਸੇ ਆਪਾਂ ਸਾਰਿਆਂ ਤੋਂ ਹੀ ਸੁਣਦੇ ਆਏ ਹਾਂ, ਹਰੇਕ ਬੰਦਾ ਜਿਹਨੂੰ ਵੀ ਮਿਲੋ ਕਹਿੰਦਾ ਹੁੰਦਾ ਕਿ ਆਫ ਕੈਮਰਾ ਕਹਿ ਦੂੰਗਾ, ਸਾਹਮਣੇ ਨਹੀਂ ਕਹੂੰ, ਵੀ ਲਿਖਣ ਵਾਲੇ ਵੀ ਇੱਕ ਦੂਜੇ ਤੋਂ ਬਹੁਤ ਖਾਰ ਖਾਂਦੇ ਨੇ ਹਨਾ। ਤੇ ਇਹ ਚੀਜ਼ਾਂ ਤੁਸੀਂ ਫੇਸ ਕਰਦੇ ਹੋ? ਖਾਂਦੇ ਹੀ ਹੋਣਗੇ, ਮੈਨੂੰ ਨਹੀਂ ਪਤਾ। ਹੁੰਦਾ ਆ ਇਹ ਇੱਦਾਂ, ਇਹਦੇ ਤੋਂ ਕੋਈ ਆਫ ਦਾ ਰਿਕਾਰਡ ਜਾਂ ਆਫ ਦਾ ਸਕਰੀਨ ਨਹੀਂ ਹੈ। ਮੈਂ ਸਿੱਧਾ ਵੀ ਕਹਿ ਸਕਦੀ ਹਾਂ ਵੀ ਜੇ ਤੁਸੀਂ ਬਹੁਤ ਸਾਰੇ ਮੈਂ ਵਿਦਵਾਨ ਲੋਕਾਂ ਨੂੰ ਦੇਖਦੀ ਹਾਂ ਵੀ ਚੰਗੀ ਚੀਜ਼ ਨੂੰ ਚੰਗੀ ਕਹਿਣ ਲਈ ਨਾ ਜ਼ੁਬਾਨ ਹੀ ਠਾਕੀ ਜਾਂਦੀ ਹੈ, ਨਹੀਂ ਕਰਦੇ ਪ੍ਰਸ਼ੰਸਾ। ਕੰਟੈਂਪਰੇਰੀ ਵੀ ਕਈ ਵਾਰੀ ਨਹੀਂ ਕਰਦੇ ਹੈਗੇ। ਇਹ ਗੱਲ 'ਚ ਕੋਈ ਝੂਠ ਨਹੀਂ ਹੈ। ਤੁਸੀਂ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਅਸੀਂ ਕੁਝ ਅੱਛਾ ਲਿਖਿਆ ਆ ਅਤੇ ਵੀ 4 ਸ਼ਬਦ ਆਪਾਂ ਅਗਲੇ ਨੂੰ ਦੱਸ ਦਈਏ ਕਿ ਇਹ ਚੰਗਾ ਲੱਗਾ ਸਾਨੂੰ ਜਾਂ ਇਸ ਤਰ੍ਹਾਂ ਆ। ਪਰ ਮੈਂ ਬਹੁਤ ਸਾਰੇ ਰਾਈਟਰਸ, ਮੇਲ ਵੀ ਫੀਮੇਲ ਵੀ ਦੇਖੇ ਆ ਇਹ ਜਿਹੜੇ ਖੁਦ ਤਾਂ ਪ੍ਰਸ਼ੰਸਾ ਕਰਵਾਉਂਦੇ ਆ ਆਪਣੀ, ਆਪਾਂ ਕਰਦੇ ਵੀ ਹਾਂ ਹੈ ਨਾ, ਪਰ ਜਦੋਂ ਤੁਸੀਂ ਕੁਝ ਅੱਛਾ ਲਿਖਿਆ ਤੇ ਉਹਦੇ ਬਾਰੇ ਇੱਕ ਸ਼ਬਦ ਵੀ ਨਹੀਂ ਬੋਲਦੇ ਹੈਗੇ ਤੇ ਉੱਥੋਂ ਫਿਰ ਕੀ ਮਹਿਸੂਸ ਹੁੰਦਾ? ਇਹੀ ਮਹਿਸੂਸ ਹੁੰਦਾ ਹੈ ਕਿ ਜਿਹੜਾ ਚੰਗਾ ਲੱਗਿਆ, ਜੇ ਬਾਕੀ ਲੋਕ ਉਹਦੀ ਪ੍ਰਸ਼ੰਸਾ ਕਰ ਰਹੇ ਆ, ਇੱਕ ਖਾਸ ਬੰਦੇ ਨਹੀਂ ਕਰ ਰਹੇ ਹੈਗੇ, ਤਾਂ ਇਟ ਮੀਨਸ ਕਿਤੇ ਨਾ ਕਿਤੇ ਉਹਨਾਂ ਦੇ ਮਨ 'ਚ ਕੁਛ ਨਾ ਕੁਛ ਹੈ। ਹਾਂਜੀ, ਇਸ ਤਰ੍ਹਾਂ ਦੀ ਗੱਲਬਾਤ। ਜਿਵੇਂ ਤੁਸੀਂ ਪੜ੍ਹਿਆ ਤਾਂ ਬਹੁਤ ਆ ਪਹਿਲਾਂ ਤੋਂ ਹੀ ਹੈ ਨਾ, ਗੁਰਦੇਵ ਰੁਪਾਣਾ ਹੋਣਾ ਤੇ ਤੁਸੀਂ PhD ਕੀਤੀ। ਗੋਰੀ ਕਿਤਾਬ ਦਾ ਤੁਸੀਂ ਜ਼ਿਕਰ ਕੀਤਾ ਸੀ, ਮੈਨੂੰ ਵੀ ਉਹ ਕਿਤਾਬ ਬਹੁਤ ਪਸੰਦ ਆ ਉਹਨਾਂ ਦੀ। ਤੇ ਤੁਹਾਡੀ ਪਰਵਰਿਸ਼ ਪਿੰਡ 'ਚ ਹੋਈ ਸੀ ਕਿ ਸ਼ਹਿਰ 'ਚ? ਸ਼ਹਿਰ 'ਚ ਹੋਈ। ਤੇ ਤੁਸੀਂ ਇਸ ਵਕਤ ਵਿਆਹ ਕੇ ਵੀ ਸ਼ਹਿਰ 'ਚ ਆਏ ਹੈ ਨਾ। ਤੇ ਆਪਾਂ ਕਹਿੰਦੇ ਹੁੰਦੇ ਹਾਂ ਕਿ ਸ਼ਹਿਰੀਆਂ ਕੋਲੇ ਬਹੁਤ ਘੱਟ ਬੋਲੀ ਹੁੰਦੀ ਆ, ਬਹੁਤ ਘੱਟ ਸ਼ਬਦ ਹੁੰਦੇ ਨੇ ਹੈ ਨਾ, ਉਹਨਾਂ ਦਾ ਘੇਰਾ ਉਹਨਾਂ, ਕਿਉਂਕਿ ਮੈਂ ਇਹ ਗੱਲ ਆਪਣੇ ਤਜਰਬੇ ਤੋਂ ਕਹਿ ਰਹੀ ਹਾਂ, ਮੈਂ ਪਿੰਡ 'ਚ ਪਲੀ ਤੇ ਜਿੰਨਾ ਹੀ ਮੈਨੂੰ ਲੱਗਦਾ ਕਿ ਬੋਲੀ ਦੇ ਸ਼ਬਦ ਮੇਰੇ ਕੋਲ ਨੇ, ਮੇਰੇ ਨਿਆਣਿਆਂ ਕੋਲ ਹੈ ਨਹੀਂ ਗੇ ਹੈ ਨਾ, ਉਹ ਸ਼ਹਿਰ 'ਚ ਪਲੇ ਬੜੇ ਨੇ। ਤੇ ਤੁਹਾਨੂੰ ਇਹ ਚੀਜ਼ ਮਹਿਸੂਸ ਹੋਈ ਸੀ ਆਪਣੇ ਆਪ 'ਚ ਕਿ ਇਹ ਤੁਸੀਂ ਪੜ੍ਹ ਹੀ ਇੰਨਾ ਲਿਆ ਸੀ ਕਿ ਤੁਹਾਨੂੰ ਲੱਗਿਆ ਸੀ ਕਿ ਮੇਰੇ ਕੋਲੇ ਮਤਲਬ ਸ਼ਬਦ ਹੈ ਲਿਖਣ ਜੋਗੇ?
ਹਾਂ, ਮੈਨੂੰ ਇਸ ਗੱਲ ਦਾ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਭਾਵੇਂ ਮੇਰੀ ਪਰਵਰਿਸ਼ ਸ਼ਹਿਰ 'ਚ ਹੋਈ ਹੈ, ਮੇਰੇ ਕੋਲ ਪਿੰਡਾਂ ਦਾ ਜਿਹੜਾ ਵਕੈਬ ਆ ਜਾਂ ਸ਼ਬਦਾਵਲੀ ਹੈਗੀ ਆ, ਮੇਰੇ ਕੋਲ ਕਾਫੀ ਜ਼ਿਆਦਾ ਆ। ਤੁਸੀਂ ਮੰਨਣਾ ਨਹੀਂ ਹੈਗਾ ਕਿ ਸਾਡੇ ਪਰਿਵਾਰ 'ਚ ਜਦੋਂ ਕੋਈ ਵਿਆਹ ਸ਼ਾਦੀ ਹੁੰਦਾ ਆ ਨਾ, ਤੇ ਆਮ ਤੌਰ ਤੇ ਜਿਹੜੀਆਂ ਪੜ੍ਹੀਆਂ ਲਿਖੀਆਂ ਜਾਂ ਨੌਕਰੀ ਵਾਲੀਆਂ ਔਰਤਾਂ ਹੁੰਦੀਆਂ ਨਾ, ਉਹ ਐਵੇਂ ਪਿੱਛੇ ਪਿੱਛੇ ਰਹਿਣਗੀਆਂ ਗਾਉਣ 'ਚ ਜਾਂ ਹੋਰ ਇਸ ਤਰ੍ਹਾਂ ਦੇ 'ਚ, ਤੇ ਉਹ ਜਿਹੜੇ ਸਾਡੇ ਪਿੰਡ ਵਾਲੀਆਂ ਰਿਸ਼ਤੇਦਾਰਾਂ ਨਾ, ਉਹ ਕਹੋਗੇ ਤ੍ਰਿਪਤਾ ਨੂੰ ਫੜ ਕੇ ਲਿਆਓ। ਇਹਨੂੰ ਸਾਰਾ ਕੁਝ ਆਉਂਦਾ ਆ, ਮੈਨੂੰ ਸਾਰਾ ਕੁਝ ਹੀ ਨਾ ਮਤਲਬ ਲੋਕ ਸਾਹਿਤ ਦੇ ਨਾਲ, ਮੈਂ ਕਾਫੀ ਲੋਕ ਸਾਹਿਤ ਪੜ੍ਹਿਆ ਹੈ, ਡਾਕਟਰ ਕਰਮਜੀਤ ਹੋਣਾ ਦੀਆਂ ਸਾਰੀਆਂ ਕਿਤਾਬਾਂ ਮੈਂ ਪੜ੍ਹੀਆਂ ਆ। ਮੇਰੇ ਕੋਲ ਬੋਲੀਆਂ ਦਾ ਭੰਡਾਰ ਹੈ ਨਾ, ਮੇਰੇ ਕੋਲ ਲੋਕ ਗੀਤਾਂ ਦਾ ਭੰਡਾਰ ਹੈ। ਸਾਡੇ ਸ਼ਹਿਰ 'ਚ ਗਲੀ 'ਚ ਮੁਹੱਲੇ 'ਚ ਵੀ ਕੋਈ ਫੰਕਸ਼ਨ ਹੋਏ ਤੇ ਉਹ ਗਾਉਣ ਵਾਲੀਆਂ ਜਦੋਂ ਬਿਠਾਉਂਦੇ ਆ ਨਾ, ਇੱਕ ਦਿਨ ਦੋ ਦਿਨ ਪਹਿਲਾਂ, ਤੇ ਮੈਨੂੰ ਚੇਚੇ ਤੌਰ ਤੇ ਸੱਦਾ ਦਿੱਤਾ ਜਾਂਦਾ ਹੈ ਕਿ ਉਹਨਾਂ ਨੂੰ ਬੁਲਾ ਕੇ ਲਿਆਓ, ਉਹਨਾਂ ਨੂੰ ਬਹੁਤ ਕੁਝ ਆਉਂਦਾ ਹੈ। ਹਾਂ, ਇਹ ਸਾਰਾ ਕੁਝ ਮੈਂ ਕਿਤਾਬਾਂ ਤੋਂ ਸਿੱਖਿਆ ਆ। ਮੇਰੇ ਕੋਲ ਜਿਹੜੀ ਵੀ ਭਾਸ਼ਾ ਆ, ਜੋ ਵੀ ਸ਼ਬਦ ਆ ਜਾਂ ਜੋ ਮੈਂ ਸਿੱਖਿਆ ਆ, ਮੈਂ ਕਿਤਾਬਾਂ ਤੋਂ ਸਿੱਖਿਆ। ਪਰ ਅੱਗੇ ਮੈਂ ਮਹਿਸੂਸ ਕਰਦੀ ਹਾਂ ਕਿ ਮੇਰੀ ਬੇਟੀ ਹੈ, ਉਹਦੇ ਕੋਲ ਇੰਨੀ ਰਿਚਨੈਸ ਨਹੀਂ ਹੈਗੀ। ਉਹਦਾ ਕਿਉਂਕਿ ਜਿੱਦਾਂ ਦੀ ਉਹਦੀ ਪਰਵਰਿਸ਼ ਹੋਈ ਆ, ਜਿੱਦਾਂ ਦੀ ਉਹਦੀ ਸਕੂਲਿੰਗ ਹੋਈ ਹੈਗੀ ਆ, ਜਿਹੜੀਆਂ ਸ਼ਬਦਾਂ ਤੋਂ ਮੈਂ ਵਾਕਿਫ ਹਾਂ, ਉਹਦੇ ਕੋਲ ਓਨਾ ਭੰਡਾਰ ਨਹੀਂ ਰਿਹਾ ਹੈਗਾ। ਪਰ ਮੈਂ ਸ਼ਹਿਰ ਦੀ ਹੋਣ ਦੇ ਬਾਵਜੂਦ ਵੀ ਮੇਰੇ ਕੋਲ ਸ਼ਬਦਾਂ ਦਾ ਬਹੁਤ ਭੰਡਾਰ ਰਿਹਾ ਹੈ ਕਿ ਸ਼ਾਇਦ ਮੈਨੂੰ ਪੜ੍ਹਨ ਦਾ ਜ਼ਿਆਦਾ ਸ਼ੌਕ ਸੀਗਾ। ਅਸੀਂ ਕਿਤਾਬਾਂ ਤੋਂ ਬਹੁਤ ਕੁਝ ਸਿੱਖਦੇ ਹਾਂ ਤੇ ਸ਼ਬਦ ਆਪਣੇ ਆਪ ਹੀ ਤੁਹਾਡੀ ਭਾਸ਼ਾ 'ਚ ਸ਼ਾਮਿਲ ਹੁੰਦੇ ਰਹਿੰਦੇ ਆ ਨਾ, ਹੌਲੀ ਹੌਲੀ ਰਵਾਂ ਰਵਾਂ, ਤੇ ਮੇਰੇ ਕੋਲ ਹੈ। ਹਾਂਜੀ, ਕਈ ਵਾਰ ਜਦੋਂ ਆਪਾਂ ਡਾਕਟਰ ਨੂੰ ਮਿਲਦੇ ਆ ਨਾ, ਤਾਂ ਬਹੁਤ ਸਾਰੇ ਡਾਕਟਰ ਤਾਂ ਇਹੋ ਜਿਹੇ ਵੀ ਹੁੰਦੇ ਆ ਵੀ ਜਿਹੜੇ ਤੁਹਾਡੇ ਬਿਨਾਂ ਦੱਸੇ ਤੁਹਾਡੀ ਬਿਮਾਰੀ ਬੁੱਝ ਜਾਂਦੇ ਨੇ, ਹਨਾ। ਜਦੋਂ ਮੈਂ ਛੋਟੀ ਹੁੰਦੀ ਸੀ, ਸਾਡੇ ਪਿੰਡਾਂ ਵਾਲੇ ਮਸ਼ਹੂਰ ਹੁੰਦਾ ਸੀ, ਫਲਾਣਾ ਡਾਕਟਰ ਨਾ ਇਦਾਂ ਨਬਜ਼ ਦੇਖ ਕੇ ਤੁਹਾਡੀ ਬਿਮਾਰੀ ਦੱਸ ਦਿੰਦਾ। ਤੇ ਬਹੁਤ ਸਾਰੇ ਹੁੰਦੇ ਆ ਵੀ ਜਿਨ੍ਹਾਂ ਨੂੰ ਦੱਸੇ ਤੇ ਵੀ ਨਹੀਂ ਸਮਝ ਆਉਂਦੀ, ਹਨਾ। ਤੇ ਐਵੇਂ ਹੀ ਮੈਨੂੰ ਲੱਗਦਾ ਕਿ ਬਹੁਤ ਸਾਰੇ ਇੰਟਰਵਿਊ ਲੈਣ ਵਾਲੇ ਵੀ ਹੁੰਦੇ ਆ, ਤੇ ਮੈਨੂੰ ਲੱਗਦਾ ਕਿ ਮੈਂ ਉਹਨਾਂ 'ਚ ਨਾ ਹੋਵਾਂ ਕਿ ਤੁਸੀਂ ਤੁਹਾਡੇ ਅੰਦਰ ਕੁਝ ਹੋਰ ਚੱਲ ਰਿਹਾ ਹੋਵੇ ਤੇ ਤੁਸੀਂ ਦੱਸਣਾ ਚਾਹੋ ਤੇ ਮੈਂ ਪੁੱਛਿਆ ਨਾ ਹੋਵੇ। ਨਹੀਂ, ਤੁਸੀਂ ਤਾਂ ਬਹੁਤ ਹੀ ਐਨਰਿਚ ਹੈਗੇ ਹੋ ਭਾਸ਼ਾ ਨੂੰ ਲੈ ਕੇ, ਸ਼ਬਦਾਂ ਨੂੰ ਲੈ ਕੇ, ਗੱਲਾਂ ਨੂੰ ਲੈ ਕੇ। ਮੈਂ ਵੈਸੇ ਵੀ ਤੁਹਾਡੇ ਹੋਰ ਵੀ ਇੰਟਰਵਿਊ ਸੁਣਦੀ ਰਹਿੰਦੀ ਹਾਂ ਤੇ ਮੈਨੂੰ ਬਹੁਤ ਚੰਗਾ ਲੱਗਦਾ, ਤੁਹਾਡੀ ਗੱਲ ਕਰਨ ਦਾ ਢੰਗ, ਤਰੀਕਾ, ਸਟਾਈਲ ਬਹੁਤ ਵਧੀਆ ਲੱਗਦਾ ਹੈ। ਤੇ ਤੁਸੀਂ ਕਾਫੀ ਗੱਲਾਂ ਤਾਂ ਪੁੱਛ ਹੀ ਲਈਆਂ ਆ ਤੇ ਵਧੀਆ ਲੱਗਦਾ ਹੈ ਮੈਨੂੰ। ਮੈਂ ਵੈਸੇ ਆਪਣੇ ਕੰਟੈਂਪਰਰੀ ਜਿਹੜੇ ਮੇਰੇ ਰਾਈਟਰ ਹੈਗੀਆਂ ਆ, ਉਹ ਮਤਲਬ ਉਹਨਾਂ ਦੀ ਵੀ ਮੈਂ ਗੱਲ ਕਰਨਾ ਚਾਹੁੰਦੀ ਹੁੰਦੀ ਹਾਂ ਕਿ ਜਿਹੜੀਆਂ ਲਿਖ ਰਹੀਆਂ ਆ, ਬਹੁਤ ਅੱਛਾ ਲਿਖ ਰਹੀਆਂ ਆ। ਜਿਹੜੇ ਅੱਜ 'ਚ ਲਿਖ ਰਹੇ ਹੈਗੇ ਆ, ਸਰਗੀ ਹੈ, ਦੀਪਤੀ ਬਬੂਟਾ ਆ, ਰਵਿੰਦਰ ਧਾਲੀਵਾਲ ਹੋ ਰਹੀਆਂ, ਬਹੁਤ ਸੁੰਦਰ ਕਹਾਣੀਆਂ ਲਿਖ ਰਹੀਆਂ ਹੈਗੀਆਂ ਔਰਤਾਂ ਵੀ। ਕਦੀ ਕਦੀ ਜਿੱਦਾਂ ਤੁਸੀਂ ਪੁੱਛਿਆ ਸੀ ਵੀ ਕਦੀ ਸਵਾਲ ਕੋਈ ਜਿਹੜਾ ਨਾ ਪੁੱਛਿਆ ਹੋਵੇ ਜਾਂ ਤੁਸੀਂ ਚਾਹੁੰਦੇ ਹੋ ਵੀ ਪੁੱਛਿਆ ਜਾਵੇ, ਮੈਂ ਕਹਿੰਦੀ ਹਾਂ ਜਦੋਂ ਲਿਖਦੇ ਹਾਂ ਆਪਾਂ, ਤੇ ਸਾਨੂੰ ਇੱਦਾਂ ਡਿਫਰੈਂਸ਼ੀਏਟ ਕਰਕੇ ਨਾ ਦੇਖਿਆ ਜਾਵੇ ਕਿ ਆਹ ਮਰਦ ਕਹਾਣੀਕਾਰ ਆ, ਆਹ ਔਰਤ ਕਹਾਣੀਕਾਰ ਆ। ਕਹਾਣੀਕਾਰ ਤਾਂ ਕਹਾਣੀਕਾਰ ਆ, ਬਿਲਕੁਲ ਉਹੀ ਸਬਜੈਕਟ ਜਾਂ ਉਹੀ ਵਿਸ਼ੇ ਜਾਂ ਉਹੀ ਸਾਰੇ, ਜਾਂ ਉਹ ਮਰਦ ਵੀ ਨਿਭਾ ਸਕਦਾ ਹੈ, ਔਰਤਾਂ ਵੀ ਨਿਭਾ ਸਕਦੀਆਂ ਹੈਗੀਆਂ। ਤੇ ਮਤਲਬ ਕਿ ਉਹਨਾਂ ਨੂੰ ਵੀ ਮੁੱਖ ਧਾਰਾ 'ਚ ਹੀ ਦੇਖਣਾ ਚਾਹੀਦਾ ਆ ਵੀ ਜੇ ਔਰਤ ਲਿਖਦੀ ਆ ਜਾਂ ਮਰਦ ਲਿਖਦਾ ਆ। ਕਈ ਵਾਰੀ ਉਹ ਜਦੋਂ ਵਖਰੇਵੇਂ ਜਿਹੇ ਪਾ ਕੇ ਉਹਨਾਂ ਨੂੰ ਵਾਚਿਆ ਜਾਂਦਾ ਹੈ ਜਾਂ ਉਹਨਾਂ ਨੂੰ ਦੇਖਿਆ ਜਾਂਦਾ ਜਾਂ ਉਹਨਾਂ ਦੀ ਰਚਨਾ ਨੂੰ ਦੇਖਿਆ ਜਾਂਦਾ ਹੈ, ਤਾਂ ਉਹ ਗੱਲ ਮੈਨੂੰ ਥੋੜ੍ਹੀ ਜਿਹੀ ਅਲੈਦਗੀ ਜਿਹੀ ਵਾਲੀ ਲੱਗਦੀ ਹੁੰਦੀ ਹੈ। ਤੇ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ ਜੇ ਵੀ ਵਧੀਆ ਕਹਾਣੀ ਹੈ, ਜੇ ਸਰਗੀ ਲਿਖ ਸਕਦੀ ਹੈਗੀ ਆ, ਮਤਲਬ ਹੌਲੀਡੇ ਵਾਈਫ ਵਰਗੀ ਕਹਾਣੀ ਲਿਖ ਸਕਦੀ ਆ, ਤੇ ਉੱਚ ਪਾਏ ਦੀ ਕਹਾਣੀ ਆ, ਜਾਂ ਮੈਂ ਤ੍ਰਿਪਤਾ ਕੇ ਸਿੰਘ ਇੱਕ ਦਿਨ ਕਹਾਣੀ ਲਿਖਦੀ ਹੈਗੀ ਆ, ਤੇ ਉਹਨਾਂ ਨੂੰ ਉਸੇ ਇੱਕੋ ਹੀ ਸਟਰੀਮ 'ਚ ਰੱਖ ਕੇ ਹੀ ਦੇਖਣਾ ਚਾਹੀਦਾ ਹੈ। ਅਲੱਗ ਟੈਗ ਲਗਾ ਕੇ ਨਹੀਂ ਦੇਖਣਾ ਚਾਹੀਦਾ ਕਿ ਔਰਤਾਂ ਦੀਆਂ ਲਿਖੀਆਂ ਹੋਈਆਂ ਆ। ਆਮ ਤੌਰ 'ਤੇ ਕਹਿੰਦੇ ਆ ਵੀ ਔਰਤ ਦੇ ਪੱਖ ਤੋਂ ਹੀ ਲਿਖਦੀ ਹੈ ਜਾਂ ਮਰਦ ਦੇ ਪੱਖ ਤੋਂ ਲਿਖਦੇ ਹੈਗੇ ਆ। ਸਾਰੇ ਹੀ ਜਿਹੜੇ ਲੇਖਕ ਹੈਗੇ ਆ ਉਹ ਅਲੱਗ-ਅਲੱਗ ਆਪਣੇ ਕਿਸੇ ਵੀ ਪੱਖ 'ਤੇ ਜਾਂ ਕਿਸੇ ਵੀ ਸਬਜੈਕਟ 'ਤੇ, ਵਿਸ਼ੇ 'ਤੇ ਆਪਣੀ ਰਚਨਾ ਕਰ ਸਕਦੇ ਹੈਗੇ ਆ। ਬਾਕੀ ਨਿਭਾ ਜਿਹੜਾ ਉਹ ਡਿਪੈਂਡ ਕਰਦਾ ਹੈ ਕਿ ਕਿੱਦਾਂ ਦਾ ਆ। ਹਰ ਇੱਕ ਦੇ ਕੋਲ ਵੱਖਰੇ ਵੱਖਰੇ ਤਰ੍ਹਾਂ ਦੇ ਐਕਸਪੀਰੀਅੰਸਿਸ ਹੁੰਦੇ ਆ, ਤੇ ਉਹ ਆਪਣੇ ਐਕਸਪੀਰੀਅੰਸ ਤੋਂ ਹੀ ਉਹ ਨਿਭਾਉਂਦਾ ਹੈਗਾ ਆਪਣੀ, ਉਹਦੇ ਨਿਭਾ ਤੇ ਉਹਦਾ ਜਿਹੜਾ ਪ੍ਰਗਟਾ ਦਾ ਢੰਗ ਤਰੀਕਾ ਹੈਗਾ ਆ, ਉਹ ਆ ਜਾਂਦਾ ਸਾਹਮਣੇ।
ਜਿਹੜਾ ਪਾਠਕ ਨੂੰ ਟੁੰਬਦਾ ਆ, ਜਿਹੜੀ ਚੀਜ਼ ਆ ਜਿਹੜੀ ਉਹ ਹੋ ਸਕਦਾ ਜਿੱਦਾਂ ਰੁਪਾਣਾ ਜੀ ਨੇ ਆਪਣੇ ਇੰਟਰਵਿਊ 'ਚ ਕਿਹਾ ਸੀਗਾ ਕਿ ਜਦੋਂ ਉਹਨਾਂ ਨੂੰ ਇਹ ਪੁੱਛਿਆ ਕਿ ਤੁਸੀਂ ਕੋਈ ਇਸ ਤਰ੍ਹਾਂ ਦੀ ਕਹਾਣੀ ਜਿਹੜੀ ਤੁਹਾਨੂੰ ਲੱਗਦਾ ਹੋਵੇ ਕਿ ਜ਼ਿੰਦਗੀ 'ਚ ਮੈਂ ਲਿਖੀ ਹੁੰਦੀ, ਕਾਸ਼ ਕਿਤੇ ਇਹ ਕਹਾਣੀ ਮੈਂ ਲਿਖੀ ਹੁੰਦੀ, ਤੇ ਮੇਰੇ ਲਈ ਇਹ ਬਹੁਤ ਵੱਡੀ ਇਨਾਮ ਵਾਲੀ ਗੱਲ ਸੀ ਜਦੋਂ ਉਹਨਾਂ ਨੇ ਕਿਹਾ ਕਿ ਤ੍ਰਿਪਤਾ ਕੇ ਸਿੰਘ ਦੀ ਇੱਕ ਦਿਨ ਕਹਾਣੀ ਕਾਸ਼ ਮੈਂ ਲਿਖੀ ਹੁੰਦੀ। ਤੇ ਉਹਨਾਂ ਨੇ ਹੁਣ 'ਚ ਇੰਟਰਵਿਊ ਦਿੱਤਾ ਸੀਗਾ, ਹੁਣ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀਗੀ। ਤੇ ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਦੇ ਵਿੱਚ ਜੇ ਅਗਰ ਸਾਹਿਤ ਦੇ ਪ੍ਰਤੀ ਕੋਈ ਮੇਰੀ ਪ੍ਰਾਪਤੀ ਹੈ ਤਾਂ ਸ਼ਾਇਦ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਮੇਰੀ, ਕਿ ਜਦੋਂ ਇੰਨੇ ਵੱਡੇ ਰਾਈਟਰ, ਇੰਨੇ ਸੀਨੀਅਰ ਰਾਈਟਰ ਇਹ ਗੱਲ ਕਹਿਣ, ਤੇ ਮਤਲਬ ਕਿਸੇ ਵੀ ਲਿਖਣ ਵਾਲੇ ਲਈ ਮੇਰੀ ਜਗ੍ਹਾ ਕੋਈ ਵੀ ਹੁੰਦਾ ਤੇ ਉਹਨੂੰ ਇਹ ਖੁਸ਼ੀ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਹੋਣੀ ਸੀਗੀ ਜਿਹੜੀ ਮੈਨੂੰ ਹੁੰਦੀ ਹੈ। ਤੇ ਅੱਜ ਵੀ ਮੈਂ ਜਦੋਂ ਉਸ ਚੀਜ਼ ਬਾਰੇ ਜਾਂ ਉਹਨਾਂ ਸਤਰਾਂ ਨੂੰ ਕਈ ਵਾਰੀ ਕੱਢ ਕੇ ਉਹ ਮੈਗਜ਼ੀਨ ਤੇ ਉੱਤੇ ਹੱਥ ਫੇਰ ਕੇ ਪੜ੍ਹਦੀ ਹਾਂ, ਅੱਛਾ ਮੇਰੇ ਬਾਰੇ ਉਹਨਾਂ ਨੇ ਇੱਦਾਂ ਕਿਹਾ ਸੀਗਾ, ਤੇ ਮੈਨੂੰ ਅੱਛਾ ਫੀਲ ਹੁੰਦਾ ਹੈ, ਵਧੀਆ ਲੱਗਦਾ ਹੈ। ਹੁਣ ਕਿਤਾਬ ਕਦੋਂ ਕਰੋਗੇ? ਸਮਾਂ ਅਜੇ ਲਓਗੇ ਜਾਂ ਫਿਰ ਤਿਆਰੀ ਹੈ ਕਿ ਹੁਣ 3-4 ਸਾਲ? ਨਹੀਂ, ਤਿਆਰੀ ਤਾਂ ਨਹੀਂ ਮੈਂ ਕਹਿ ਸਕਦੀ ਹੈਗੀ। 2019 ਤੋਂ ਬਾਅਦ ਹੁਣ ਤੱਕ ਹੁਣ 23 ਚੜ ਗਿਆ ਤੇ ਮੇਰੀਆਂ ਕਹਾਣੀਆਂ ਆਈਆਂ ਸਿਰਫ 4। ਹਾਂਜੀ, 19 ਤੋਂ ਬਾਅਦ ਹੈ ਨਾ, 20, 21, 22, 23 ਮਤਲਬ ਪਤਾ ਨਹੀਂ ਕਿਤਾਬ ਕਦੋਂ ਆਏਗੀ, ਉਹਦੇ ਬਾਰੇ ਕੋਈ ਨਿਸ਼ਚਿਤ ਨਹੀਂ ਹੈ, ਟਾਈਮ ਨਹੀਂ ਹੈ, ਪਤਾ ਨਹੀਂ ਹੈ। ਤੇ ਕਹਾਣੀਆਂ ਬਹੁਤ ਸਾਰੀਆਂ ਚੱਲ ਰਹੀਆਂ ਹੈ ਮਨ ਦੇ ਵਿੱਚ, ਉਹ ਕਦੋਂ ਕਾਗਜ਼ ਤੇ ਆਪਣਾ ਆਕਾਰ ਲੈਣਗੀਆਂ ਇਹਦੇ ਬਾਰੇ ਮੈਨੂੰ ਕੋਈ ਪਤਾ ਨਹੀਂ ਹੈ। ਲੈ ਲੈਣ ਤੇ ਭਾਵੇਂ ਸਾਲ 'ਚ 3-4 ਵੀ ਲੈ ਸਕਦੀਆਂ, ਨਾ ਲੈਣ ਤੇ ਭਾਵੇਂ ਫਿਰ ਨਾ ਵੀ ਲੈਣ, ਕੋਈ ਪਤਾ ਨਹੀਂ ਹੈ, ਕੋਈ ਨਿਸ਼ਚਿਤ ਟਾਈਮ ਨਹੀਂ ਹੈ। ਮੈਂ ਇੱਦਾਂ ਸੋਚਿਆ ਨਹੀਂਗਾ ਕਿ 2023 'ਚ ਕਿਤਾਬ ਆਉਣੀ ਚਾਹੀਦੀ ਹੈ ਜਾਂ 2024 'ਚ ਮੇਰੀ ਕਿਤਾਬ ਆਊਗੀ ਜਾਂ ਕਿਸ ਤਰ੍ਹਾਂ ਵੀ ਹੈ। ਸਹਿਜ ਪੱਕੇ ਸੋ ਮਿੱਠਾ ਹੋਏ, ਹੌਲੀ ਹੌਲੀ ਰਿੱਝਦੀਆਂ ਪੱਕਦੀਆਂ ਕਹਾਣੀਆਂ ਜਦੋਂ ਕੰਪਲੀਟ ਹੋ ਗਈਆਂ ਆਪਣੇ ਆਪ ਉਹਨਾਂ ਨੇ ਕਾਗਜ਼ ਤੇ ਉਤਰ ਜਾਣਾ। ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਜਦੋਂ ਉਹ ਤੁਹਾਡੇ ਅੰਦਰ ਚੱਲ ਰਹੀ ਜਿਹੜੀ ਹੈਗੀ ਹੈ ਕਹਾਣੀ, ਜਦੋਂ ਉਹ ਪੂਰੀ ਤਰ੍ਹਾਂ ਲੱਗਦਾ ਹੈ ਕਿ ਹੁਣ ਉਹ ਤਿਆਰ ਹੈ, ਕਹਾਣੀ ਨੇ ਆਪ ਤੁਹਾਨੂੰ ਕਹਿਣਾ ਹੈ ਕਿ ਹੁਣ ਮੈਨੂੰ ਕਾਗਜ਼ ਤੇ ਉਤਾਰ ਦੇ। ਜਿੰਨੀਆਂ ਕੁ ਵੀ ਗੱਲਾਂ ਕੀਤੀਆਂ, ਮੈਨੂੰ ਤੁਹਾਨੂੰ ਇੱਕ ਸਵਾਲ ਪੁੱਛਣ ਨੂੰ ਹੋਰ ਦਿਲ ਕੀਤਾ ਤੁਹਾਡੀ ਸਮਝਦਾਰੀ ਕਰਕੇ, ਕਿ ਬਹੁਤ ਸਾਰੇ ਲੇਖਕ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਸਿਰਫ ਪਾਠਕਾਂ ਲਈ ਲਿਖਦੇ ਹਾਂ, ਬਹੁਤ ਸਾਰੇ ਕਹਿੰਦੇ ਕਿ ਸਨਮਾਨ ਵੀ ਜ਼ਰੂਰੀ ਹੁੰਦਾ, ਤੇ ਉਸ ਤੋਂ ਵੀ ਉੱਪਰ ਇੱਕ ਧਿਰ ਬੈਠੀ ਹੈ ਜਿਹੜੀ ਕਹਿੰਦੀ ਹੈ ਦੂਜੀ ਵਾਰ ਵੀ ਸਨਮਾਨ ਜ਼ਰੂਰੀ ਹੁੰਦਾ ਹੈ ਨਾ, ਤੇ ਤੀਜੀ ਵਾਰ ਵੀ ਹੁੰਦਾ। ਆਪਾਂ ਅੱਜ ਕੱਲ੍ਹ ਬਹੁਤ ਜ਼ਿਆਦਾ ਇੱਦਾਂ ਦੇ ਆਰਟੀਕਲ ਪੜ੍ਹਦੇ ਹਾਂ ਕਿ ਕਈ ਲੇਖਕ ਕਹਿੰਦੇ ਆ ਕਿ ਢਾਹਾਂ 'ਚ ਵੀ ਸਾਨੂੰ ਦੂਜੀ, ਤੀਜੀ, ਚੌਥੀ ਵਾਰ ਵੀ ਨਾਮਜ਼ਦ ਕੀਤਾ ਜਾਣਾ ਬਣਦਾ ਹੈ ਨਾ, ਵੀ ਜ਼ਰੂਰੀ ਨਹੀਂ ਵੀ ਤੁਹਾਨੂੰ ਇੱਕੋ ਇਨਾਮ ਦੇ ਕੇ ਇੱਕੋ ਵਾਰੀ ਸਾਰ ਦਿੱਤਾ ਜਾਵੇ। ਤੇ ਤੁਹਾਡੇ ਨਾਲ ਦੇ ਜਿਹੜੇ ਮਤਲਬ ਤੁਹਾਡੇ ਸਮਕਾਲੀ ਨੇ ਜਾਂ ਤੁਹਾਡੇ ਤੋਂ ਬਾਅਦ ਵੀ ਜਿਨ੍ਹਾਂ ਨੇ ਲਿਖਣਾ ਸ਼ੁਰੂ ਕੀਤਾ, ਉਹ ਵੀ ਬਹੁਤ ਸਾਰੇ ਇਨਾਮ ਲੈ ਰਹੇ ਨੇ। ਇਹੋ ਜਿਹੀ ਕੋਈ ਕਾਹਲ ਨਹੀਂ ਹੈਗੀ ਤੁਹਾਡੇ ਮਨ 'ਚ, ਜਾਂ ਕਦੀ ਇੱਦਾਂ ਲੱਗਦਾ ਕਿ ਮੈਂ ਵੀ ਥੋੜ੍ਹੀ ਜਿਹੀ ਸਪੀਡ ਤੇਜ਼ ਕਰਾਂ, ਮੇਰਾ ਵੀ ਨਾਂ ਹੋਰ ਵੱਡੇ ਇਨਾਮਾਂ ਦੇ ਨਾਲ ਸਪੀਡ ਦਾ ਕੋਈ ਮਤਲਬ ਨਹੀਂ ਹੈਗਾ। ਮੈਨੂੰ ਨਹੀਂ ਇੱਦਾਂ ਲੱਗਦਾ ਹੈਗਾ ਕਿ ਉਹ ਵੀ ਲਿਖੀ ਜਾਓ, ਵਾਢੀ ਕਰੀ ਜਾਓ, ਇਸ ਤਰ੍ਹਾਂ ਦੀ ਹੈ। ਇਨਾਮ ਸਨਮਾਨ ਕਿਹਨੂੰ ਨਹੀਂ ਚੰਗੇ ਲੱਗਦੇ, ਸਭ ਨੂੰ ਚੰਗੇ ਲੱਗਦੇ ਆ, ਸਭ ਨੂੰ ਹੀ ਚੰਗੇ ਲੱਗਦੇ ਹੈਗੇ ਆ। ਪਰ ਉਹ ਮੈਨੂੰ ਇੱਦਾਂ ਲੱਗਦਾ ਹੁੰਦਾ ਕਿ ਲਾਲਸਾ ਦੇ ਲੈਵਲ ਤੱਕ ਨਹੀਂ ਹੋਣੇ ਚਾਹੀਦੇ, ਵੀ ਮਿਲਣੇ ਚਾਹੀਦੇ ਆ। ਜਦੋਂ ਤੁਸੀਂ ਕੁਝ ਅੱਛਾ ਲਿਖਦੇ ਹੋ ਉਹਦਾ ਲੱਗਦਾ ਹੈ ਕਿ ਮੁੱਲ ਪੈਂਦਾ। ਆਪਾਂ ਤੁਸੀਂ ਢਾਹਾਂ ਦੀ ਗੱਲ ਕਰਦੇ ਪਏ ਹੋ, ਢਾਹਾਂ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਇਹ ਹੈ ਕਿ ਉਹਦੀ ਰਾਸ਼ੀ ਜ਼ਿਆਦਾ ਵੱਡੀ ਆ, ਤਾਂ ਕਰਕੇ ਕਰੇਜ਼ ਜ਼ਿਆਦਾ, ਉਹਦਾ ਕਰੇਜ਼ ਜ਼ਿਆਦਾ ਹੈਗਾ ਹੈ। ਜੇ ਅੱਜ ਉਹਦੀ ਰਾਸ਼ੀ ਨੂੰ ਬਿਲਕੁਲ ਮਿਨੀਮਮ ਕਰ ਦਿੱਤਾ ਜਾਵੇ ਤਾਂ ਸ਼ਾਇਦ ਉਹ ਕਰੇਜ਼ ਉਹਨਾਂ ਨਾ ਰਵੇ, ਖਤਮ ਹੋ ਜਾਵੇ, ਹੈ ਨਾ। ਤੇ ਪੈਸੇ ਦੀ ਅਗਰ ਗੱਲ ਕਰੀਏ ਤੇ ਪੈਸੇ ਦੀ ਮੈਨੂੰ ਨਹੀਂ ਲੱਗਦਾ ਕਿ ਠੀਕ ਆ, ਹੈ ਨਾ, ਵਧੀਆ ਹੈ ਆਪਾਂ। ਤੇ ਹਾਂ, ਇਨਾਮ ਜਿੱਦਾਂ ਹੁਣ ਰਾਮ ਸਰੂਪ ਅੰਕੀ ਵੱਡਾ ਨਾਮ ਹੈ ਨਾ, ਉਹਨਾਂ ਦੇ ਨਾਮ ਤੇ ਮੈਨੂੰ ਸਨਮਾਨਿਤ ਕੀਤਾ, ਇਨਾਮ ਦਿੱਤਾ ਤੇ ਮੈਨੂੰ ਚੰਗਾ ਲੱਗਾ। ਦਲਬੀਰ ਚੇਤਨ ਹੁਣੀ ਵੱਡੇ ਰਾਈਟਰ ਹੈਗੇ ਆ, ਉਹਨਾਂ ਦੇ ਨਾਮ ਤੇ ਇਨਾਮ ਮਿਲਿਆ, ਅੱਛਾ ਲੱਗਾ ਹੈਗਾ। ਢਾਹਾਂ ਲਈ ਮੇਰੀ ਕਿਤਾਬ ਨਾਮਜ਼ਦ ਹੋਈ ਸੀਗੀ, ਪਹਿਲੇ 10 ਜਿਹੜੀਆਂ ਬੈਸਟ ਜਿਹੜੀਆਂ ਕਰਦੇ ਹੈਗੇ ਆ, ਤੇ ਮਿਲ ਜਾਏਗਾ ਤੇ ਵੈਲ ਐਂਡ ਗੁੱਡ ਆ, ਮੈਂ ਬਹੁਤ ਸਵਾਗਤ ਕਰੂੰਗੀ। ਤੇ ਨਹੀਂ ਮਿਲਦਾ ਤੇ ਕੋਈ ਐਡੀ ਮਾਰਾਮਾਰੀ ਵੀ ਨਹੀਂ ਹੈ ਮੇਰੇ ਮਨ 'ਚ ਕਿ ਹਾਏ ਮੈਨੂੰ ਮਿਲਿਆ ਨਹੀਂ, ਹਾਏ ਮੈਨੂੰ ਮਿਲਣਾ ਚਾਹੀਦਾ ਸੀ, ਹਾਏ ਫਲਾਣੇ ਨੂੰ ਮਿਲ ਗਿਆ, ਇਹਨੂੰ ਵੀ ਮਿਲ ਗਿਆ, ਉਹਨੂੰ ਵੀ ਮਿਲ ਗਿਆ, ਮੈਨੂੰ ਕਿਉਂ ਨਹੀਂ ਮਿਲਿਆ, ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਮਿਲ ਜਾਏਗਾ ਤੇ ਹਮੇਸ਼ਾ ਹੀ ਮੈਂ ਸਵਾਗਤ ਕਰਾਂਗੀ, ਜਦੋਂ ਵੀ ਕਦੀ ਮਿਲਿਆ। ਤੇ ਜੇ ਨਹੀਂ ਮਿਲਿਆ ਤੇ ਮੈਂ ਇੱਦਾਂ ਵੀ ਨਹੀਂ ਹੈਗਾ ਕਿ ਰੋਣ ਪਿੱਟਣ ਪਾ ਲੂੰਗੀ ਕਿ ਫਲਾਣੇ ਨੂੰ ਮਿਲ ਗਿਆ, ਉਹਦੀ ਕਿਤਾਬ 'ਚ ਕੀ ਸੀਗਾ ਇੱਦਾਂ ਦਾ, ਢਮਕਾਨੇ ਨੂੰ ਮਿਲ ਗਿਆ, ਉਹਦੀ 'ਚ ਕੀ ਸੀਗਾ ਇੱਦਾਂ ਦਾ ਕੁਝ ਨਹੀਂ ਹੈ। ਇੱਕ ਚੀਜ਼ ਮੈਨੂੰ ਲੱਗਦਾ ਕਿ ਆਪਾਂ ਸਾਰਿਆਂ ਨੂੰ ਕਹਿਣੀ ਚਾਹੀਦੀ ਹੈ, ਜਦੋਂ ਅਸੀਂ ਨਵਾਂ ਪੜ੍ਹਨਾ ਸ਼ੁਰੂ ਕਰਦੇ ਹਾਂ ਨਾ, ਸਾਨੂੰ ਹੁੰਦਾ ਕਿ ਜਿਹੜੀਆਂ ਕਿਤਾਬਾਂ ਨੂੰ ਇਨਾਮ ਮਿਲਿਆ ਉਹਨਾਂ ਨੂੰ ਪੜ੍ਹੀਏ ਪਹਿਲਾਂ, ਹੈ ਨਾ। ਤੇ ਜ਼ਿਆਦਾਤਰ ਲੋਕ ਉਹਨਾਂ ਕਿਤਾਬਾਂ ਨੂੰ ਹੀ ਪਹਿਲ ਦੇ ਆਧਾਰ 'ਤੇ ਖਰੀਦਦੇ ਨੇ।
ਪਰ ਦੂਜੀ ਚੀਜ਼ ਇਹ ਵੀ ਹੁੰਦੀ ਹੈ, ਜਿਵੇਂ ਤੁਹਾਡੀ ਕਿਤਾਬ ਪਿਛਲੇ 15 ਕੁ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਮੈਂ ਪੜ੍ਹੀ ਤੇ ਰਮਨ ਭੈਣ ਹੋਣਾ ਨੇ ਪੜ੍ਹੀ ਸੀਗੀ, ਤੇ ਸਾਡੀ ਕਈ ਕਹਾਣੀਆਂ ਮਤਲਬ ਮੈਨੂੰ ਸੀਗਾ ਕਿ ਮੈਨੂੰ ਆਹ ਕਹਾਣੀ ਬਹੁਤ ਵਧੀਆ ਲੱਗੀ ਤੇ ਉਹਨਾਂ ਨੂੰ ਕੋਈ ਹੋਰ ਕਹਾਣੀ ਜ਼ਿਆਦਾ ਵਧੀਆ ਲੱਗੀ ਸੀ, ਹੈ ਨਾ। ਤੇ ਮੈਨੂੰ ਲੱਗਦਾ ਕਿ ਕੋਈ ਵੀ 10 ਮੈਂਬਰ ਜਾਂ 5 ਮੈਂਬਰ ਬੈਠ ਕੇ ਇਹ ਚੀਜ਼ ਡਿਸਾਈਡ ਨਹੀਂ ਕਰ ਸਕਦੇ ਕਿ ਇਹੀ ਕਿਤਾਬ ਸਾਲ ਦੀ ਸਭ ਤੋਂ ਸੋਹਣੀ ਕਿਤਾਬ ਆ, ਜਾਂ ਇਹੀ ਕਿਤਾਬ ਆ ਜਿਹੜੀ ਸਨਮਾਨ ਦੀ ਹੱਕਦਾਰ ਆ ਨਾ। ਉਸ ਤੋਂ ਆਰ ਪਾਰ ਵੀ ਬਹੁਤ ਸੋਹਣਾ ਲੋਕ ਲਿਖ ਰਹੇ ਨੇ, ਤੇ ਜਿਹੜੇ ਪੜ੍ਹਨ ਵਾਲੇ ਨੇ ਉਹਨਾਂ ਦੀ ਚੋਇਸ ਕੀ ਹੋਣੀ ਚਾਹੀਦੀ ਹੈ ਜਦੋਂ ਉਹ ਕੋਈ ਕਿਤਾਬ ਪੜ੍ਹਨੀ ਸ਼ੁਰੂ ਕਰਨ? ਦੇਖੋ, ਇਹ ਪੜ੍ਹਨ ਵਾਲੇ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਜੋ ਤੁਹਾਨੂੰ ਦੱਸਦੀ ਹਾਂ ਕਿ ਜਦੋਂ ਮੈਂ ਸ਼ੁਰੂ 'ਚ ਪੜ੍ਹਨਾ ਸ਼ੁਰੂ ਕੀਤਾ ਤਾਂ ਮੇਰੇ ਮਨ 'ਚ ਵੀ ਇਹੀ ਗੱਲ ਹੁੰਦੀ ਸੀ ਕਿ ਇਨਾਮ ਯਾਫਤਾ ਕਿਤਾਬਾਂ ਨੂੰ ਮੈਂ ਪੜ੍ਹਨਾ ਸ਼ੁਰੂ ਕਰਾਂ। ਹਾਂਜੀ। ਤੇ ਮੇਰਾ ਉਹ ਐਕਸਪੀਰੀਅੰਸ ਕੋਈ ਜ਼ਿਆਦਾ ਵਧੀਆ ਨਹੀਂ ਰਿਹਾ ਹੈਗਾ। ਵੀ ਜਦੋਂ ਇਨਾਮ ਯਾਫਤਾ ਕਿਤਾਬਾਂ ਨੂੰ ਮੈਂ ਪੜ੍ਹਨਾ ਸ਼ੁਰੂ ਕੀਤਾ ਤੇ ਮੈਨੂੰ ਲੱਗਾ ਕਿ ਇਹਦੇ ਵਿੱਚ ਐਡੀ ਕਿਹੜੀ ਗੱਲ ਸੀਗੀ, ਇਹ ਤਾਂ ਬਿਲਕੁਲ ਐਵਰੇਜ ਕਿਤਾਬ ਹੈ, ਇਸ ਤੋਂ ਕਿਤੇ ਵਧੀਆ ਕਿਤਾਬਾਂ ਹੋਰ ਹੈਗੀਆਂ ਜਿਨ੍ਹਾਂ ਨੂੰ ਮੈਂ ਪੜ੍ਹ ਸਕਦੀ ਸੀਗੀ। ਉਸ ਤੋਂ ਬਾਅਦ ਫਿਰ ਹੌਲੀ ਹੌਲੀ ਇਹ ਭਰਮ ਟੁੱਟਦੇ ਗਏ ਕਿ ਇਹ ਵੀ ਕਿਤਾਬ ਜਿੱਦਾਂ ਦਾ ਹੁਣ ਥੋੜ੍ਹਾ ਸਮਝ ਸਾਨੂੰ ਆਉਣ ਲੱਗੀ ਕਿ ਇਨਾਮਾਂ ਸਨਮਾਨਾਂ 'ਚ ਥੋੜ੍ਹਾ ਬਹੁਤ ਜੁਗਾੜ ਜਾਂ ਧੜੇਬਾਜ਼ੀ ਜਾਂ ਗਰੁੱਪਬਾਜ਼ੀ ਜਾਂ ਕੁਛ ਇਸ ਤਰ੍ਹਾਂ, ਹੈ ਨਾ। ਅਤੇ ਨਿਰੋਲ ਉਹ ਰਚਨਾ ਦੇ ਮਿਆਰ ਦੇ ਉੱਤੇ ਜੇ ਅਸੀਂ ਕਹੀਏ ਕਿ ਇਨਾਮ ਦਿੱਤੇ ਜਾਂਦੇ ਆ ਤਾਂ ਉਹ ਬਹੁਤ ਜ਼ਿਆਦਾ ਮਤਲਬ 100% ਨਹੀਂ ਹੁੰਦੇ ਹੈਗੇ ਕਿ ਰਚਨਾ ਦੇ ਮਿਆਰ 'ਤੇ ਦਿੱਤੇ ਜਾਂਦੇ ਹੋਣ। ਕਈ ਵਾਰੀ ਉਹ ਮਿਆਰੀ ਕਿਤਾਬਾਂ ਸਾਈਡ ਬਾਏ ਰਹਿ ਜਾਂਦੀਆਂ ਆ, ਅਤੇ ਜਿਨ੍ਹਾਂ ਦਾ ਕੋਈ ਮਿਆਰ ਨਹੀਂ ਹੁੰਦਾ, ਮਿਆਰ ਤੋਂ ਬਹੁਤ ਨੀਵੇਂ ਪੱਧਰ ਦੀਆਂ ਹੁੰਦੀਆਂ, ਉਹਨਾਂ ਨੂੰ ਵੀ ਇਨਾਮ ਮਿਲਿਆ ਹੁੰਦਾ ਹੈ। ਅਤੇ ਜਦੋਂ ਮੇਰੇ ਵਰਗਾ ਫਿਰ ਉਹ ਇਨਾਮ ਯਾਫਤਾ ਕਿਤਾਬ ਨੂੰ ਪੜ੍ਹਦਾ ਆ ਅਤੇ ਉਹਦਾ ਫਿਰ ਜਦੋਂ ਭਰਮ ਟੁੱਟਦਾ ਆ ਅਤੇ ਵੀ ਅੱਛਾ ਇਹ ਤਾਂ ਐਡੀ ਕੋਈ ਖਾਸ ਗੱਲ ਹੈ ਨਹੀਂ ਸੀਗੀ। ਹੌਲੀ ਹੌਲੀ ਫਿਰ ਮਤਲਬ ਕਿ ਵੀ ਇਹ ਇੱਕ ਕਿਸਮ ਦਾ ਨਵੇਂ ਪੜ੍ਹਨ ਵਾਲੇ ਪਾਠਕਾਂ ਦੇ ਨਾਲ ਅਸੀਂ ਕਹਿ ਲਓ ਕਿ ਧੋਖਾ ਹੀ ਕਰ ਰਹੇ ਹੁੰਦੇ ਹਾਂ, ਹੈ ਨਾ। ਅਤੇ ਵੀ ਜਦੋਂ ਜਦੋਂ ਸਾਹਿਤ ਨਾਲ ਜੁੜਦਾ, ਜਦੋਂ ਅਸੀਂ ਹੁਣ ਇਹ ਗੱਲਾਂ ਕਰਦੇ ਹਾਂ ਕਿ ਸਾਹਿਤ ਨਾਲੋਂ ਲੋਕ ਟੁੱਟਦੇ ਜਾ ਰਹੇ ਆ, ਜੁੜਦੇ ਨਹੀਂ ਜਾ ਰਹੇ ਹੈਗੇ, ਪਰ ਜਦੋਂ ਅਸੀਂ ਉਹਨਾਂ ਨੂੰ ਮਿਆਰ ਦੇ ਲੈਵਲ ਦਾ ਕੁਛ ਵੀ ਪਰੋਸ ਨਹੀਂ ਰਹੇ ਹੁੰਦੇ, ਉਹਨਾਂ ਨੂੰ ਦਿਖਾ ਨਹੀਂ ਰਹੇ ਹੁੰਦੇ, ਉਹਨਾਂ ਨੂੰ ਪੜ੍ਹਾ ਨਹੀਂ ਰਹੇ ਹੁੰਦੇ, ਇਨਾਮ ਜਦੋਂ ਕੋਈ ਕਿਸੇ ਕਿਤਾਬ ਨੂੰ ਮਿਲਦਾ ਹੈ ਤਾਂ ਕੁਆਇਟ ਆਬਵੀਅਸ ਹੈ ਕਿ ਉਹ ਹਰ ਇੱਕ ਦੀ ਨਜ਼ਰ ਉਹਦੇ 'ਤੇ ਜਾਂਦੀ ਹੈ ਅਤੇ ਹਰ ਬੰਦਾ ਕਹਿੰਦਾ ਕਿ ਮੈਂ ਜ਼ਰੂਰ ਇੱਕ ਵਾਰੀ ਪੜ੍ਹ ਕੇ ਦੇਖਾਂ। ਅਤੇ ਜਦੋਂ ਉਹ ਪੜ੍ਹ ਕੇ ਦੇਖਦਾ ਆ ਅਤੇ ਉਹਨੂੰ ਲੱਗਦਾ ਹੈ ਵੀ ਅੱਛਾ ਵੀ ਮਤਲਬ ਇਸ ਤਰ੍ਹਾਂ ਦੀ ਚੀਜ਼ ਹੈ, ਅਤੇ ਫਿਰ ਉਹ ਪੜ੍ਹਨ ਨਾਲੋਂ ਟੁੱਟ ਜਾਂਦਾ ਆ ਪਾਠਕ ਜਿਹੜਾ ਹੈਗਾ ਆ। ਅਤੇ ਪਰ ਹੁਣ ਇਹਦੇ ਬਾਰੇ ਗੱਲਬਾਤ ਤਾਂ ਬਹੁਤ ਹੁੰਦੀ ਹੈ, ਪਰ ਇਹ ਸਿਲਸਿਲਾ ਆ ਇਹ ਇੱਦਾਂ ਹੀ ਚੱਲੀ ਜਾਂਦਾ, ਪਿਛਲੇ ਬਹੁਤ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਹੈ। ਥੋੜ੍ਹਾ ਕਿਤੇ ਰੌਲਾ ਪੈਂਦਾ ਹੈ, ਅੱਛਾ ਇਹਨੂੰ ਮਿਲਣਾ ਚਾਹੀਦਾ ਸੀ, ਇਹਨੂੰ ਨਹੀਂ ਸੀ ਮਿਲਣਾ ਚਾਹੀਦਾ, ਇਹਦਾ ਤਾਂ ਲੈਵਲ ਹੀ ਨਹੀਂ ਸੀਗਾ ਆਹ ਵਾਲਾ, ਜੇ ਅੱਛਾ ਇਹਨੂੰ ਕਿੱਦਾਂ ਮਿਲ ਗਿਆ, ਅਤੇ ਇਹ ਚੱਲੀ ਜਾਂਦਾ ਪਿਆ ਆ। ਅਤੇ ਇਹਦੇ ਲਈ ਤਾਂ ਕੁਛ ਨਾ ਕੁਛ, ਜਿੱਦਾਂ ਤੁਸੀਂ ਕਿਹਾ ਹੈ ਕਿ ਕੁਛ 8-10 ਮੈਂਬਰ ਰਲ ਕੇ ਕਿਸੇ ਇੱਕ ਕਿਰਤ ਨੂੰ ਕਿੱਦਾਂ ਡਿਸਾਈਡ ਕਰਦੇ ਆ, ਕਿਉਂਕਿ ਉਹਦੇ ਵਿੱਚ ਨਿਰੋਲ ਉਹਦੀ ਸਾਹਿਤਕਤਾ ਨਹੀਂ ਦੇਖੀ ਜਾਂਦੀ ਹੈਗੀ, ਹੈ ਨਾ। ਹਰੇਕ ਦੇ ਆਪਣੀ ਪਰਸਨਲ ਚੁਆਇਸ ਹੁੰਦੀ ਆ, ਪਰਸਨਲ ਪਸੰਦ ਹੁੰਦੀ ਆ, ਅਲੱਗ-ਅਲੱਗ, ਕਿਸੇ ਨੂੰ ਕੁਛ ਪਸੰਦ ਆਉਂਦਾ, ਕਿਸੇ ਨੂੰ ਕੁਛ ਪਸੰਦ ਆਉਂਦਾ ਆ, ਅਤੇ ਉਹਦੇ 'ਤੇ ਸਹਿਮਤੀ ਬਣਨੀ ਜਾਂ ਕਿਸ ਤਰ੍ਹਾਂ ਵੀ ਆ, ਇਹ ਬਹੁਤ ਔਖਾ ਕਾਰਜ ਆ। ਕਿਸੇ ਇੱਕ ਕਿਤਾਬ ਨੂੰ ਸਿਲੈਕਟ ਕਰਨਾ ਮੁਸ਼ਕਿਲ ਕੰਮ ਹੈਗਾ ਆ, ਪਰ ਉਹਦੇ ਲਈ ਕੁਛ ਵੱਖਰੀ ਤਰ੍ਹਾਂ ਦੇ ਜਿਹੜੇ ਹੋਣੇ ਚਾਹੀਦੇ ਆ। ਇਹਦੇ ਵਿੱਚ ਇੱਕ ਪਾਠਕ ਵਰਗ ਨੂੰ ਵੀ ਸ਼ਾਮਿਲ ਕੀਤਾ ਜਾਣਾ ਚਾਹੀਦਾ ਆ ਕਿ ਜਿਹੜੇ ਆਮ ਪਾਠਕ ਹੈ ਅਤੇ ਜਿਨ੍ਹਾਂ ਲਈ ਅਸੀਂ ਲਿਖਦੇ ਹਾਂ, ਜਿਹੜੇ ਆਮ, ਉਹਨਾਂ ਦੀ ਕੀ ਸੂਝ ਹੈ। ਕਈ ਵਾਰੀ ਹੁੰਦਾ ਹੈ ਕਿ ਆਲੋਚਕ ਕਿਸੇ ਰਚਨਾ ਨੂੰ ਬਹੁਤ ਉੱਪਰਲੇ ਲੈਵਲ ਦਾ ਕਰ ਦਿੰਦੇ ਆ, ਪਰ ਆਮ ਜਿਹੜਾ ਲੇਮੈਨ ਉਹਨੂੰ ਪੜ੍ਹਦਾ ਹੈ ਅਤੇ ਉਹਦੇ ਤੱਕ ਉਹ ਗੱਲ ਪਹੁੰਚਦੀ ਨਹੀਂ। ਉਹ ਮਤਲਬ ਟਰੈਵਲ ਵੀ ਕਰਨੀ ਚਾਹੀਦੀ ਹੈ ਨਾ, ਕਿ ਜਿਨ੍ਹਾਂ ਲਈ ਜਾਂ ਜਿਸ ਵਾਸਤੇ ਅਸੀਂ ਲਿਖ ਰਹੇ ਹੈਗੇ ਹਾਂ ਉਹਨਾਂ ਤੱਕ ਵੀ ਗੱਲ ਜਾਵੇ ਅਤੇ ਤਾਂ ਹੀ ਗੱਲ ਕੋਈ ਬਣਦੀ ਆ। ਅਦਰਵਾਈਜ਼ ਤਾਂ ਅਸੀਂ ਲਿਖਦੇ ਕਿਹਦੇ ਲਈ ਹਾਂ? ਅਸੀਂ ਆਲੋਚਕਾਂ ਲਈ ਥੋੜ੍ਹਾ ਲਿਖਦੇ ਹਾਂ। ਆਲੋਚਕਾਂ ਦਾ ਕੰਮ ਬਾਅਦ 'ਚ ਸ਼ੁਰੂ ਹੋ ਜਾਂਦਾ ਹੈ, ਜਦੋਂ ਅਸੀਂ ਲਿਖ ਲਿਆ ਵੀ ਤੁਸੀਂ ਕੀ ਲਿਖਿਆ, ਉਹਦੇ ਵਿੱਚੋਂ ਕੀ ਕੱਢ ਪਾ ਰਹੇ, ਉਹਨਾਂ ਦਾ ਵੱਖਰਾ ਇੱਕ ਫੀਲਡ ਹੈ। ਪਰ ਆਮ ਪਾਠਕ ਤੱਕ ਜਿਹੜੀ ਤੁਹਾਡੀ ਰਚਨਾ ਨੂੰ ਜਿਹੜੀ ਮਨਜ਼ੂਰ ਹੁੰਦੀ ਹੈ, ਉਹ ਸ਼ਾਇਦ ਤੁਹਾਡੀ ਪ੍ਰਾਪਤੀ ਹੈ ਕਿ ਜਦੋਂ ਤੁਹਾਨੂੰ ਆਮ ਲੋਕਾਂ ਦੇ ਫੋਨ ਆਉਂਦੇ ਆ, ਜਦੋਂ ਤੁਹਾਨੂੰ ਆਮ ਕੋਈ ਵੀ ਇੱਕ ਆਮ ਪੱਧਰ ਦਾ ਬੰਦਾ ਜਿਹੜਾ ਆ ਉਹ ਤੁਹਾਡੀ ਕਹਾਣੀ ਜਾਂ ਪੜ੍ਹ ਕੇ ਉਹ ਤੁਹਾਨੂੰ ਕਹਿੰਦਾ ਆ ਕਿ ਹਾਂ ਆਹ ਚੀਜ਼ ਮੈਨੂੰ ਬਹੁਤ ਵਧੀਆ ਲੱਗੀ, ਆਹ ਕਹਾਣੀ ਤਾਂ ਮੈਨੂੰ ਇੱਦਾਂ ਲੱਗਦਾ ਕਿ ਮੇਰੀ ਆਪਣੀ ਹੋਈ ਹੈ, ਹੈ ਨਾ। ਅਤੇ ਉਹ ਫਿਰ ਉਹ ਇੱਕ ਲੇਖਕ ਦੀ ਪ੍ਰਾਪਤੀ ਹੁੰਦੀ ਹੈ ਅਸਲ ਦੇ ਵਿੱਚ। ਬਾਕੀ ਇਨਾਮ ਸਨਮਾਨ ਜਿਹੜੇ ਹੈਗੇ ਆ ਉਹ ਸਾਡੇ ਜਿਹੜੇ ਉਹ ਕਿਸੇ ਵੀ ਖੇਤਰ ਦੇ ਹੋਣ, ਚਾਹੇ ਉਹ ਕਲਾ ਦੇ ਆ, ਫਿਲਮ ਦੇ ਆ, ਸਾਹਿਤ ਦੇ ਹੈਗੇ ਆ, ਉੱਥੇ ਇਹ ਹਰ ਇੱਕ ਲੈਵਲ 'ਤੇ ਹੈ। ਈਵਨ ਨੋਬਲ ਪ੍ਰਾਈਜ਼ ਤੱਕ ਵੀ ਆਪਾਂ ਜਦੋਂ ਕਹੀਏ ਕਿ ਉਹ ਵੀ ਬਿਲਕੁਲ ਇੱਦਾਂ ਨਹੀਂ ਹੈਗੇ ਕਿ 100% ਉਹ ਮਿਆਰ 'ਤੇ ਹੀ ਦਿੱਤੇ ਜਾਂਦੇ ਆ। ਅਤੇ ਇਹ ਸਾਡਾ ਸਿਲਸਿਲਾ ਆ, ਇਹ ਕਦੋਂ ਰੁਕੇਗਾ ਨਹੀਂ ਪਤਾ।
ਪਰ ਰੁਕਣਾ ਚਾਹੀਦਾ ਹੈ। ਮਨਜੀਤ ਇੰਦਰਾ ਕਹਿੰਦੇ ਹੁੰਦੇ ਆ ਵੀ ਉਹ ਸਾਡੇ 'ਚ ਉਹ ਗੱਲ ਆ ਵੀ ਅੰਨਾ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ, ਹਨਾ। ਤੇ ਪਰ ਇਹ ਚੀਜ਼ਾਂ ਕਈ ਵਾਰੀ ਚੰਗਾ ਲਿਖਣ ਵਾਲਿਆਂ ਨੂੰ ਹਤਾਸ਼ ਵੀ ਕਰਦੀਆਂ ਨੇ, ਹਨਾ। ਬਿਲਕੁਲ। ਤੁਹਾਡੀ ਕਿਤਾਬ ਤੇ ਜਿਹੜਾ ਸੰਪਾਦਕੀ ਪੰਨਾ, ਹਨਾ, ਉਹ ਡਾਕਟਰ ਕਰਮਜੀਤ ਹੁਣਾਂ ਨੇ ਲਿਖਿਆ ਹੋਇਆ, ਤੇ ਉੱਥੇ ਉਹਨਾਂ ਨੇ ਇੱਕ ਸਤਰ ਲਿਖੀ ਹੋਈ ਆ ਕਿ ਤ੍ਰਿਪਤਾ ਕੇ ਸਿੰਘ ਹੁਣਾਂ ਦੀਆਂ ਕਹਾਣੀਆਂ ਵਿਆਹੇ ਮਰਦਾਂ ਤੇ ਔਰਤਾਂ ਦੇ ਬਾਹਰਲੇ ਸੰਬੰਧਾਂ ਨੂੰ ਬੇਪਰਦਾ ਕਰਦੀਆਂ ਨੇ, ਹਨਾ। ਤੇ ਤੁਹਾਨੂੰ ਆਪਣੀਆਂ ਕਹਾਣੀਆਂ ਦੇ ਵਿਸ਼ੇ ਲੱਗਦਾ ਵੀ ਇਹੀ ਨੇ, ਜਾਂ ਤੁਸੀਂ ਹੋਰ ਬਹੁਤ ਸਾਰੇ ਵਿਸ਼ੇ ਨੇ ਜਿਨ੍ਹਾਂ ਨੂੰ ਸ਼ਾਇਦ ਵਾਚਿਆ ਨਹੀਂ ਗਿਆ ਤੁਹਾਡੀਆਂ ਕਹਾਣੀਆਂ 'ਚ? ਹਾਂ, ਮੈਨੂੰ ਇੱਦਾਂ ਫੀਲ ਹੁੰਦਾ ਆ, ਜੇ ਤੁਸੀਂ ਵੀ ਮੇਰੀਆਂ ਸਾਰੀਆਂ ਕਹਾਣੀਆਂ ਪੜ੍ਹੋਗੇ ਨਾ, ਮੈਂ ਇਹ ਤਾਂ ਨਹੀਂ ਕਹਿੰਦੀ ਕਿ ਵਿਆਹ ਤੋਂ ਬਾਹਰੇ ਔਰਤ ਮਰਦ ਦੇ ਸੰਬੰਧ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਅਸੀਂ ਇਹ ਮੰਨ ਕੇ ਚੱਲ ਲੈਂਦੇ ਹਾਂ ਕਿ ਲੇਖਕ ਜਿਹੜਾ ਹੈਗਾ ਆ ਉਹਨੇ ਇਹ ਗੱਲਾਂ ਜਿਹੜੀਆਂ ਕੀਤੀਆਂ ਆ ਤੇ ਉਹਦੀ ਆਈਡੀਓਲੋਜੀ ਕੀ ਹੈ, ਲੇਖਕ ਕੀ ਕਹਿਣਾ ਚਾਹੁੰਦਾ ਆ। ਜੇ ਵਿਆਹ ਤੋਂ ਬਾਹਰੇ ਸੰਬੰਧ ਦੀ ਉਹ ਕਹਾਣੀ ਲਿਖਦਾ ਆ ਜਾਂ ਆਪਣੀ ਰਚਨਾ 'ਚੋਂ ਲੈ ਕੇ ਆਉਂਦਾ ਆ, ਤੇ ਉਹਦਾ ਅੰਤ ਕਿੱਥੇ ਕਰਦਾ ਆ? ਲੇਖਕ ਕੀ ਕਹਿਣਾ ਚਾਹੁੰਦਾ ਆ ਕਿ ਇਹ ਠੀਕ ਆ ਕਿ ਗਲਤ ਆ? ਮੇਰੇ ਪਾਤਰ ਜਿਹੜੇ ਹੈਗੇ ਆ ਉਹ ਵਿਆਹ ਤੋਂ ਬਾਹਰੇ ਸੰਬੰਧਾਂ ਦੇ ਧਾਰਨੀ ਨਹੀਂ ਹੈਗੇ। ਹਾਂਜੀ। ਜੇ ਉਹ ਤੁਸੀਂ ਲੈ ਲਓ, ਇੱਕ ਦਿਨ ਲੈ ਲਓ ਤੁਸੀਂ ਕਹਾਣੀ ਕੀ ਤਾਂ, ਹੋਰ ਵੀ ਬਹੁਤ ਸਾਰੀਆਂ ਕਹਾਣੀਆਂ, ਕੰਨ ਤੇ ਟੰਗਿਆ ਸਕੈਚ ਆ, ਤੇ ਜੇ ਉਹ ਸਰਕਮਸਟੈਂਸਿਸ ਦਾ, ਮਰੀਆਂ ਹੋਈਆਂ ਮਛਲੀਆਂ ਦੇ ਵਿੱਚ ਉਹ ਸਰਕਮਸਟੈਂਸਿਸ ਇਸ ਤਰ੍ਹਾਂ ਦੇ ਬਣਦੇ ਆ ਕਿ ਉਹ ਔਰਤ ਕਿੰਨਾ ਹਾਲਾਤਾਂ ਦੇ ਵਿੱਚ ਜਾ ਕੇ ਉਹ ਬਣਦੇ ਆ ਸੰਬੰਧ, ਹੈ ਨਾ। ਤੇ ਆਮ ਤੌਰ ਤੇ ਮੇਰੀਆਂ ਕਹਾਣੀਆਂ ਹੋਰ ਵਿਸ਼ਿਆਂ 'ਚ ਵੀ ਬਹੁਤ ਸਾਰੀਆਂ ਹੈਗੀਆਂ ਜਿਨ੍ਹਾਂ ਤੇ ਮੈਂ ਚਾਹੁੰਦੀ ਹਾਂ ਕਿ ਗੱਲ ਹੋਏ। ਮਾਵਾਂ ਤੇ ਧੀਆਂ ਰਲ ਬੈਠੀਆਂ, ਹੈ ਨਾ। ਇਹ ਆ, ਫਿਰ ਮੇਰੀ ਕਹਾਣੀ ਹਿਰਸ ਆ, ਭਲਾ ਆਦਮੀ ਆ, 7th ਸੈਂਸ ਕਹਾਣੀ ਆ ਮੇਰੀ, ਵੀ ਇਹਨਾਂ ਦੇ ਵਿੱਚ ਕੋਈ ਵਿਆਹ ਵਾਲੇ ਜਾਂ ਵਿਆਹ ਤੋਂ ਬਾਹਰੇ ਸੰਬੰਧਾਂ ਦੀ ਗੱਲ ਨਹੀਂ ਹੈਗੀ। ਤੇ ਮੇਰੀ ਕਹਾਣੀ ਇੱਕ 2014 ਦੇ ਵਿੱਚ ਉਹ ਬੈਸਟ ਕਹਾਣੀਆਂ ਦੇ ਵਿੱਚ ਸ਼ੁਮਾਰ ਕੀਤੀ ਗਈ ਸੀਗੀ, ਬਿਨਾਂ ਧੁੱਪ ਪਰਛਾਵੇਂ। ਬਿਨਾਂ ਧੁੱਪ ਪਰਛਾਵੇਂ ਕਹਾਣੀ ਹੈ, ਉਹ ਬੜੀ ਮੈਨੂੰ ਖੂਬਸੂਰਤ ਲੱਗਦੀ ਕਿਉਂਕਿ ਉਹ ਮੈਂ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ ਸੀਗੀ ਤੇ ਮੈਨੂੰ ਉਹ ਕਹਾਣੀ ਦਾ ਆਈਡੀਆ ਉੱਥੋਂ ਆਇਆ ਕਿ ਜਿਹੜੀ ਸੂਡੋ ਪ੍ਰੈਗਨੈਂਸੀ ਤੇ ਬੇਸਡ ਹੈਗੀ ਆ ਉਹ ਕਹਾਣੀ, ਵੀ ਜਦੋਂ ਸੂਡੋ ਪ੍ਰੈਗਨੈਂਟ ਔਰਤ ਹੋ ਜਾਂਦੀ ਹੈ। ਤੇ ਹੋਰ ਵੀ ਬਹੁਤ ਸਾਰੇ ਆ, ਭੋਰਾ ਕਥਿੰਦਾ ਤੁਸੀਂ ਕਹਾਣੀ ਪੜ੍ਹੋਗੇ। ਹਾਂਜੀ, ਮੈਂ ਮੈਂਸ਼ਨ ਕੀਤਾ ਸੀ, ਮੈਨੂੰ ਬਹੁਤ ਚੰਗੀ ਤੇ ਭੋਰਾ ਕਥਿੰਦਾ ਕਹਾਣੀ ਉਹਦਾ ਅਲੱਗ ਸਬਜੈਕਟ ਹੈਗਾ, ਮੈਂ ਵੱਖਰੇ ਵੱਖਰੇ ਸਬਜੈਕਟਸ ਦੇ ਉੱਤੇ ਲਿਖਦੀ ਹਾਂ। ਤੇ ਉਹ ਇੱਕ ਜਦੋਂ ਤੁਹਾਡੇ ਤੇ ਟੈਗ ਲੱਗ ਜਾਂਦਾ ਆ, ਫਿਰ ਉਹ ਕਈ ਵਾਰੀ ਮਤਲਬ ਦੂਸਰੀਆਂ ਕਹਾਣੀਆਂ ਜਿਹੜੀਆਂ ਚੰਗੀਆਂ ਵੀ ਹੁੰਦੀਆਂ ਉਹਨਾਂ ਤੇ ਗੱਲ ਨਹੀਂ ਹੁੰਦੀ, ਜਦ ਕਿ ਹੋਣੀ ਚਾਹੀਦੀ ਆ। ਮੇਰੇ ਵਿਸ਼ੇ ਬਿਲਕੁਲ ਵੱਖਰੇ ਵੱਖਰੇ ਆ, ਅਲੱਗ-ਅਲੱਗ ਹੈ, ਵਰਸਟਾਈਲ ਆ। ਮੈਂ ਸਾਰੀਆਂ ਕਹਾਣੀਆਂ ਇੱਕੋ ਹੀ ਵਿਸ਼ੇ 'ਤੇ ਨਹੀਂ ਲਿਖੀਆਂ, ਕੁਛ ਇੱਕ ਲਿਖੀਆਂ ਵੀ ਆ, ਪਰ ਬਾਕੀ ਹੋਰ ਵਿਸ਼ਿਆਂ 'ਤੇ ਵੀ ਹੈ। ਭੋਰਾ ਕਥਿੰਦਾ ਕਹਾਣੀ ਹੈ ਰਿਜ਼ਰਵੇਸ਼ਨ 'ਤੇ ਹੈ, ਕ੍ਰੀਮੀ ਲੇਅਰ 'ਤੇ ਕਹਾਣੀ ਹੈ। ਮੈਨੂੰ ਬਹੁਤ ਖੂਬਸੂਰਤ ਲੱਗਦੀ ਹੈਗੀ ਹੈ ਵੀ ਕਿੱਦਾਂ ਮਤਲਬ ਰਿਜ਼ਰਵੇਸ਼ਨ ਦਾ ਫਾਇਦਾ ਇੱਕ ਪੀੜ੍ਹੀ ਨੇ ਲਿਆ, ਫਿਰ ਦੂਜੀ ਲੈ ਰਹੀ ਆ। ਐਗਜ਼ੈਕਟਲੀ ਜਿਨ੍ਹਾਂ ਨੂੰ ਅਸਲ 'ਚ ਮਿਲਣਾ ਚਾਹੀਦਾ ਸੀਗਾ ਉਹਨਾਂ ਨੂੰ ਨਹੀਂ ਮਿਲ ਰਿਹਾ ਉਹ ਸਭ ਚੀਜ਼ ਦਾ ਫਾਇਦਾ। ਤੇ ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਆ ਇਹ ਵੱਖਰੇ ਵੱਖਰੇ ਵਿਸ਼ੇ ਆ। ਮੈਨੂੰ ਇੱਦਾਂ ਲੱਗਦਾ ਹੈ ਕਿ ਅਲੱਗ-ਅਲੱਗ ਵਿਸ਼ਿਆਂ 'ਤੇ ਅਗਰ ਮੈਂ ਗੱਲ ਕਰ ਰਹੀ ਹਾਂ ਤੇ ਪਾਠਕਾਂ ਵੱਲੋਂ, ਆਲੋਚਕਾਂ ਵੱਲੋਂ ਹੋਣੀ ਚਾਹੀਦੀ ਆ ਵੱਖਰੇ ਵੱਖਰੇ ਸਬਜੈਕਟ 'ਤੇ ਲਿਖੀਆਂ ਕਹਾਣੀਆਂ ਦੀ ਗੱਲ ਵੀ ਹੋਣੀ ਚਾਹੀਦੀ ਹੈ। ਸਿਰਫ ਇਹੀ ਨਹੀਂ ਕਿ ਮੈਂ ਇੱਕੋ ਹੀ ਵਿਸ਼ੇ 'ਤੇ ਲਿਖਿਆ ਆ। ਜੇ ਮੈਂ ਵਿਆਹ ਤੋਂ ਬਾਹਰੇ ਸੰਬੰਧਾਂ ਦੀ ਗੱਲ ਵੀ ਕਰਦੀ ਹਾਂ ਤੇ ਉਹਦੇ 'ਚ ਵੀ ਘਰ ਪ੍ਰਮੁੱਖਤਾ 'ਚ ਮੇਰੀਆਂ ਕਹਾਣੀਆਂ 'ਚ ਸਾਬਤ ਸਬੂਤਾ ਰਹਿੰਦਾ ਆ। ਹਾਂਜੀ, ਮੈਂ ਇਸ ਗੱਲ ਨੂੰ ਖੁਦ ਵੀ ਮਹਿਸੂਸ ਕਰਦੀ ਹਾਂ। ਮੇਰੀਆਂ ਕਹਾਣੀਆਂ ਦੇ ਪਾਤਰ ਜਿਹੜੇ ਹੈਗੇ ਆ ਉਹ ਬੋਲਡ ਤਾਂ ਹੈਗੇ ਆ, ਪਰ ਉਹ ਜਿਹੜੀਆਂ ਵਰਜਨਾਵਾਂ ਜਿਹੜੀਆਂ ਸੀਮਾਵਾਂ ਨੂੰ ਉਹ ਤੋੜ ਕੇ, ਉਲੰਘ ਕੇ ਆਪਣੀ ਮਨਮਾਫਿਕ ਜ਼ਿੰਦਗੀ ਜਿਉਣ ਦੇ ਧਾਰਨੀ ਨਹੀਂ ਹੈਗੇ। ਉਹ ਚਾਹੁੰਦੇ ਆ ਕਿ ਜਿਸ ਤਰ੍ਹਾਂ ਦੀ ਸਾਡੀ ਜ਼ਿੰਦਗੀ ਆ ਇਹਨੂੰ ਹੀ ਆਪਣੇ ਮੁਤਾਬਿਕ ਬਣਾਇਆ ਜਾਵੇ। ਜਿਸ ਤਰ੍ਹਾਂ ਦੀ ਜ਼ਿੰਦਗੀ 'ਚ ਅਸੀਂ ਰਹਿੰਦੇ ਹਾਂ, ਇੱਕ ਦਿਨ ਵਾਲੀ ਆਸ਼ੂ ਜਿਹੜੀ ਆ ਉਹ ਇਹ ਤਾਂ ਨਹੀਂ ਚਾਹੁੰਦੀ ਕਿ ਮੈਂ ਪਤੀ ਨੂੰ ਛੱਡ ਕੇ ਚਲੀ ਜਾਵਾਂ ਕਿਸੇ ਪਾਸੇ, ਜਾਂ ਮੈਂ ਬੱਚਿਆਂ ਨੂੰ ਛੱਡ ਕੇ ਚਲੀ ਜਾਵਾਂ ਕਿਸੇ ਪਾਸੇ। ਕਿਉਂਕਿ ਮੈਨੂੰ ਇੱਦਾਂ ਲੱਗਦਾ ਹੈਗਾ ਹੈ ਕਿ ਜਿੱਦਾਂ ਕਿ ਸੋ ਕਾਲਡ ਅਸੀਂ ਵਿਮਨ ਲਿਬਰੇਸ਼ਨ ਦੀਆਂ ਗੱਲਾਂ ਕਰਦੇ ਹਾਂ,
ਵਿਮਨ ਲਿਬਰੇਸ਼ਨ 'ਚ ਬਹੁਤ ਸਾਰੀਆਂ ਔਰਤ ਕਹਾਣੀਕਾਰਾਂ ਨੂੰ ਮੈਂ ਦੇਖਿਆ ਹੈਗਾ ਆ ਕਿ ਆਪਣੀ ਮਨ ਮੁਤਾਬਿਕ ਜ਼ਿੰਦਗੀ ਜਾਂ ਆਪਣੀ ਮਨ ਮੁਤਾਬਿਕ ਚੀਜ਼ਾਂ ਨੂੰ ਕਰਨ ਲਈ ਉਹਨਾਂ ਦੀਆਂ ਨਾਇਕਾਵਾਂ ਜਾਂ ਕਹਾਣੀ ਦੀਆਂ ਪਾਤਰ ਜਿਹੜੀਆਂ ਹੈਗੀਆਂ ਉਹ ਬਹੁਤ ਸਾਰੀਆਂ ਵਲਗਣਾਂ ਨੂੰ ਉਲੰਘ ਕੇ ਅੱਗੇ ਜਾਂਦੀਆਂ ਹੈਗੀਆਂ। ਪਰ ਫਿਰ ਮੈਂ ਕਦੀ ਵਾਰੀ ਸੋਚਦੀ ਹੁੰਨੀ ਆ ਵੀ ਜਦੋਂ ਉਲੰਘ ਕੇ ਅੱਗੇ ਜਾਂਦੀਆਂ ਤੇ ਉਸ ਤੋਂ ਬਾਅਦ ਉਹਨਾਂ ਦਾ ਫਿਊਚਰ ਕੀ ਹੋਇਆ ਕੀ ਹੋਏਗਾ। ਹੁੰਦਾ ਬਿਲਕੁਲ, ਔਰ ਦਿਖਾਉਂਦੇ ਅਸੀਂ ਫਿਰ ਵੀ ਉਹਨਾਂ ਨੂੰ ਉਲਝਣਾ ਚਾਹੀਏ, ਫਿਰ ਵੀ ਉਲਝਣਾ ਚਾਹੀਏ, ਉਹ ਲਾਈਫ ਉਲਝੀ ਰਹਿੰਦੀ ਆ ਉਹਨਾਂ ਦੀ। ਤੇ ਅਸੀਂ ਤਾਂ ਕਹਾਣੀਕਾਰ ਨੇ ਤਾਂ ਉੱਥੇ ਕਹਾਣੀ ਖਤਮ ਕਰ ਦਿੱਤੀ ਜੀ, ਉਹ ਸਭ ਕੁਝ ਛੱਡ ਕੇ ਤੇ ਉਹ ਚਲੇ ਗਈ ਜਾਂ ਉਹਨੇ ਆਪਣੀ ਜ਼ਿੰਦਗੀ। ਪਰ ਉਸ ਤੋਂ ਬਾਅਦ ਵੀ ਕੀ ਹੁੰਦਾ ਆ ਲਾਈਫ ਦੇ ਵਿੱਚ, ਕੀ ਨਹੀਂ ਹੁੰਦਾ, ਜਾਂ ਜੋ ਤੁਸੀਂ ਹਾਸਿਲ ਕਰਨਾ ਚਾਹੁੰਦੇ ਸੀ ਉਹ ਕਰ ਪਾਏ ਹੋ ਕਿ ਨਹੀਂ ਕਰ ਪਾਏ ਹੋ, ਉਹਦੇ ਬਾਰੇ ਵੀ ਗੱਲ ਹੋਣੀ ਚਾਹੀਦੀ ਹੈ। ਬਿਲਕੁਲ। ਜੇ ਅਸੀਂ ਉਹਨੂੰ ਦੱਸ ਦਿੱਤਾ ਵੀ ਉਹਨੇ ਐਡਾ ਬੋਲਡ ਸਟੈਪ ਚੱਕਿਆ ਤੇ ਉਹਨੇ ਆਹ ਕੀਤਾ, ਬਹੁਤ ਵਾਰੀ ਮੈਂ ਦੇਖਿਆ ਬੜੀ ਵਾਹ ਹੁੰਦੀ ਹੈ ਇਸ ਤਰ੍ਹਾਂ ਦੀਆਂ ਕਹਾਣੀਆਂ ਤੇ ਵੀ ਬਹੁਤ ਉਹਦੇ ਤੇ ਕਮੈਂਟਸ ਆਉਂਦੇ ਆ ਵੀ ਬੜੀ ਬੋਲਡ ਕਹਾਣੀ ਲਿਖ ਦਿੱਤੀ ਆ, ਬੜਾ ਬੋਲਡ। ਪਰ ਮੈਂ ਕਹਿੰਦੀ ਹਾਂ ਕਿ ਸਾਹਿਤ ਦਾ ਜਿਹੜਾ ਮੰਤਵ ਹੈ ਕਿ ਜ਼ਿੰਦਗੀ ਨੂੰ ਜਿਉਣ ਜੋਗਿਆ ਬਣਾਉਣਾ ਜਾਂ ਜ਼ਿੰਦਗੀ ਕਿੱਦਾਂ ਦੀ ਹੋਣੀ ਚਾਹੀਦੀ ਹੈ, ਬਿਲਕੁਲ। ਤੇ ਉਹ ਫਿਰ ਕਿੱਥੇ ਰਹਿ ਜਾਂਦਾ ਹੈ। ਇਸ ਚੀਜ਼ ਤੋਂ ਅਸੀਂ ਭਟਕ ਗਏ, ਉਸ ਚੀਜ਼ ਤੋਂ ਅਸੀਂ ਭਟਕਦੇ ਹਾਂ। ਤੇ ਔਰਤ ਦੀ ਭਟਕਣਾ ਤਾਂ ਫਿਰ ਖਤਮ ਹੀ ਨਹੀਂ ਹੋਈ, ਉਹ ਤਾਂ ਸਗੋਂ ਹੋਰ ਜ਼ਿਆਦਾ ਉਲਝਣਾਂ 'ਚ ਪੈ ਗਈ, ਹੋਰ ਜ਼ਿਆਦਾ ਭਟਕਣ 'ਚ ਪੈ ਗਈ। ਮੈਨੂੰ ਇੱਦਾਂ ਫੀਲ ਹੁੰਦਾ ਹੈ ਕਿ ਜੇ ਪਰਿਵਾਰ ਆ ਤੇ ਉਹਦੀ ਮਹੱਤਤਾ ਹੈਗੀ ਆ, ਅਜੇ ਤੱਕ ਵੀ ਹੈਗੀ ਆ। ਬਹੁਤ ਸਾਰੇ ਸੋ ਕਾਲਡ ਵਿਦਵਾਨ ਜਿਹੜੇ ਆ ਉਹ ਪਰਿਵਾਰ ਨੂੰ ਜਾਂ ਵਿਆਹ ਸੰਸਥਾ ਨੂੰ ਨਕਾਰ ਰਹੇ ਆ, ਜਦ ਕਿ ਜਿਨ੍ਹਾਂ ਨੇ ਪੱਛਮ ਵਾਲਿਆਂ ਨੇ ਨਕਾਰੀ ਹੋਈ ਸੀਗੀ ਇਹ ਸੰਸਥਾ, ਉਹ ਅਪਣਾ ਰਹੇ ਆ ਆਪਣਾ। ਔਰ ਅਸੀਂ ਇਸ ਚੀਜ਼ ਚੋਂ ਮਤਲਬ ਜੇ ਪਰਿਵਾਰ ਆ ਜਾਂ ਵਿਆਹ ਹੈ ਤਾਂ ਅਸੀਂ ਇਹਦੇ ਚੋਂ ਗਵਾਇਆ ਤਾਂ ਕੁਛ ਨਹੀਂ, ਬਿਲਕੁਲ ਵੀ ਨਹੀਂ। ਇਹਦੇ ਨਾਲ ਹੀ ਤਾਂ ਇਹ ਸਮਾਜ ਦੇ ਵਿੱਚ ਜਿੰਨੇ ਵੀ ਅਸੀਂ ਰਿਸ਼ਤੇ ਹੰਢਾ ਰਹੇ ਆ, ਜਿਹੜੇ ਲੋਕ ਨਹੀਂ ਕਰ ਰਹੇ, ਦਿਮਾਗੀ ਤੌਰ ਤੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਆ, ਬਹੁਤ ਜ਼ਿਆਦਾ ਜਿਹੜੇ ਇਕੱਲੇ ਰਹਿ ਜਾਂਦੇ ਆ ਜਾਂ ਪਰਿਵਾਰ ਨੂੰ ਛੱਡ ਦਿੰਦੇ ਆ ਜਾਂ ਪਰਿਵਾਰ ਦੇ ਵਿੱਚੋਂ ਨਿਕਲ ਕੇ ਆਪਣੀ ਜ਼ਿੰਦਗੀ ਆਪ ਤਲਾਸ਼ ਕਰਨ ਦੀ ਕੋਸ਼ਿਸ਼ ਕਰਦੇ ਆ, ਡਿਪਰੈਸ਼ਨ ਦਾ ਸ਼ਿਕਾਰ ਹੋਏ ਦੇਖੇ ਆ ਮੈਂ। ਲੋਕ ਡਿਪਰੈਸ਼ਨ 'ਚ ਜਾਂਦੇ ਆ। ਜਿਹੜੇ ਬੱਚੇ ਇੱਦਾਂ ਦੇ, ਹੁਣ ਅਸੀਂ ਲਿਵ ਇਨ ਰਿਲੇਸ਼ਨਸ਼ਿਪ ਦੀ ਗੱਲ ਕਰਦੇ ਹਾਂ ਨਾ, ਲਿਵ ਇਨ 'ਚ ਰਹਿੰਦੇ ਆ ਲੋਕ। ਲਿਵ ਇਨ ਲੋਕਾਂ ਨੇ ਇੱਕ ਸੌਖਾ ਭਾਲ ਲਿਆ ਆ ਕਿ ਇਹ ਵਿਆਹ ਦਾ ਜਿਹੜਾ ਹੈਗਾ ਉਹ ਟੈਗ ਵੀ ਨਾ ਲੱਗੇ ਤੇ ਜ਼ਿੰਮੇਦਾਰੀਆਂ ਤੋਂ ਭੱਜਣ ਵਾਲੀ ਗੱਲ ਹੈ, ਜ਼ਿੰਮੇਦਾਰੀ ਤੋਂ ਵੀ ਭੱਜ ਰਹੇ ਹੈਗੇ ਆ। ਤੇ ਮੈਂ ਸੋਚਦੀ ਹੁੰਦੀ ਹਾਂ ਕਿ ਉਹ ਲਿਵ ਇਨ ਦੇ ਵਿੱਚੋਂ ਜਿਹੜੇ ਬੱਚੇ ਪੈਦਾ ਹੋ ਰਹੇ ਆ ਉਹਨਾਂ ਦਾ ਫਿਊਚਰ ਕੀ ਹੋਏਗਾ। ਬਿਲਕੁਲ। ਉਹ ਬੱਚਿਆਂ ਨੂੰ ਆਪਾਂ ਕੀ ਦੇ ਰਹੇ ਹਾਂ, ਆਪਾਂ ਕਿਹੜੇ ਸੰਸਕਾਰ ਦੇਵਾਂਗੇ ਉਹਨਾਂ ਨੂੰ, ਜਾਂ ਉਹ ਕਿਸ ਤਰ੍ਹਾਂ ਉਹਨਾਂ ਦਾ ਜਦੋਂ ਵੱਡੇ ਹੋਣਗੇ, ਜਦੋਂ ਉਹ ਉਸ ਉਮਰ 'ਚ ਪਹੁੰਚਣਗੇ ਤੇ ਸਮਾਜ ਨੂੰ ਉਹ ਕਿੱਦਾਂ ਫੇਸ ਕਰਨਗੇ, ਜਾਂ ਸਮਾਜ ਉਹਨਾਂ ਨੂੰ ਕਿਸ ਤਰੀਕੇ ਨਾਲ ਦੇਖੇਗਾ, ਉਹਨਾਂ ਨੂੰ ਅਸੈਪਟ ਕਰੇਗਾ ਕਿ ਨਹੀਂ ਕਰੇਗਾ। ਉਹਨਾਂ ਲਈ ਅਸੀਂ ਹੋਰ ਤਰ੍ਹਾਂ ਦੀਆਂ ਮੁਸ਼ਕਿਲਾਂ ਪੈਦਾ ਕਰ ਦਿੱਤੀਆਂ। ਆਪਣੀਆਂ ਉਲਝਣਾਂ ਨੂੰ ਸੁਲਝਾਉਣ ਲਈ ਆਉਣ ਵਾਲੀ ਪੀੜ੍ਹੀ ਲਈ ਅਸੀਂ ਹੋਰ ਤਰ੍ਹਾਂ ਦੀਆਂ ਮੁਸ਼ਕਿਲਾਂ ਉਹਨਾਂ ਦੇ ਸਾਹਮਣੇ ਖੜੀਆਂ ਕਰਕੇ ਜਾ ਰਹੇ ਹਾਂ। ਸੋ ਮੈਂ ਤਾਂ ਇਹੀ ਸਮਝਦੀ ਹਾਂ ਕਿ ਜਿਹੜਾ ਵਿਆਹ ਸੰਸਥਾ ਹੈਗੀ ਆ ਜਾਂ ਘਰ ਆ ਜਾਂ ਪਰਿਵਾਰ ਆ ਜਾਂ ਪਰਿਵਾਰਿਕ ਰਿਸ਼ਤੇ ਹੈਗੇ ਆ, ਇਹਨਾਂ ਦੀ ਅੱਜ ਵੀ ਸਾਨੂੰ ਓਨੀ ਹੀ ਲੋੜ ਹੈ, ਆਉਣ ਵਾਲੇ ਸਮੇਂ 'ਚ ਵੀ ਸਾਨੂੰ ਉਹਦੀ ਓਨੀ ਹੀ ਲੋੜ ਰਹਿਣੀ ਆ। ਤਾਂ ਹੀ ਅਸੀਂ ਇੱਕ ਵਧੀਆ ਸਮਾਜ ਦੀ ਸਿਰਜਣਾ ਜਿਹੜੀ ਹੈਗੀ ਆ ਉਹ ਅਸੀਂ ਕਰ ਸਕਦੇ ਹੈਗੇ ਹਾਂ ਜਿੱਥੇ ਅਸੀਂ ਰਹਿੰਦੇ ਹੈਗੇ ਹਾਂ। ਨਹੀਂ ਤਾਂ ਫਿਰ ਸਾਨੂੰ ਸਮੱਸਿਆਵਾਂ ਹੋਰ ਤਰ੍ਹਾਂ ਦੀਆਂ ਦਾ ਸਾਹਮਣਾ ਕਰਨ ਲਈ ਹਮੇਸ਼ਾ ਹੀ ਤਿਆਰ ਰਹਿਣਾ ਚਾਹੀਦਾ। ਮੈਨੂੰ ਲੱਗਦਾ ਹੁੰਦਾ ਵੀ ਸਾਰੇ ਲੇਖਕ ਵੀ ਇੱਕ ਤਰ੍ਹਾਂ ਨਾਲ ਨਹੀਂ ਸੋਚਦੇ, ਹੈ ਨਾ, ਤੇ ਨਾ ਹੀ ਕਦੇ ਸੋਚਿਆ ਜਾ ਸਕਦਾ। ਤੇ ਜਿਵੇਂ ਹੁਣ ਇੱਕ ਨਵਾਂ ਦੌਰ ਚੱਲ ਪਿਆ ਕਿ ਕੁਝ ਕਹਾਣੀਆਂ ਨੇ ਜਿਹੜੀਆਂ ਉਹ ਇੰਨੀ ਹਰ ਚੀਜ਼ ਦੀ ਹੱਦ ਨੂੰ ਲੰਘ ਗਈਆਂ ਨੇ, ਹੈ ਨਾ, ਤੇ ਫਿਰ ਉਹਨਾਂ ਦੇ ਛੋਟੇ ਛੋਟੇ ਪਾਰਟ ਕਰਕੇ ਜਦੋਂ ਉਹਨਾਂ ਨੂੰ ਸਨਸਨੀ ਬਣਾ ਕੇ ਕਿਸੇ ਵੀ ਪਲੇਟਫਾਰਮ 'ਤੇ ਸਾਂਝਾ ਕੀਤਾ ਜਾਂਦਾ, ਹੈ ਨਾ, ਤੇ ਫਿਰ ਜੇ ਉੱਥੇ ਕੋਈ ਮੇਰੇ ਜਾਂ ਤੁਹਾਡੇ ਵਰਗਾ ਜਾ ਕੇ ਟਿੱਪਣੀ ਕਰਦਾ ਤਾਂ ਲੋਕ ਕਹਿੰਦੇ ਕਿ ਤੁਸੀਂ ਪਿਛਾਂਹ ਜਿਹੜੇ ਰਹਿ ਗਏ ਲੋਕ ਨੇ, ਹੈ ਨਾ, ਤੁਸੀਂ ਉਹ ਅੱਜ ਕੱਲ੍ਹ ਅਗਾਂਹ ਵਧੂ ਲੋਕ ਨੇ ਜਿਹੜੇ ਉਹ ਇਸ ਤਰੀਕੇ ਨਾਲ ਨਹੀਂ ਸੋਚਦੇ, ਹੈ ਨਾ। ਤੇ ਜਦੋਂ ਤੁਸੀਂ ਇੱਦਾਂ ਦੀਆਂ ਕਹਾਣੀਆਂ ਪੜ੍ਹਦੇ ਹੁੰਦੇ ਆ ਜਾਂ ਐਵੇਂ ਦੇ ਵਿਸ਼ੇ ਜਾਂ ਇੰਨੇ ਨੰਗੇ ਢੰਗ ਨਾਲ ਲਿਖਿਆ ਜਾਣਾ, ਤਾਂ ਤੁਹਾਨੂੰ ਕੀ ਲੱਗਦਾ ਹੁੰਦਾ ਉਹ ਸਭ ਪੜ੍ਹ ਕੇ? ਦੇਖੋ, ਜਿਹੜਾ ਸਾਹਿਤ ਹੈ ਉਹ ਸ਼ਬਦਾਂ ਦੀ ਹੀ ਖੇਡ ਹੈ ਸਾਰੀ। ਸ਼ਬਦਾਂ ਦੇ ਨਾਲ ਤੁਸੀਂ ਇੱਕ ਨੰਗੀ ਚਿੱਟੀ ਗੱਲ ਨੂੰ ਵੀ ਬਹੁਤ ਖੂਬਸੂਰਤ ਢੰਗ ਨਾਲ ਕਹਿ ਸਕਦੇ ਆ, ਜਿਹਨੂੰ ਪੜ੍ਹਨ ਲਈ ਤੁਹਾਨੂੰ ਨਾ ਤਾਂ ਸ਼ਰਮ ਮਹਿਸੂਸ ਹੋਵੇ, ਨਾ ਜਾਂ ਤੁਸੀਂ ਕਿਸੇ ਨੂੰ ਇਹ ਦੱਸਦੇ ਹੋ ਕਿ ਆਹ ਪੜ੍ਹੋ, ਤੇ ਨਾ ਤੁਹਾਨੂੰ ਖੁਦ ਨੂੰ ਇੱਦਾਂ ਫੀਲ ਹੋਵੇ, ਹੈ ਨਾ। ਸਾਹਿਤ ਦਾ ਜਿਹੜਾ ਹੈਗਾ ਆ ਇਹ ਸਾਹਿਤ ਦਾ ਮਤਲਬ ਹੀ ਇਹ ਹੈ ਕਿ ਸੋਹਜ। ਤੇ ਜੇ ਤੁਸੀਂ ਇੱਦਾਂ ਦੀਆਂ ਚੀਜ਼ਾਂ ਆ ਉਹ ਬਹੁਤ ਛੇਤੀ
ਫੇਮ ਨੇਮ ਵਾਸਤੇ ਇਹ ਕੀਤੀਆਂ ਜਾਂਦੀਆਂ ਆ, ਸਨਸਨੀ ਫੈਲਾ ਕੇ ਜਾਂ ਕੋਈ ਵੀ ਚੀਜ਼ ਹੈ ਜਾਂ ਵੀ ਕੋਈ ਇਸ ਤਰ੍ਹਾਂ ਦੇ ਤੁਸੀਂ ਨੰਗੇ ਚਿੱਟੇ ਸ਼ਬਦ ਆਪਣੀ ਰਚਨਾ 'ਚ ਲੈ ਕੇ ਆਉਂਦੇ ਹੋ ਤੇ ਉਸ ਰਚਨਾ ਦਾ ਸਭ ਤੋਂ ਪਹਿਲਾਂ ਤੇ ਐਸਥੈਟਿਕ ਸੈਂਸ ਹੀ ਖਤਮ ਹੋ ਜਾਂਦੀ ਆ, ਸੋਹਜ ਖਤਮ ਹੋ ਜਾਂਦਾ ਆ। ਸਾਹਿਤ ਦਾ ਤੇ ਆਮ ਜਿਹੜੀ ਭਾਸ਼ਾ ਆ ਜਿਹੜੀ ਅਸੀਂ ਵਰਤਦੇ ਹਾਂ ਉਹਦੇ ਵਿੱਚ ਇੱਕ ਮਹੀਨ ਫਰਕ ਹੁੰਦਾ ਆ। ਉਹਦਾ ਸੋਹਜ ਜਿਹੜਾ ਹੁੰਦਾ ਆ, ਉਹਦੀ ਐਸਥੈਟਿਕ ਸੈਂਸ ਜਿਹੜੀ ਹੁੰਦੀ ਉਹਦੇ ਸ਼ਬਦਾਂ 'ਚ ਹੀ ਪਈ ਹੁੰਦੀ ਆ। ਵੱਡੀ ਤੋਂ ਵੱਡੀ ਗੱਲ ਵੀ ਤੁਸੀਂ ਢੱਕੇ ਹੋਏ ਸ਼ਬਦਾਂ ਦੇ ਨਾਲ ਕਹਿ ਸਕਦੇ ਆ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਦਾ ਅੱਗੇ ਉਹਨੇ ਤੁਰਨਾ ਨਹੀਂਗਾ, ਸਮਝ ਆ ਜਾਂਦੀ ਹੈ ਪੜ੍ਹਨ ਵਾਲੇ ਨੂੰ ਸਭ ਚੀਜ਼, ਪਰ ਇਹ ਲੇਖਕ ਤੇ ਡਿਪੈਂਡ ਕਰਦਾ ਹੈ ਕਿ ਉਹ ਸ਼ਬਦਾਵਲੀ ਖੁੱਲੀ ਸ਼ਬਦਾਵਲੀ ਵਰਤ ਕੇ ਕੀ ਜ਼ਾਹਿਰ ਕਰਨਾ ਚਾਹੁੰਦਾ। ਮੇਰੀ ਸਮਝ ਤੋਂ ਤਾਂ ਪਰੇ ਦੀ ਗੱਲ ਹੈ। ਬਹੁਤ ਸਾਰੀਆਂ ਗੱਲਾਂ ਹੁੰਦੀਆਂ, ਬਹੁਤ ਸਾਰੇ ਸ਼ਬਦ ਹੁੰਦੇ ਆ ਜਿਹੜੇ ਤੁਸੀਂ ਢਕੇ ਤਰੀਕੇ ਦੇ ਨਾਲ ਵੀ ਬਹੁਤ ਵੱਡੀ ਗੱਲ ਕਹਿ ਸਕਦੇ ਹੋ, ਬੋਲਡ ਤੋਂ ਬੋਲਡ ਵਿਸ਼ਾ ਜਿਹੜਾ ਆ ਉਹ ਤੁਸੀਂ ਛੂਹ ਸਕਦੇ ਹੋ। ਸ਼ਬਦਾਵਲੀ ਦਾ ਬਹੁਤ ਜ਼ਿਆਦਾ ਲੇਖਕ ਨੂੰ ਖਿਆਲ ਰੱਖਣਾ ਚਾਹੀਦਾ ਆ। ਹਾਂ, ਇਹ ਛੋਟੀ ਮੋਟੀ ਜਿੱਦਾਂ ਸਮੇਂ ਦੀ ਖੇਡ ਹੁੰਦੀ ਹੈ ਕਿ ਤੁਸੀਂ ਸਨਸਨੀ ਫੈਲਾ ਦਿੱਤੀ, 50 ਬੰਦਿਆਂ ਨੇ ਉਹਨੂੰ ਵਾਹ ਕਰਤਾ ਤੇ 50 ਬੰਦਿਆਂ ਨੇ ਉਹਨੂੰ ਕਰ ਦਿੱਤਾ, ਤੇ ਉਹ ਰਚਨਾ ਦੀ ਉਮਰ ਵੀ ਬਹੁਤ ਥੋੜੀ ਹੁੰਦੀ ਹੈ। ਉਹ ਜ਼ਿਆਦਾ ਲੰਬਾ ਸਮਾਂ ਉਹ ਰਚਨਾ ਚੱਲਦੀ ਨਹੀਂ ਹੈਗੀ, ਉਹ ਕਾਲਜਈ ਨਹੀਂ ਬਣ ਸਕਦੀ ਹੈਗੀ। ਕਾਲਜਈ ਰਚਨਾਵਾਂ ਜਿਹੜੀਆਂ ਹੁੰਦੀਆਂ ਉਹਦੇ ਵਿੱਚ ਐਸਥੈਟਿਕ ਦਾ, ਸੋਹਜ ਦਾ ਬਹੁਤ ਜ਼ਿਆਦਾ ਖਿਆਲ ਰੱਖਿਆ ਜਾਂਦਾ ਆ ਤੇ ਬਹੁਤ ਲੰਬੇ ਸਮੇਂ ਤੱਕ ਉਹ ਰਚਨਾਵਾਂ ਜਿਹੜੀਆਂ ਯਾਦ ਰੱਖੀਆਂ ਜਾਂਦੀਆਂ ਆ। ਤੁਸੀਂ ਫਿਲਮਾਂ ਬਹੁਤ ਦੇਖਦੇ ਹੋ? ਹਾਂ, ਮੈਨੂੰ ਫਿਲਮਾਂ ਦੇਖਣ ਦਾ ਸ਼ੌਕ ਹੈ। ਹਾਂ, ਮੈਂ ਤੁਹਾਡੇ ਪ੍ਰੋਫਾਈਲ ਤੇ ਦੇਖਿਆ ਤੁਸੀਂ ਮੋਹ ਬਾਰੇ ਤੇ ਕਲੀ ਜੋਟਾ ਬਾਰੇ ਲਿਖਿਆ ਹੈ। ਜੀ, ਮੈਂ ਫਿਲਮਾਂ ਦੇਖਦੀ ਹਾਂ। ਮਤਲਬ ਐਦਾਂ ਤਾਂ ਨਹੀਂ ਹੈਗਾ ਕਿ ਬਹੁਤ ਜ਼ਿਆਦਾ, ਪਰ ਮੈਨੂੰ ਫਿਲਮਾਂ ਦੇਖਣ ਦਾ ਸ਼ੌਕ ਆ। ਦੇ ਖੂਬਸੂਰਤ ਫਿਲਮਾਂ ਦੇਖਦੀ ਹਾਂ, ਪੁਰਾਣੀਆਂ ਫਿਲਮਾਂ ਦੇਖਦੀ ਹਾਂ, ਕਲਾਤਮਕ ਫਿਲਮਾਂ ਮੈਨੂੰ ਪਸੰਦ ਹੈ। ਮੈਂ ਸ਼ੇਅਰ ਵੀ ਕਰਦੀ ਰਹਿੰਦੀ ਹਾਂ ਜਦੋਂ ਵੀ ਮੈਨੂੰ ਕੋਈ ਫਿਲਮ ਚੰਗੀ ਲੱਗੇ। ਅੱਜ ਹੀ ਮੈਂ ਹੁਣ ਤੁਹਾਡੇ ਆਉਣ ਤੋਂ ਪਹਿਲਾਂ ਜਦੋਂ ਮੈਂ ਤੁਹਾਨੂੰ ਵੇਟ ਕਰ ਰਹੀ ਸੀਗੀ ਤਾਂ ਮੈਂ ਉਹ ਫਿਲਮ ਦੇਖੀ ਫੁਰਸਤ, ਵਾਮਿਕਾ ਗੱਬੀ ਦੀ ਫੁਰਸਤ। 1 ਘੰਟੇ ਦੀ ਫਿਲਮ ਸੀ, ਬਹੁਤ ਕਮਾਲ ਦੀ ਉਹ ਫਿਲਮ ਲੱਗੀ ਮੈਨੂੰ ਕਿ ਅਸੀਂ ਵਰਤਮਾਨ 'ਚ ਜਿਉਣਾ ਭੁੱਲ ਗਏ ਹਾਂ। ਉਹ ਮੈਨੂੰ ਵਧੀਆ ਲੱਗਾ ਉਹ ਕਿ ਅੱਜ ਸਾਡੇ ਕੋਲ ਜਿਹੜਾ ਸਮਾਂ ਹੈਗਾ ਉਹ ਮੁੜ ਕੇ ਨਹੀਂ ਆਉਣਾ। ਟਾਈਮ ਜਿਹੜਾ ਆ ਉਹ ਕਦੀ ਵਾਪਸ ਨਹੀਂ ਆਉਂਦਾ ਹੈਗਾ ਤੇ ਅਸੀਂ ਕਈ ਵਾਰੀ ਭੱਜਦੇ ਰਹਿੰਦੇ ਹਾਂ। ਸਮਾਂ ਵੀ ਭੱਜਦਾ ਰਿਹਾ ਹੈ ਸਮੇਂ, ਪਰ ਜਦੋਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਕੀ ਗਵਾ ਲਿਆ ਕੀ ਨਹੀਂ, ਤੇ ਉਦੋਂ ਅਸੀਂ ਪਛਤਾਉਂਦੇ ਹਾਂ। ਤੇ ਉਹ ਇਹੀ ਮੈਸੇਜ ਦਿੰਦੀ ਸੀਗੀ ਕਿ ਅੱਜ 'ਚ ਜੀਓ, ਵਰਤਮਾਨ 'ਚ ਜੀਓ। ਆਉਣ ਵਾਲਾ ਫਿਊਚਰ ਕਿੱਦਾਂ ਦਾ ਹੋਏਗਾ ਉਹਦੇ ਬਾਰੇ ਬਹੁਤੀ ਪਰਵਾਹ ਨਾ ਕਰੋ, ਜੋ ਬੀਤ ਗਿਆ ਉਹਦੇ ਬਾਰੇ ਵੀ ਭੁੱਲ ਜਾਓ। ਅੱਜ ਵਰਤਮਾਨ 'ਚ ਕੀ ਹੈ, ਤੁਹਾਡੇ ਕੋਲ ਕੀ ਹੈ, ਤੁਸੀਂ ਉਹਨਾਂ ਪਲਾਂ ਨੂੰ ਕਿੱਦਾਂ ਮਹਿਸੂਸ ਕਰਦੇ ਆ। ਮਤਲਬ ਇਸ ਤਰ੍ਹਾਂ ਮੋਹ ਫਿਲਮ ਦੇਖੀ ਸੀ, ਕਲੀ ਜੋਟਾ ਫਿਲਮ ਦੇਖੀ ਆ ਮੈਂ, ਉਹਨੂੰ ਬੜੀ ਵਧੀਆ ਲੱਗੀ। ਉਹਦਾ ਸਬਜੈਕਟ ਬਹੁਤ ਵਧੀਆ ਲੱਗਾ, ਔਰਤਾਂ 'ਤੇ ਬੇਸਡ ਹੈਗੀ ਆ। ਮਰਦਾਂ ਦੀ ਸੋਚ ਔਰਤਾਂ ਦੇ ਪ੍ਰਤੀ ਅੱਜ ਵੀ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਨਹੀਂ, ਸੋਚ ਬਦਲ ਗਈ ਹੈ, ਪਰ ਜਿੱਦਾਂ ਦੀ ਸੁਸਾਇਟੀ 'ਚ ਅਸੀਂ ਰਹਿੰਦੇ ਹਾਂ ਤੇ ਹਾਲੇ ਬਹੁਤ ਸਮਾਂ ਲੱਗੇਗਾ ਕਿ ਜਦੋਂ ਔਰਤਾਂ ਦੇ ਪ੍ਰਤੀ, ਕੰਮਕਾਜੀ ਔਰਤਾਂ ਦੇ ਪ੍ਰਤੀ, ਜਾਂ ਡੇਲੀ ਰੂਟੀਨ 'ਚ ਜਦੋਂ ਅਸੀਂ ਬੱਸਾਂ ਕਾਰਾਂ ਮੋਟਰਾਂ 'ਚ ਸਫ਼ਰ ਕਰਦੇ ਹਾਂ ਤੇ ਉਹਨਾਂ ਦੇ ਮਰਦਾਂ ਦੀ ਜਿਹੜੀ ਸੋਚ ਹੈਗੀ ਆ ਔਰਤਾਂ ਦੇ ਪ੍ਰਤੀ ਹਾਲੇ ਉਨੀ ਨਹੀਂ ਬਦਲੀ। ਉਹੀ ਉਹ ਕਲੀ ਜੋਟਾ ਫਿਲਮ ਦੇ ਵਿੱਚ ਦਿਖਾਇਆ ਗਿਆ ਹੈਗਾ ਆ ਕਿ ਹਾਲੇ ਵੀ ਮਰਦ ਇਹ ਸੋਚਦਾ ਆ ਕਿ ਇੰਨੀ ਕੁ ਤਾਂ ਔਰਤ ਨੂੰ ਸਹਿ ਹੀ ਲੈਣੀ ਚਾਹੀਦੀ ਆ। ਇਹ ਬਣੀ ਹੈਗੀ ਆ ਵੀ ਇੰਨੀ ਕੁ ਮਾੜੀ ਮੋਟੀ ਬੇਇੱਜ਼ਤੀ ਜਾਂ ਮਾੜਾ ਮੋਟਾ ਉਹਦੇ ਨਾਲ ਜੇ ਧੱਕਾ ਹੁੰਦਾ ਆ ਤੇ ਇੰਨਾ ਕੁ ਬਰਦਾਸ਼ਤ ਕਰ ਲਵੇ। ਵੀ ਕਿਉਂ ਬਰਦਾਸ਼ਤ ਕਰ ਲਵੇ, ਕਾਹਦੇ ਵਾਸਤੇ? ਇਹ ਸੋਚ ਬਦਲਣੀ ਚਾਹੀਦੀ ਹੈ, ਇੱਦਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਆ। ਤੇ ਮੈਂ ਕਹਿੰਦੀ ਹਾਂ ਔਰਤਾਂ ਨਾਲੋਂ ਜ਼ਿਆਦਾ ਇਹ ਫਿਲਮਾਂ ਬੰਦਿਆਂ ਨੂੰ ਦੇਖਣੀਆਂ ਚਾਹੀਦੀਆਂ ਆ। ਤੇ ਜਿਹੜੀ ਸੋਚ ਹੈਗੀ ਆ ਉਹ ਸਮੇਂ ਨਾਲ, ਕਿਉਂਕਿ ਸਾਹਿਤ, ਸਿਨੇਮਾ, ਕਲਾ, ਇਹ ਸਾਰੀਆਂ ਚੀਜ਼ਾਂ ਦਾ ਅਸਰ ਹੁੰਦਾ ਆ। ਭਾਵੇਂ ਉਹਦੇ ਲਈ ਇਹ ਰਾਤੋਂ ਰਾਤ ਸਭ ਚੀਜ਼ਾਂ ਨਹੀਂ ਹੁੰਦੀਆਂ, ਟਾਈਮ ਲੱਗਦਾ ਹਰੇਕ ਚੀਜ਼ ਲਈ, ਪਰ ਇਹ ਸੁਸਾਇਟੀ 'ਤੇ ਅਸਰ ਪਾਉਂਦੀਆਂ ਇੱਦਾਂ ਦੀਆਂ ਚੀਜ਼ਾਂ, ਤੇ ਪੈਣਾ ਵੀ ਚਾਹੀਦਾ ਹੈ। ਜਿਵੇਂ ਤੁਸੀਂ ਕਿਹਾ 2019 ਚ ਤੁਸੀਂ ਵੀ ਕਿਸ ਤਰੀਕੇ ਦੀ ਕਹਾਣੀ ਲਿਖੀ ਸੀ, ਹੈ ਨਾ ਜੀ। ਤੇ ਡਾਕਟਰ ਸਾਹਿਬ ਸਿੰਘ ਉਹਨਾਂ ਨੇ ਵੀ ਤੁਹਾਡੇ ਤੇ ਇੱਕ ਆਰਟੀਕਲ ਲਿਖਿਆ ਹੋਇਆ, ਤਾਂ ਉਹਨਾਂ ਨੇ ਲਿਖਿਆ ਸੀ ਕਿ ਜਿਸ ਕਿਸਮ ਦੀਆਂ ਸੰਜੀਦਾ ਕਹਾਣੀਆਂ ਤ੍ਰਿਪਤਾ ਸਿੰਘ ਲਿਖਦੇ ਨੇ, ਤਾਂ ਮੈਂ ਚਾਹਣਾ ਕਿ ਕਦੀ ਮੈਂ ਬਹੁਤ ਵੱਡੇ ਪੱਧਰ ਤੇ, ਹੈ ਨਾ, ਮਤਲਬ ਵੱਡੀ ਫਿਲਮ ਉਹ ਤੁਹਾਡੀ ਕਹਾਣੀ ਤੇ ਬਣਾਉਣ। ਤੇ ਤੁਹਾਨੂੰ ਚੰਗਾ ਲੱਗਦਾ ਹੈ ਕਿ ਇੰਨੇ ਸੰਜੀਦਾ ਲੋਕ, ਮਤਲਬ ਵੈਸੇ ਤਾਂ ਤੁਹਾਨੂੰ ਬਹੁਤ ਸਾਰੇ ਇਨਾਮ ਹੁਣ ਤੱਕ ਮਿਲ ਚੁੱਕੇ ਨੇ, ਰਾਮ ਸਰੂਪ ਅਣਖੀ, ਹੈ ਨਾ, ਸਨਮਾਨ ਤੁਹਾਨੂੰ ਮਿਲਿਆ ਹੈ, ਪਰ ਜਦੋਂ ਇੱਦਾਂ ਦੇ ਚੰਗੇ ਜਿਹੜੇ ਲੋਕ ਸਮੀਖਿਆ ਕਰਨ ਵਾਲੇ ਨੇ ਜਾਂ ਬਹੁਤ ਵਧੀਆ ਉਹ ਥੀਏਟਰ ਅਦਾਕਾਰ ਨੇ, ਤਾਂ ਇਹ ਅਚੀਵਮੈਂਟਸ ਚੰਗੀਆਂ ਲੱਗਦੀਆਂ ਨੇ ਜਦੋਂ ਇੰਨਾ ਜ਼ਿਆਦਾ ਸਲਾਹਿਆ ਜਾਂਦਾ ਤੁਹਾਡੇ ਕੰਮ ਨੂੰ? ਹਾਂ,
ਇਹ ਮਤਲਬ ਕਿਸੇ ਨੂੰ ਵੀ, ਮੈਂ ਹੋਵਾਂ ਜਾਂ ਕੋਈ ਵੀ ਹੋਵੇ, ਜਦੋਂ ਤੁਸੀਂ ਕੁਝ ਲਿਖਦੇ ਹੋ ਜਾਂ ਕੁਝ ਤੁਸੀਂ ਇਸ ਤਰ੍ਹਾਂ ਦੀ ਰਚਨਾ ਕਰਦੇ ਹੋ ਤੇ ਜਦੋਂ ਕਿਸੇ ਸੰਜੀਦਾ ਵਿਅਕਤੀ ਤੱਕ, ਵਿਦਵਾਨ ਤੱਕ ਉਹ ਜਾਂਦੀ ਹੈ ਗੱਲ, ਤੇ ਜਦੋਂ ਉਹਦੇ ਬਾਰੇ ਉਹ ਗੱਲ ਕਰਦੇ ਆ, ਸੱਚੀ ਮੁੱਚੀ ਕਰਦੇ ਆ, ਕਿ ਉਹਦੇ 'ਚ ਕੋਈ ਤੁਹਾਨੂੰ ਇਹਦੇ ਮੈਂ ਨਹੀਂ ਸਮਝਦੀ ਕਿ ਮੇਰੀ ਕਹਾਣੀ 'ਤੇ ਕੋਈ ਫਿਲਮ ਬਣਾਵੇ ਜਾਂ ਕੋਈ ਨਾਟਕ ਬਣਾਵੇ ਤੇ ਮੈਂ ਉਹੀ ਰਹਿਣਾ ਆ, ਤੇ ਉਹਦੇ ਨਾਲ ਉਹ ਨਹੀਂ ਹੁੰਦਾ। ਪਰ ਉਹਨਾਂ ਦਾ ਇਹ ਕਹਿਣਾ ਹੀ ਆਪਣੇ ਆਪ ਦੇ ਵਿੱਚ, ਉਹਨਾਂ ਦੇ ਸ਼ਬਦ ਹੀ ਮੇਰੇ ਲਈ ਬਹੁਤ ਜ਼ਿਆਦਾ ਵੱਡੀ ਗੱਲ ਹੈਗੀ ਆ, ਕਿ ਜਦੋਂ ਕੋਈ ਤੁਹਾਡੀ ਰਚਨਾ ਦੇ ਉੱਤੇ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਜਿਹੜੀਆਂ ਗੱਲ ਹੈਗੀ ਆ ਸੰਜੀਦਗੀ ਨਾਲ ਕਹੀ ਗਈ ਆ, ਜਿਸ ਸੰਜੀਦਗੀ ਦੇ ਨਾਲ ਮੈਂ ਉਹ ਗੱਲ ਕਹੀ ਹੈ ਉਹੀ ਗੱਲ ਪਾਠਕ ਤੱਕ ਪਹੁੰਚੀ ਹੈ ਤੇ ਉਹਨੇ ਫੀਲ ਕੀਤਾ ਹੈ ਤੇ ਉਹਨਾਂ ਨੇ ਇੱਦਾਂ ਲਿਖਿਆ ਹੈ, ਕੋਈ ਵੀ ਹੈ, ਤੇ ਮੈਨੂੰ ਚੰਗਾ ਲੱਗਦਾ ਆ। ਹਰੇਕ ਨੂੰ ਹੀ ਚੰਗਾ ਲੱਗਦਾ ਹੋਏਗਾ ਕਿ ਜਦੋਂ ਤੁਸੀਂ ਕੁਝ ਵੀ ਲਿਖਦੇ ਹੋ। ਪਰ ਜੇ ਮੈਂ ਜੇ ਮੈਨੂੰ ਇੱਦਾਂ ਨਹੀਂ ਹੈ ਕਿ ਮੈਨੂੰ ਹਮੇਸ਼ਾ ਤਾਰੀਫ ਹੀ ਚੰਗੀ ਲੱਗਦੀ ਆ। ਕਦੀ ਵਾਰੀ ਜੇ ਕਿਸੇ ਨੂੰ ਮੇਰੀ ਕੋਈ ਚੀਜ਼ ਨਹੀਂ ਵੀ ਚੰਗੀ ਲੱਗਦੀ, ਜਦੋਂ ਕੋਈ ਮੈਨੂੰ ਇਹ ਦੱਸਦੇ ਆ ਕਿ ਸਾਨੂੰ ਤੁਹਾਡੀ ਆਹ ਗੱਲ ਨਹੀਂ ਪਸੰਦ ਆਈ, ਤੇ ਉਹ ਵੀ ਅਸੈਪਟੇਬਲ ਆ। ਮੈਂ ਉਹਦੇ 'ਤੇ ਵੀ ਕੰਮ ਕਰਦੀ ਹਾਂ ਕਿ ਅੱਗੇ ਤੋਂ ਮੈਂ ਕੁਝ ਇਸ ਤਰ੍ਹਾਂ ਦੀ ਚੀਜ਼ ਜਾਂ ਇਸ ਤਰ੍ਹਾਂ ਦਾ ਕੋਈ ਮੈਂ ਚੀਜ਼ ਜਾਂ ਸੈਂਟੈਂਸ ਜਾਂ ਸ਼ਬਦ ਮੈਂ ਨਾ ਲਿਖਾਂ, ਤੇ ਮੇਰੇ ਲਈ ਹੋਰ ਵੀ ਬਿਹਤਰ ਹੋਏਗਾ। ਮੈਂ ਦੋਨੋਂ ਤਰ੍ਹਾਂ ਦੀ ਹੀ ਜਿਹੜੀ ਪ੍ਰਤੀਕਿਰਿਆ ਹੈਗੀ ਆ ਉਹਨੂੰ ਅਸੈਪਟ ਕਰਦੀ ਹਾਂ ਤੇ ਸਹਿਜ ਨਾਲ ਕਰਦੀ ਹਾਂ। ਜਿਵੇਂ ਤੁਸੀਂ ਕਿਹਾ ਵੀ ਤੁਸੀਂ ਬਹੁਤ ਸਹਿਜ ਨਾਲ ਲਿਖਦੇ ਵੀ ਹੋ, ਹਨਾ, ਸਾਲ 'ਚ ਕਈ ਵਾਰੀ ਇੱਕ ਕਹਾਣੀ ਜਾਂ ਫਿਰ ਸਾਲ ਭਰ ਲਿਖਦੇ ਵੀ ਨਹੀਂ ਹੈਗੇ। ਕੋਈ ਕਾਲ ਨਹੀਂ ਹੈ ਕਿ ਹਾਲੇ ਤੱਕ ਇੰਨੀ ਉਮਰ ਤੋਂ ਮਤਲਬ ਹੋ ਗਏ ਹੋ ਤੁਸੀਂ ਤੇ ਇੱਕੋ ਹੀ ਕਿਤਾਬ ਆਈ? ਤੇ ਜੇ 10 ਵੀ ਆ ਜਾਂਦੀਆਂ ਤੇ ਫਿਰ ਕੀ ਹੋਣਾ ਸੀਗਾ। ਮੇਰੀ ਇਹੀ ਪ੍ਰਾਪਤੀ ਹੈ ਕਿ ਤੁਸੀਂ ਅੱਜ ਮੇਰੇ ਸਾਹਮਣੇ ਬੈਠੇ ਹੋ, ਰੁਪਿੰਦਰ ਸੰਧੂ ਹੋਰੀ ਮੇਰੇ ਨਾਲ ਮੇਰੀ ਜਿਹੜੀ ਇੱਕ ਕਿਤਾਬ ਦੀਆਂ 15 ਕਹਾਣੀਆਂ ਆ ਉਹ ਪੜ੍ਹ ਕੇ ਮੇਰੇ ਨਾਲ ਅੱਜ ਗੱਲ ਕਰਨ ਆਏ ਆ, ਤੇ ਮੈਨੂੰ ਵਧੀਆ ਲੱਗਦਾ ਆ। ਤੇ ਕੋਈ ਕਾਹਲੀ ਨਹੀਂ ਹੈਗੀ ਕਿਸੇ ਚੀਜ਼ ਦੀ, ਕੋਈ ਜਲਦੀ ਨਹੀਂ ਹੈ ਮੈਨੂੰ, ਮੈਂ ਕਿਸੇ ਦੌੜ 'ਚ ਸ਼ਾਮਿਲ ਨਹੀਂ ਆ, ਮੈਨੂੰ ਇੱਦਾਂ ਨਹੀਂ ਲੱਗਦਾ ਹੈਗਾ। ਕਹਾਣੀ ਲਿਖਣਾ ਕੋਈ ਇੱਦਾਂ ਮੇਰੇ ਲਈ ਬੋਝ ਵਾਂਗੂ ਨਹੀਂ ਹੈਗਾ, ਇੰਜੋਇਮੈਂਟ ਵਾਂਗੂ ਆ। ਜੇ ਮੈਂ ਕੋਈ ਕਹਾਣੀ ਮੇਰੇ ਮਨ 'ਚ ਚੱਲਦੀ ਆ ਤੇ ਉਹ ਚੱਲੀ ਜਾਣੀ ਆ, ਕਈ ਵਾਰੀ ਕਿੰਨਾ ਚਿਰ ਚੱਲਦੀ ਰਹਿੰਦੀ ਆ, ਜਦੋਂ ਤੱਕ ਮੈਨੂੰ ਨਾ ਲੱਗੇ ਕਿ ਮੈਂ ਇਹਨੂੰ ਹੁਣ ਕਾਗਜ਼ 'ਤੇ ਉਤਾਰ ਲਵਾਂ ਜਾਂ ਲਿਖ ਲਵਾਂ। ਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ। ਹਮੇਸ਼ਾ ਮੈਨੂੰ ਲੱਗਦਾ ਸਾਲ 'ਚ ਇੱਕ ਕਹਾਣੀ ਮੈਂ ਲਿਖਦੀ ਹਾਂ, ਇੱਕ ਜਾਂ ਵੱਧ ਤੋਂ ਵੱਧ 2। ਕੋਈ ਇੱਦਾਂ ਦਾ ਸਾਲ ਨਹੀਂ ਹੋਊਗਾ ਜਿਸ ਸਾਲ 'ਚ ਮੈਂ 3 ਕਹਾਣੀਆਂ ਲਿਖੀਆਂ ਹੋਣਗੀਆਂ। ਹਾਂਜੀ। ਤੇ ਮੈਂ ਆਪਣੀ ਐਡੀਟਰ ਵੀ ਆਪ ਹੀ ਹਾਂ। ਮੈਂ ਨਾ ਲੰਬੀਆਂ ਕਹਾਣੀਆਂ ਲਿਖਣ ਦਾ ਨਹੀਂ ਹੈਗਾ ਮੈਨੂੰ ਇਹ, ਕਿ ਜੇ ਮੈਂ 10 ਜਾਂ 12 15 ਪੇਜ ਦੀ ਵੀ ਮੈਂ ਕਹਾਣੀ ਲਿਖ ਲੈਂਦੀ ਹਾਂ ਨਾ, ਉਹਨੂੰ ਫਿਰ ਮੈਂ ਬਹੁਤ ਕਾਂਟ ਛਾਂਟ ਕਰਦੀ ਰਹਿੰਦੀ ਹਾਂ। ਉਹਨੂੰ ਸੋਚਦੀ ਹਾਂ ਕਿ ਜਿਹੜੀ ਗੱਲ ਇੱਕ ਪੇਜ 'ਚ ਲਿਖੀ ਆ ਉਹ ਤਾਂ ਇੱਕ ਪੈਰੇ 'ਚ ਵੀ ਲਿਖੀ ਜਾ ਸਕਦੀ ਹੈ, ਜਾਂ ਇੱਕ ਪੈਰੇ 'ਚ ਲਿਖੀ ਆ ਤਾਂ ਉਹ ਗੱਲ ਇੱਕ ਸੈਂਟੈਂਸ 'ਚ ਵੀ ਕਹੀ ਜਾ ਸਕਦੀ ਹੈ। ਤੇ ਉਹਨੂੰ ਫਿਰ ਮੈਂ ਛੋਟਾ ਕਰ ਲੈਂਦੀ ਹਾਂ, ਕਰਦੀ ਰਹਿੰਦੀ ਹਾਂ ਇੱਦਾਂ ਕੁਛ ਨਾ, ਜਦੋਂ ਤੱਕ ਉਹ ਛਪਣ ਲਈ ਨਹੀਂ ਗਈ ਰਚਨਾ ਮੇਰੇ ਕੋਲ ਹੈ, ਤੇ ਮੈਂ ਉਹਨੂੰ ਬਹੁਤ ਕਾਂਟ ਛਾਂਟ ਕਰਦੀ ਹਾਂ, ਉਹਨੂੰ ਰੀਰਾਈਟ ਕਰਦੀ ਰਹਿੰਦੀ ਹਾਂ, ਤੇ ਵੀ ਤਾਂ ਕਿ ਉਹ ਹੋਰ ਬਿਹਤਰ ਬਣ ਸਕੇ ਜਾਂ ਹੋਰ ਵਧੀਆ ਹੋ ਸਕੇ। ਮੈਨੂੰ ਕੋਈ ਇੱਦਾਂ ਦਾ ਨਹੀਂ ਹੈਗਾ ਕਿ ਮੇਰੀਆਂ ਫਟਾਫਟ ਬੈਕ ਟੂ ਬੈਕ ਕਹਾਣੀਆਂ ਛਪੀ ਜਾਣ ਜਾਂ ਕਿਤਾਬਾਂ ਆਈ ਜਾਣ, ਇੱਦਾਂ ਦੀ ਲਾਲਸਾ ਨਹੀਂ ਹੈ ਮੇਰੇ ਮਨ ਦੇ ਅੰਦਰ। ਮੈਨੂੰ ਇੱਦਾਂ ਲੱਗਦਾ ਹੁੰਦਾ ਕਿ ਠੀਕ ਹੈ, ਸਹਿਜ ਨਾਲ ਲਿਖੀ ਜਾਓ ਜੋ ਤੁਹਾਡਾ ਮਨ ਕਰਦਾ ਹੈ। ਅਸੀਂ ਕਿਹੜਾ ਕਿਸੇ ਦੌੜ 'ਚ ਸ਼ਾਮਿਲ ਹਾਂ ਜਾਂ ਅਸੀਂ ਕਿਤੇ ਪਹੁੰਚਣਾ ਆ। ਸਫ਼ਰ ਹੀ ਮੈਂ ਕਹਿੰਦੀ ਹੁੰਦੀ ਹਾਂ ਕਿ ਕਿਤੇ ਪਹੁੰਚਣ ਨਾਲੋਂ ਨਾ ਜਿਹੜਾ ਸਫ਼ਰ ਹੁੰਦਾ ਆ ਉਹ ਮੈਨੂੰ ਜ਼ਿਆਦਾ ਇੰਜੋਇਮੈਂਟ ਦਿੰਦਾ ਆ, ਮੈਨੂੰ ਜ਼ਿਆਦਾ ਦਿਲਚਸਪ ਲੱਗਦਾ ਆ ਵੀ ਜੇ ਤੁਸੀਂ ਘਰੋਂ ਨਿਕਲੇ ਹੋ ਕਿਤੇ ਪਹੁੰਚਣਾ ਆ, ਪਹੁੰਚਣ ਦੀ ਮੈਨੂੰ ਕੋਈ ਕਾਹਲੀ ਨਹੀਂ ਹੁੰਦੀ। ਮੈਂ ਜਿਹੜੇ ਆਲਾ ਦੁਆਲਾ ਹੁੰਦਾ ਆ, ਜੋ ਰਸਤੇ ਦੇ ਵਿੱਚ ਕੋਈ ਤੁਹਾਨੂੰ ਮੰਜ਼ਰ ਨਜ਼ਰ ਆਉਂਦੇ ਆ, ਮੈਨੂੰ ਉਹ ਜ਼ਿਆਦਾ ਵਧੀਆ ਲੱਗਦੇ ਹੁੰਦੇ ਆ, ਬਜਾਏ ਇਹਦੇ ਕਿ ਡੈਸਟੀਨੇਸ਼ਨ 'ਤੇ ਜਦੋਂ ਤੁਸੀਂ ਪਹੁੰਚਦੇ ਹੋ ਉੱਥੇ ਤਾਂ ਫਿਰ ਪਹੁੰਚਣਾ ਹੀ ਹੁੰਦਾ ਆ। ਤੇ ਉਹ ਜਿਹੜਾ ਰਸਤੇ ਵਾਲਾ ਸਫ਼ਰ ਆ, ਮੈਂ ਹਾਲੇ ਉਸ ਰਸਤੇ ਵਾਲੇ ਸਫ਼ਰ 'ਚ ਆ ਤੇ ਮੈਂ ਉਸ ਸਫ਼ਰ ਨੂੰ ਇੰਜੋਏ ਕਰਦੀ ਪਈ ਆ। ਪਹੁੰਚਣਾ ਤਾਂ ਪਤਾ ਨਹੀਂ ਕਿੱਥੇ ਹੈਗਾ ਕਿੱਥੇ ਨਹੀਂ, ਜਦੋਂ ਪਹੁੰਚਣਾ ਹੋਊਗਾ ਪਹੁੰਚ ਜਾਵਾਂਗੇ। ਤੁਸੀਂ ਵੈਸੇ ਵੀ ਖੂਬਸੂਰਤ ਬਹੁਤ ਹੋ ਤੇ ਗੱਲਾਂ ਵੀ ਬਹੁਤ ਸੋਹਣੀਆਂ ਕਰਦੇ ਹੋ ਨਾ, ਤੇ ਮੈਂ ਤਾਂ ਹਮੇਸ਼ਾ ਚਾਹੂੰਗੀ ਕਿ ਤੁਹਾਨੂੰ ਪੜ੍ਹਨ ਵਾਲਿਆਂ ਦੀ ਗਿਣਤੀ ਵੱਧਦੀ ਰਹੇ, ਤਾਂ ਲੋਕ ਤੁਹਾਨੂੰ ਯਾਦ ਰੱਖਣ, ਹੈ ਨਾ, ਤੁਹਾਡੇ ਵਿਸ਼ਿਆਂ ਨੂੰ ਯਾਦ ਰੱਖਣ। ਤੇ ਕਿਤਾਬਾਂ ਕਿੰਨੀਆਂ ਆਉਂਦੀਆਂ ਨੇ ਮੈਨੂੰ ਲੱਗਦਾ ਇਹ ਮਾਇਨੇ ਨਹੀਂ ਰੱਖਦਾ। ਫਿਰ ਵੀ ਤੁਸੀਂ ਸਾਡੇ ਨਾਲ ਇੰਨੀਆਂ ਸੋਹਣੀਆਂ ਗੱਲਾਂ ਕੀਤੀਆਂ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਡਾ ਸ਼ੁਕਰੀਆ, ਤੁਸੀਂ ਆਏ, ਤੁਹਾਡੇ ਨਾਲ ਖੂਬਸੂਰਤ ਗੱਲਾਂ ਕਰਨ ਦਾ ਮੌਕਾ ਮਿਲਿਆ, ਚੰਗਾ ਲੱਗਾ। ਦਿਲ ਕਰਦਾ ਹੈ ਕਿ ਤੁਸੀਂ ਗੱਲਾਂ ਕਰੀ ਜਾਓ ਤੇ ਮੈਂ ਤੁਹਾਡੇ ਦਾ ਗੱਲਾਂ ਦੇ ਜਵਾਬ ਦੇਈ ਜਾਵਾਂ, ਜਾਂ ਆਪਾਂ ਦੋਨੋਂ ਆਪਸ 'ਚ ਗੱਲਾਂ ਕਰੀ ਜਾਈਏ। ਬਹੁਤ ਚੰਗਾ ਲੱਗਾ। ਥੈਂਕ ਯੂ ਸੋ ਮਚ, ਤੁਸੀਂ ਆਏ। ਸ਼ੁਕਰੀਆ। ਥੈਂਕ ਯੂ। ਤੁਸੀਂ ਸੁਣਿਆ ਉਹਨਾਂ ਨੂੰ। ਇੱਕ ਦਿਨ ਕਿਤਾਬ ਇਹਨਾਂ ਦੀ ਜ਼ਰੂਰ ਪੜ੍ਹਿਓ, ਬਹੁਤ ਸਾਰੇ ਮੈਗਜ਼ੀਨਸ ਦੇ ਵਿੱਚੋਂ ਲਿਖਦੇ ਨੇ ਤੇ ਬੜੇ ਵੱਖਰੇ ਜਿਹੇ ਵਿਸ਼ੇ ਹੁੰਦੇ ਨੇ ਉਹਨਾਂ ਦੇ। ਅਗਲੀ ਵਾਰ ਫਿਰ ਤੋਂ ਕਿਸੇ ਨਾਲ ਹਾਜ਼ਰ ਹੋਵਾਂਗੇ, ਤਦ ਤੱਕ ਲਈ ਸ਼ੁਕਰੀਆ।